ਤੇ ਬਾਈ ਹੁਰੀ ਆਪਣੇ ਘਰੇ ਇਹ ਦੱਸ ਕੇ ਵੀ ਨਹੀਂ ਜਾਂਦੇ ਕਿ ਮੈਂ ਇੱਕ ਅਸਾਮ ਤੋਂ ਕੁੜੀ ਨੂੰ ਲੈਣ ਚੱਲਿਆ, ਉਹਨੂੰ ਵਿਆਹਣ ਚੱਲਿਆ। ਇਕੱਲੇ ਹੀ ਉਹ ਅਸਾਮ ਜਾਂਦੇ ਆ, ਘਰਦਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਮੁੰਡਾ ਸਾਡਾ ਕਿੱਥੇ ਗਿਆ। ਤੇ ਮੇਰਾ ਰਿਸ਼ਤਾ ਹੁੰਦਾ ਜੀ 2016 ਦੇ ਵਿੱਚ ਤੇ 17 ਦੇ ਵਿੱਚ ਮੇਰੀ ਸ਼ਾਦੀ ਹੋ ਜਾਂਦੀ ਜੀ। 1.5 ਸਾਲ ਬਾਅਦ ਸਾਡਾ ਤਲਾਕ ਹੋ ਜਾਂਦਾ ਜੀ। ਬਹੁਤ ਪਰੇਸ਼ਾਨ ਹੋਏ ਵੀ ਘਰ ਬਸ ਕੇ ਉੱਜੜ ਗਿਆ। ਜਿਹੜੀ ਬੇਟੀ ਆ ਉਹ ਰੁਲੂਗੀ ਵੀ ਜਿਹੜੀ ਬਗਾਨੀ ਮਾਂ ਹੁੰਦੀ ਆ ਉਹ ਮਾਂ ਨਹੀਂ ਬਣਦੀ। ਸ਼ਾਮ ਨੂੰ ਮੈਂ ਫੇਸਬੁੱਕ ਤੇ ਇਹਨਾਂ ਦੀ ਫੋਟੋ ਦੇਖੀ। ਮੈਨੂੰ ਤਾਂ ਪਤਾ ਹੀ ਨਹੀਂ ਸੀ ਪਹਿਲਾਂ ਵੀ ਇਹ ਕਿੱਥੋਂ ਹੋਣਗੇ, ਤੇ ਮੈਂ ਇਹਨਾਂ ਨੂੰ ਫਰੈਂਡ ਰਿਕੁਐਸਟ ਕੀਤੀ ਤੇ ਮੈਂ ਹੈਲੋ ਲਿਖ ਕੇ ਭੇਜਿਆ, ਹਾਈ ਲਿਖਿਆ ਜੀ, ਪਰ ਇਹਨਾਂ ਦਾ ਉਦੋਂ ਤਾਂ ਕੋਈ ਰਿਪਲਾਈ ਆਇਆ ਨਹੀਂ। ਦੁਬਾਰਾ ਫਿਰ ਮੈਂ ਇਹਨਾਂ ਨੂੰ ਲਿਖ ਕੇ ਭੇਜਿਆ ਵੀ ਤੁਸੀਂ ਘੱਟੋ ਘੱਟ ਮੈਨੂੰ ਰਿਪਲਾਈ ਤਾਂ ਕਰ ਦਿਓ। ਇਹਨਾਂ ਨੇ ਸਿਰਫ ਹਾਂਜੀ ਲਿਖ ਕੇ ਭੇਜਿਆ। ਅੱਛਾ, ਪਰ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਅਸਾਮ ਤੋਂ ਨੇ। ਅਸਾਮ ਬਾਰੇ ਮੈਂ ਸੁਣਿਆ ਸੀਗਾ, ਪਰ ਇਹ ਵੀ ਨਹੀਂ ਪਤਾ ਸੀ ਕਿ ਇਹਨਾਂ ਦੀ ਲੋਕੇਸ਼ਨ ਆ ਜਿਹੜੀ ਆਪਣੇ ਤੋਂ 2700-2800 ਕਿਲੋਮੀਟਰ ਦੂਰ ਆ। ਮੈਂ ਇਹਨਾਂ ਕੋਲ ਵਿਆਹ ਦਾ ਜ਼ਿਕਰ ਕੀਤਾ ਵੀ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾਗਾ। ਮੈਨੂੰ ਤਾਂ ਐ ਸੀ ਵੀ ਰੋਟੀ ਪੱਕਦੀ ਹੋਵੇ ਕਿਤੋਂ ਮਰਜ਼ੀ ਲਿਆ। ਮੈਂ ਇਹਨੂੰ ਕਿਹਾ ਵੀ ਜਿੱਥੋਂ ਵੀ ਤੈਨੂੰ ਕੁੜੀ ਲੱਭਦੀ ਆ ਚਾਹੇ ਤਾਂ ਲਿਆ, ਨਹੀਂ ਪੁੱਤ ਮੈਂ ਤੇਰਾ ਰਿਸ਼ਤਾ ਲੈਣੀ ਆ। ਮੇਰੀ ਗਵਾਂਢਣ ਨੇ ਵੀ ਕਿਹਾ ਵੀ ਮੈਂ ਰਿਸ਼ਤਾ ਕਰਾਉਣੀ ਆ, ਵੀ ਤੂੰ ਕੋਈ ਰਿਸ਼ਤਾ ਕਿਹਾ ਜਾਂ ਲੈਣੀ ਆ। ਮੈਂ ਆਖਿਆ ਵੀ ਮੁੰਡੇ ਨੇ ਵਹਾਂ ਫੇਸਬੁੱਕ ਤੇ ਗੱਲ ਕਰ ਰੱਖੀ ਆ, ਬਹੁਤ ਨੇ ਕਿਹਾ ਤੀ ਵੀ ਇਹਦਾ ਦਿਮਾਗ ਹੱਲੂਗਾ। ਅੱਛਾ, ਵੀ ਇਹ ਐਡੀ ਦੂਰ ਉਹ ਕਰ ਰਿਹਾ, ਵਿਆਹ ਕਰਵਾ ਰਿਹਾਗਾ। ਮੈਂ ਆਖਿਆ ਮੈਂ ਤੈਨੂੰ ਜਾਣ ਨਹੀਂ ਦਿੰਦੀ। ਕੀ ਪਤਾ ਤੇਰੀ ਕੁੱਟਮਾਰ ਹੋ ਜਾਏ, ਅਗਲਾ ਆਖੇ ਕਿੱਡੀ ਦੂਰ ਕੁੜੀ ਨਾਲ ਵਿਆਹ ਕਰਵਾਉਣ ਆਇਆ, ਵੀ ਮੈਂ ਤੈਨੂੰ ਜਾਣ ਨਹੀਂ ਦਿੰਦੀ ਹੈਗੀ। ਇਹ ਫਿਰ ਮੈਥੋਂ ਚੋਰੀਓਂ ਵਗ ਗਿਆ, ਆਪਦੇ ਮਿੱਤਰ ਦੋਸਤਾਂ ਨੂੰ ਦੱਸ ਕੇ ਗਿਆ। ਜਦੋਂ ਇਹਨਾਂ ਨਾਲ ਮੈਂ ਗੱਲ ਕੀਤਾ ਸੀ, ਕਿਉਂਕਿ ਮੈਂ ਬੱਚੀ ਦਾ ਜ਼ਿਕਰ ਨਹੀਂ ਕੀਤਾ ਸੀ ਇਹਨਾਂ ਕੋਲ, ਤੇ ਬੱਚੀ ਆਈ ਤੇ ਮੈਨੂੰ ਕਹਿੰਦੀ ਪਾਪਾ ਮੇਰੀ ਗੱਲ ਸੁਣੋ, ਤੇ ਇਹਨਾਂ ਨੇ ਸੁਣ ਲਿਆ। ਕਹਿੰਦੀ ਤੁਹਾਡੀ ਤਾਂ ਮੈਰਿਜ ਹੋਈ ਹੈਗੀ, ਤੁਸੀਂ ਤਾਂ ਵਿਆਹੇ ਹੋਏ ਹੋ, ਵੀ ਤੁਸੀਂ ਮੈਨੂੰ ਧੋਖਾ ਦੇ ਰਹੇ ਹੋਗੇ। ਅੱਜ ਤੋਂ ਬਾਅਦ ਨਾ ਮੈਨੂੰ ਫੋਨ ਕਰਿਓ ਨਾ ਮੈਸੇਜ ਕਰਿਓ। ਫਿਰ ਇਹ ਕਹਿੰਦੇ ਜੀ ਚਲੋ ਠੀਕ ਆ, ਵਧੀਆ ਹੋਇਆ ਤੁਸੀਂ ਨੇ ਵੀ ਜੋ ਗੱਲ ਹੈਗੀ ਜੀ ਸੱਚ ਦੱਸਤੀ, ਤੇ ਮੈਂ ਹੁਣ ਤੁਹਾਡੇ ਨਾਲ ਹੀ ਵਿਆਹ ਕਰਾਉਣਾ। ਮੈਂ ਵੀ हाँ, फैमिली तो बहुत डर गए थे, क्या होगा वहाँ ले जाके, क्या करेंगे तुम्हारे साथ। पुलिस में भी जॉब करते हैं आप, टीचिंग भी करते हैं, बहुत ज़्यादा वेल क्वालिफाइड हैं आप, तो आपने इनके लिए सारा कुछ छोड़ दिया? हाँ, गवर्नमेंट जॉब तक भी छोड़ दी? हाँ, मतलब बात ये है ना, पैसा तो यहाँ भी कमा सकते हैं, अगर प्यारे ना हो तो पैसा किस काम का। ਫਿਰ ਜਿਵੇਂ ਇਹ ਮੈਨੂੰ ਡੇਟ ਦਿੰਦੇ ਸੀ, ਮੈਂ ਮੰਮੀ ਨਾਲ ਵੀ ਗੱਲ ਕਰਦਾ ਸੀਗਾ ਵੀ ਉਹਨੇ ਮੈਨੂੰ ਇੰਨੇ ਤਰੀਕ ਕਿਹਾ। ਫਿਰ ਮੰਮੀ ਵੀ ਮੈਨੂੰ ਕਹਿਣ ਲੱਗ ਗਈ ਵੀ ਉਹ ਤਾਂ ਤੈਨੂੰ ਲਾ ਰਹੀ ਹੈਗੀ, ਵੀ ਲਾਰਿਆਂ 'ਚ ਰੱਖ ਲਈ, ਤੇਰੇ ਨਾਲ ਵਿਆਹ ਨਹੀਂ ਕਰਾਉਣਾ ਉਹਨੇ, ਉਹ ਤਾਂ ਸਿਰਫ ਟਾਈਮ ਪਾਸ ਕਰ ਰਹੀ ਹੈਗੀ, ਤੇਰਾ ਇੱਥੇ ਰਿਸ਼ਤਾ ਲੈ ਲੈਣੇ ਹੈਗੇ। ਮੇਰਾ ਰਿਸ਼ਤਾ ਧੱਕੇ ਨਾਲ ਹੋ ਗਿਆ ਜੀ, ਕਰਤਾ ਇਹਨਾਂ ਨੇ। ਅੱਛਾ, ਹੋ ਗਿਆ ਸੀ? ਹੋ ਗਿਆ ਜੀ। ਅੱਛਾ, ਮੈਨੂੰ ਕਹਿੰਦੇ ਆਪਾਂ ਕੁੜੀ ਦੇਖ ਕੇ ਆਉਣੀ ਹੈ ਬਸ, ਵੀ ਜੇ ਪਸੰਦ ਨਾ ਆਈ ਤਾਂ ਤੂੰ ਜਵਾਬ ਦੇ ਦੇ। ਗਏ ਸਾ ਕੁੜੀ ਦੇਖਣ ਸੀਗੇ, ਇਹਨਾਂ ਨੇ ਪਸੰਦ ਕਰਕੇ ਮੈਨੂੰ ਸ਼ਗਨ ਪਾਤਾ ਜੀ। ਤੇ ਮੈਂ ਇਹਨਾਂ ਨੂੰ ਕਾਲ ਕੀਤੀ ਵੀ ਮੈਨੂੰ ਤਾਂ ਸ਼ਗਨ ਪੈ ਗਿਆ, ਵੀ ਤਾਂ ਲਾਰੇ ਲਾਉਂਦੀ ਰਹਿ ਗਈ, ਵੀ ਮੰਮੀ ਨੂੰ ਯਕੀਨ ਨਹੀਂ ਹੈਗਾ। ਕਿਆ ਕਰਨ, ਤੁਸੀਂ ਮੇਰੇ ਨਾਲ ਬਹੁਤ ਧੋਖਾ ਕੀਤਾ, ਮੈਨੂੰ ਨਫ਼ਰਤ ਹੋ ਗਈ ਤੁਹਾਡੇ ਪੰਜਾਬੀਆਂ ਤੋਂ। ਮੈਨੂੰ ਉਮੀਦ ਨਹੀਂ ਸੀਗੀ ਵੀ ਤੁਹਾਡੇ ਪੰਜਾਬੀ ਵੀ ਇਦਾਂ ਦੇ ਹੁੰਦੇ ਨੇ। ਮੈਂ ਇਹਨੂੰ ਆਖਿਆ ਮੈਂ ਹੁਣ ਕਰਾਂ ਕੀ। ਮੈਂ ਜੇ ਮੇਰਾ ਉਹ ਕੁੜੀ ਨਾਲ ਵਿਆਹ ਹੋ ਗਿਆ ਨਾ ਜਿਹਦਾ ਤੁਸੀਂ ਰਿਸ਼ਤਾ ਕਰਵਾਇਆ, ਮੈਂ ਗਲ ਫਰਾਹਾ ਲੈ ਲੈਣਾ। ਮੈਂ ਮੰਮੀ ਨੂੰ ਕਹਿਤਾ। ਅਗਲੇ ਦਿਨ ਉਹ ਰਿਸ਼ਤੇ ਵਾਲੇ ਗੱਡੀਆਂ ਲੈ ਕੇ ਆ ਗਏ। ਮੇਰਾ ਜਵਾਬ ਦਿੱਤਾ ਹੋਇਆ ਰਿਸ਼ਤੇਦਾਰਾਂ ਦਾ ਦਬਾਅ ਪੈਣ ਕਰਕੇ ਮੈਂ ਇੱਥੋਂ ਫੇਰ ਹਾਂ ਕਰਵਾ ਲਈ। ਕਹਿੰਦੀ ਫੇਰ ਵੀ ਮੁੰਡੇ ਹੋ ਤੁਸੀਂ, ਇੱਕ ਵਾਰ ਮੁੰਡਿਆਂ ਵਾਲਾ ਤੁਸੀਂ ਆਪਦਾ ਰੋਬ ਤਾਂ ਦਿਖਾਓ ਘਰਦਿਆਂ ਨੂੰ। ਮੈਂ ਫੇਰ ਅਗਲੇ ਦਿਨ ਇਹਨਾਂ ਦੀ ਗੱਲ ਸੁਣ ਕੇ ਫੇਰ ਮੈਂ ਜਵਾਬ ਦਿੱਤਾ, ਤੇ 2 ਦਿਨ ਫਿਰ ਮੈਂ ਘਰ ਹੀ ਨਹੀਂ ਆਇਆ ਹੈਗਾ। ਮੇਰੀ ਮੰਮੀ ਕਹਿੰਦੀ ਮੈਨੂੰ, ਕਹਿੰਦੀ ਤੂੰ ਇਹ ਨਾ ਸੋਚੀ ਵੀ ਇਹ ਕੁੜੀ ਨਾਲ ਤੇਰਾ ਰਿਸ਼ਤਾ ਟੁੱਟ ਗਿਆ, ਵੀ ਤੂੰ ਅਸਾਮ ਵਾਲੀ ਕੁੜੀ ਨੂੰ ਲੈ ਆਵੇਂਗਾ। ਕਹਿੰਦਾ ਸਾਰੇ ਤੈਨੂੰ ਲਿਆਉਣ ਨਹੀਂ ਦਿੰਦੀ। ਮੈਂ ਇਹਨੂੰ ਐ ਵੀ ਕਿਹਾ ਮੈਂ ਵੜਨ ਨਹੀਂ ਦਿੰਦੀ, ਵੀ ਮੈਂ ਕੁੜੀ ਤੈਨੂੰ ਲਿਆਉਣ ਨਹੀਂ ਦਿੰਦੀ। ਜਦੋਂ ਤੂੰ ਆਪਦੀ ਮਰਜ਼ੀ ਨਾਲ ਰਿਸ਼ਤਾ ਲੈਣਾ, ਮੈਂ ਤੈਨੂੰ ਲੈਣ ਨਹੀਂ ਦਿੰਦੀ ਰਿਸ਼ਤਾ, ਵੀ ਨਾ ਮੈਂ ਤੇਰਾ ਰਿਸ਼ਤਾ ਕਿਤੋਂ ਹੋਰ ਲਵਾਂ, ਵੀ ਹੁਣ ਤੂੰ ਐਂ ਫਿਰੀ ਜਾ। ਫਿਰ ਆਪਾਂ ਜੀ ਦਿਲ ਤੋਂ ਰੋ ਕੇ, ਅੱਖਾਂ 'ਚ ਹੰਝੂ ਭਰ ਕੇ ਅਰਦਾਸ ਕੀਤੀ ਜੀ ਦਰਬਾਰ ਸਾਹਿਬ ਵੱਲ ਮੂੰਹ ਕਰਕੇ, ਗੁਰੂ ਰਾਮਦਾਸ ਦੇ ਚਰਨਾਂ 'ਚ। ਮੈਂ ਇਹ ਸੱਚੇ ਪਾਤਸ਼ਾਹ, ਜੇ ਮੇਰਾ ਪਿਆਰ ਦਾ ਕੋਈ ਮਤਲਬ ਆ, ਵੀ ਮੈਂ ਇਹਦੇ ਲਈ ਕੋਈ ਮਤਲਬ ਕੱਢਣ ਲਈ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ, ਤਾਂ ਸਾਡਾ ਰਿਸ਼ਤਾ ਬਿਲਕੁਲ ਨਾ ਹੋਣ ਦਿਓ। ਵੀ ਜੇ ਮੈਂ ਇਹਨੂੰ ਸੱਚੇ ਦਿਲੋਂ ਪਿਆਰ ਕਰ ਦਾਂਗਾ
ਇਹਦੀ ਕੇਅਰ ਕਰ ਦਾਂਗਾ, ਰਿਸਪੈਕਟ ਕਰ ਦਾਂਗਾ ਇੱਕ ਦੂਜੇ ਨੂੰ। ਜੇ ਵੀ ਮੈਨੂੰ ਚਾਹੁੰਦੀ ਹੈ ਮੇਰੇ ਪਰਿਵਾਰ ਨੂੰ ਸੰਭਾਲ ਲੂਗੀ, ਤਾਂ ਮੈਨੂੰ ਨਹੀਂ ਪਤਾ ਸਾਡੇ ਪਰਿਵਾਰ ਦੀ ਮਨ ਦੀ ਦਸ਼ਾ ਤੁਸੀਂ ਬਦਲਣੀ ਆ, ਕਿਵੇਂ ਬਦਲੋ ਮੈਨੂੰ ਨਹੀਂ ਪਤਾ। ਮੈਨੂੰ ਨਹੀਂ ਪਤਾ ਫਿਰ ਮੇਰੇ ਘਰਦਿਆਂ ਦੇ ਸਾਰਿਆਂ ਦਾ ਵਰਤੀਰਾ ਅਚਾਨਕ 2-4 ਦਿਨਾਂ 'ਚ ਬਦਲ ਗਿਆ। ਉਹੀ ਮੇਰੀ ਮੰਮੀ ਮੈਨੂੰ ਫਿਰ ਕਹਿਣ ਲੱਗੀ ਚਲੋ ਠੀਕ ਆ, ਜੇ ਉਹਦੇ ਨਾਲ ਹੀ ਕਰਵਾਉਣਾਗਾ ਪੁੱਛ ਲੈ ਵੀ ਕਦੋਂ ਆਊਗੀ, ਕਦੋਂ ਤੂੰ ਜਾਣਾਗਾ। 2 ਮੇਰੇ ਦੋਸਤ ਸੀ, ਉਹਨਾਂ ਨੂੰ ਮੈਂ ਦੱਸ ਕੇ ਗਿਆ ਸੀਗਾ ਕਿ ਮੈਂ ਅਸਾਮ ਚੱਲਿਆ, ਤੇ ਇਹਨਾਂ ਦਾ ਆਧਾਰ ਕਾਰਡ ਐਡਰੈਸ ਉਹਨਾਂ ਕੋਲ ਮੈਂ ਦੇ ਗਿਆ ਸੀਗਾ ਕਿ ਆਹ ਐਡਰੈਸ ਆ, ਵੀ ਜੇ ਮੈਂ ਨਾ ਮੁੜਿਆ ਤਾਂ ਤੁਸੀਂ ਆਪਦਾ ਭਾਈ ਦੇਖ ਲਿਓ। ਮੈਂ ਕਿਹਾ ਯਾਰ ਜੇ ਤੂੰ ਨਾ ਗਈ ਨਾ ਮੈਂ ਤਾਂ ਫਿਰ ਜਾਣਾ ਹੀ ਨਹੀਂ ਬਾਈ, ਮੈਂ ਵਾਪਸ ਜਾਂਦਾ ਹੀ ਨਹੀਂ ਹੈਗਾ। ਕਿਹੜਾ ਮੂੰਹ ਲੈ ਕੇ ਜਾਊਂਗਾ, ਤੈਨੂੰ ਪਤਾ ਤਾਂ ਹੈਗਾ ਤੇਰੇ ਪਿੱਛੇ ਮੈਂ ਕਿੱਡਾ ਰਿਸਕ ਲਿਆਗਾ। ਰਿਸ਼ਤਾ ਟੁੱਟ ਗਿਆ, ਪਿੰਡ ਦੇ ਰਿਸ਼ਤੇਦਾਰ ਮੇਰੇ ਨਾਲ ਬੋਲਣੋਂ ਹਟ ਗਏ, ਸਾਰੇ ਆਕੜ ਗਏ ਮੇਰੇ ਨਾਲ। ਮੈਂ ਤੂੰ ਨਾ ਗਈ ਮੇਰੇ ਨਾਲ, ਫਿਰ ਜਾਂਦਾ ਮੈਂ ਵੀ ਨਹੀਂ। ਵੀ ਇਕੱਲਾ ਗਿਆ, ਜੇ ਤੈਨੂੰ ਬੰਨ ਲਾਂਦੇ ਕੁੱਟਦੇ, ਇਹ ਕਹਿੰਦਾ ਵੀ ਹੁਣ ਮੁੱਕ ਡਰ ਹੀ ਕੋਈ ਨਹੀਂ, ਵੀ ਜਾਂ ਇੱਧਰ ਜਾਂ ਉੱਧਰ ਇੱਕ ਪਾਸਾ ਹੋ ਜਾਊਗਾ। ਸਵੇਰੀ ਕੁੜੀ ਉੱਠਦੀ ਆ, ਉਹਨੂੰ ਮਾਂ ਵਾਲਾ ਪਿਆਰ ਦਿੰਦੀ ਏ, ਇਹ ਨਵਾਉਂਦੀ ਆ, ਤਿਆਰ ਕਰਦੀ ਆ, ਰੋਟੀ ਪੈਕ ਕਰਦੀ ਆ, ਜਿਹੜੀ ਗੱਲ ਆਪਾਂ ਕਹਿੰਦੇ ਉਹ ਆਪਣੀ ਮੰਨਦੀ ਹੈ। ਅੱਛਾ। ਤੇ ਆਪਾਂ ਨੂੰ ਸਵੇਰੀ ਚਾਹ ਬਣਾ ਕੇ ਦੇ ਦਿੰਦੀ ਹੈ ਵਿਚਾਰੀ, ਮੰਜੇ ਕੋਲੇ ਧਰ ਦਿੰਦੀ ਹੈ, ਗੋਡਿਆਂ ਤੋਂ ਮਤਾਜ ਆ, ਉੱਠਿਆ ਨਹੀਂ ਜਾਂਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ। ਅੱਜ ਇੱਕ ਬਹੁਤ ਵੱਖਰੀ ਇਸ਼ਕ ਕਹਾਣੀ ਦਿਖਾਉਣ ਲੱਗਿਆ। ਇੱਕ ਮੁੰਡੇ ਦਾ ਪਹਿਲਾਂ ਵਿਆਹ ਹੋਇਆ ਹੁੰਦਾ, ਪਰ ਕਿਸੇ ਕਾਰਨ ਕਰਕੇ ਉਹਦਾ ਡਿਵੋਰਸ ਹੋ ਜਾਂਦਾ। ਫਿਰ ਉਹਨੂੰ ਫੇਸਬੁੱਕ ਤੇ ਇੱਕ ਕੁੜੀ ਦੀ ਆਈਡੀ ਲੱਭਦੀ ਹੈ। ਉਹ ਮੁੰਡਾ ਉਹ ਆਈਡੀ ਦੇ ਉੱਤੇ ਮੈਸੇਜ ਕਰਦਾ ਹੈ, ਤਾਂ ਉਹ ਜਿਹੜੀ ਕੁੜੀ ਹੁੰਦੀ ਹੈ ਉਹ ਪੰਜਾਬ ਤੋਂ 2400 ਕਿਲੋਮੀਟਰ ਦੂਰ ਦੀ ਹੁੰਦੀ ਹੈ, ਅਸਾਮ ਦੀ ਉਹ ਕੁੜੀ ਹੁੰਦੀ ਹੈ। ਤੇ ਫੇਸਬੁੱਕ ਦੇ ਉੱਤੇ ਉਹਨਾਂ ਨੂੰ ਪਿਆਰ ਹੋ ਜਾਂਦਾ, ਤੇ ਉਹ ਕੁੜੀ ਆਪਣੇ ਘਰਦਿਆਂ ਨੂੰ ਦੱਸਦੀ ਹੈ ਕਿ ਕੋਈ ਪੰਜਾਬੀ ਮੁੰਡਾ ਹੈ, ਮੈਂ ਉਹਦੇ ਨਾਲ ਵਿਆਹ ਕਰਾਉਣਾ। ਪਰਿਵਾਰ ਵਾਲੇ ਆਲੇ ਦੁਆਲੇ ਦੇ ਲੋਕ ਇਹ ਕਹਿੰਦੇ ਹੁੰਦੇ ਆ ਕਿ ਪੰਜਾਬ ਤਾਂ ਬਹੁਤ ਦੂਰ ਆ, ਤੇਰੇ ਨਾਲ ਉੱਥੇ ਕੁਝ ਵੀ ਵਾਰਦਾਤ ਹੋ ਸਕਦੀ ਆ। ਤੇ ਬਾਈ ਹੋਰੀ ਆਪਣੇ ਘਰੇ ਇਹ ਦੱਸ ਕੇ ਵੀ ਨਹੀਂ ਜਾਂਦੇ ਕਿ ਮੈਂ ਇੱਕ ਅਸਾਮ ਤੋਂ ਕੁੜੀ ਨੂੰ ਲੈਣ ਚੱਲਿਆ, ਉਹਨੂੰ ਵਿਆਹਣ ਚੱਲਿਆ। ਇਕੱਲੇ ਹੀ ਉਹ ਅਸਾਮ ਜਾਂਦੇ ਆ, ਘਰਦਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਮੁੰਡਾ ਸਾਡਾ ਕਿੱਥੇ ਗਿਆ। ਤੇ ਅਸਾਮ ਤੋਂ ਜਦੋਂ ਬਾਈ ਹੋਰੀ ਇੱਥੇ ਲੈ ਕੇ ਆਉਂਦੇ ਆ ਤਾਂ ਫਿਰ ਕਹੇ ਜਿਹਾ ਮਾਹੌਲ ਹੁੰਦਾ ਹੈ, ਪਿੱਛੇ ਦੀ ਕੀ ਸਾਰੀ ਕਹਾਣੀ ਰਹਿੰਦੀ ਹੈ, ਇਹ ਇੱਕ ਕਹਾਣੀ ਦਿਖਾਵਾਂਗੇ ਇੱਕ ਇੰਟਰਵਿਊ ਜ਼ਰੀਏ। ਬਹੁਤ ਸੋਹਣੀ ਦਿਲਚਸਪ ਇਹ ਇਸ਼ਕ ਕਹਾਣੀ ਰਹਿਣ ਵਾਲੀ ਹੈ ਬਾਈ ਹੋਰਾਂ ਨਾਲ। ਬਾਈ ਸ਼ੰਕਰ ਤੇ ਭੈਣ ਤਨੂ ਹੋਰੀ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਬਾਈ ਬਹੁਤ ਬਹੁਤ ਸਵਾਗਤ ਹੈ ਆਪਕਾ, ਬਹੁਤ ਬਹੁਤ ਸਵਾਗਤ ਹੈ ਪਹਿਲੇ ਤੋਂ। ਹਾਂਜੀ ਠੀਕ ਹੋ? ਸਤਿ ਸ਼੍ਰੀ ਅਕਾਲ ਜੀ। जी ठीक हूँ। ਵੀਰੇ ਸਿਹਤਾਂ ਠੀਕ ਨੇ ਤੁਹਾਡੀਆਂ? ਹਾਂਜੀ ਠੀਕ ਠਾਕ ਬਾਈ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ, ਤੁਸੀਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਆ, ਹਨਾ। ਤੇ ਬਹੁਤ ਸੋਹਣੀ ਜੋੜੀ ਬਾਈ ਤੁਹਾਡੀ ਦੋਨਾਂ ਦੀ, ਬਾ ਕਮਾਲ ਜੋੜੀ ਆ। ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਲਈ, ਤੁਸੀਂ ਟਾਈਮ ਕੱਢ ਕੇ ਆਏ। ਤੇ ਹੋਰ ਸਿਹਤਾਂ ਠੀਕ ਨੇ? ਹਾਂ ਸਭ ਵਧੀਆ ਜੀ, ਵਧੀਆ। ਕਿਵੇਂ ਚੱਲ ਰਹੀ ਹੈ ਜ਼ਿੰਦਗੀ, ਇਸ ਵਕਤ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਬਹੁਤ ਵਧੀਆ ਚੱਲ ਰਿਹਾ ਜੀ ਹੁਣ ਤਾਂ। ਅੱਛਾ, ਹਾਂਜੀ ਬਹੁਤ ਮਿਲ ਵਧੀਆ। ਗਈਆਂ ਸਾਰੀਆਂ ਖੁਸ਼ੀਆਂ? ਹਾਂਜੀ ਹਾਂਜੀ, ਸਭ ਡਿਮਾਂਡਾਂ ਪੂਰੀਆਂ ਹੋ ਗਈਆਂ। ਅੱਛਾ, ਬਾਕੀ ਇਹਨਾਂ ਨੂੰ ਪੁੱਛ ਲਓ ਤੁਸੀਂ। ਅੱਛਾ। ਤੇ ਆਪਾਂ ਆਂਟੀ ਕਿਵੇਂ ਲੱਗਦਾ ਫਿਰ ਅੱਜ, ਹਨਾ ਨਵੀਂ ਨੂੰਹ ਆਈ ਆ, ਉਹ ਵੀ ਪੰਜਾਬ ਤੋਂ 2500-2600 ਕਿਲੋਮੀਟਰ ਦੂਰ ਅਸਾਮ ਤੋਂ, ਹਨਾ? ਬਹੁਤ ਵਧੀਆ ਲੱਗ ਰਿਹਾ ਬੇਟਾ, ਅੱਛਾ। ਬਹੁਤ ਵਧੀਆ ਹੈਗਾ, ਕੰਮ ਕਰਦੀ ਹੈ ਸਾਰਾ। ਹਾਂ। ਜਿਹੜੀ ਗੱਲ ਆਪਾਂ ਕਹਿੰਦੇ ਉਹ ਆਪਣੀ ਮੰਨਦੀ ਹੈ। ਅੱਛਾ। ਤੇ ਆਪਾਂ ਨੂੰ ਸਵੇਰੀ ਚਾਹ ਬਣਾ ਕੇ ਦੇ ਦਿੰਦੀ ਹੈ ਵਿਚਾਰੀ, ਹਾਂ। ਮੰਜੇ ਕੋਲੇ ਧਰ ਦਿੰਦੀ ਹੈ, ਗੋਡਿਆਂ ਤੋਂ ਮਤਾਜ ਆ, ਉੱਠਿਆ ਨਹੀਂ ਜਾਂਦਾ। ਅੱਛਾ ਜੀ। ਘਰ ਦੇ ਵਿੱਚ ਖੁਸ਼ੀਆਂ ਨੇ ਪੂਰੀ? ਘਰ ਦੇ ਵਿੱਚ ਪੁੱਤ ਖੁਸ਼ੀਆਂ ਹੀ ਨੇ, ਜਦੋਂ ਕੰਮ ਬਣਨ ਲੱਗ ਜਾਂਦਾ ਖੁਸ਼ੀਆਂ ਹੀ ਨੇ। ਜਦੋਂ ਮੇਰੇ ਵਰਗੀ ਇਕੱਲੀ ਕੰਮ ਕਰਦੇ ਉਹ ਬਹੁਤ ਔਖੀ ਹੁੰਦੀ ਹੈਗੀ। ਐ ਹੁੰਦਾ ਵੀ ਕਦੋਂ ਮੁੰਡਾ ਵਿਆਹਿਆ ਜਾਵੇ, ਕਦੋਂ ਮੁੰਡਾ ਵਿਆਹਿਆ ਜਾਵੇ, ਘਰੇ ਨੂੰਹ ਆਵੇ, ਵੀ ਆਪਦਾ ਚੁੱਲ੍ਹਾ ਸੰਭਾਲੇ। ਹੁਣ ਇਹਨੇ ਆਪਦਾ ਚਲਾ ਕੇ ਸਾਂਭ ਲਿਆ ਕੰਮ, ਆਪਾਂ ਵੇਲੇ ਸਾਂਭਲੀਆਂ ਨੇ ਜ਼ਿੰਮੇਵਾਰੀ, ਜਿਵੇਂ ਪੰਜਾਬ ਦੀਆਂ ਨੂੰਹਾਂ ਸਾਂਭਦੀਆਂ ਹੁੰਦੀਆਂ ਨੇ। ਹਾਂ ਹਾਂ ਪੁੱਤ, ਸਾਰੀ ਸਾਂਭ ਲਈ। ਦੇਖ ਝਾੜੂ ਪੋਚਾ ਕਰਦੀ ਹੈਗੀ, ਕੱਪੜਾ ਲੀੜਾ ਧੋਂਦੀ ਹੈ, ਅੱਛਾ। ਰੋਟੀ ਬਣਾਉਂਦੀ ਹੈਗੀ, ਅੱਛਾ ਜੀ। ਸਾਰਾ ਕੰਮ ਕਰਦੀ ਹੈ। ਸਵੇਰੇ ਉੱਠ ਕੇ ਚਾਹ ਬਣਾਉਂਦੀ ਹੈ। ਕੀ ਬਾਤ ਆ। ਵੀ ਇੰਨਾ ਕ ਆਪਾਂ ਨੂੰ ਕੰਮ ਬਣਿਆ ਮਿਲੀ ਜਾਵੇ, ਆਪਾਂ ਨੂੰ ਸੁੱਖ ਹੋ ਗਿਆ। ਹਾਂ, ਆਪਾਂ ਹੁਣ ਸੁੱਖ ਦੀ ਜ਼ਿੰਦਗੀ ਜੀ ਰਹੇ ਆ। ਠੀਕ ਹੈ ਜੀ। ਨਹੀਂ ਮੈਂ ਬਹੁਤ ਜ਼ਿਆਦਾ ਔਖੀ ਸੀਗੀ, ਅੱਛਾ ਅੱਛਾ। ਗੋਡਿਆਂ ਨਾਲ ਉੱਠਿਆ ਨਹੀਂ ਜਾਂਦਾ ਤੀ। ਜਦੋਂ ਸਵੇਰੇ ਚਾਹ ਕਰਦੀ ਬਹੁਤ ਮੁਸ਼ਕਲ ਸੋਟੀ ਨਾਲ ਉੱਠਦੀ। ਤੇ ਬਾਈ ਆਪਾਂ ਤੁਹਾਡੇ ਨਾਲ ਗੱਲਬਾਤ ਕਰੀਏ, ਤੇ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਦੀ ਹੁੰਦੀ ਹੈ? ਤੁਸੀਂ ਮੈਨੂੰ ਦੱਸਿਆ ਜਿਵੇਂ ਕੈਮਰੇ ਤੋਂ ਪਿੱਛੇ ਪਹਿਲਾਂ ਵੀ ਬਹੁਤ ਦੁੱਖ ਮੁਸੀਬਤਾਂ ਬਾਈ ਰਹੀਆਂ, ਬਹੁਤ ਕੁਝ ਹੰਢਾਇਆ ਵੀ, ਹਨਾ। ਤੇ ਕੀ ਗੱਲਬਾਤ ਹੁੰਦੀ ਹੈ ਸਾਰੀ? ਤੇ ਮੇਰੀ ਪਟਿਆਲੇ ਵਿੱਚ ਵਧੀਆ ਚੰਗੀ ਹਸਪਤਾਲ ਦੇ ਵਿੱਚ ਜੌਬ ਲੱਗੀ ਹੋਈ ਸੀਗੀ, ਬਹੁਤ ਵਧੀਆ। ਉਦੋਂ ਸਾਡਾ ਘਰ ਦਾ ਪਰਿਵਾਰ ਦਾ ਸਰਕਲ ਚੱਲ ਰਿਹਾ ਸੀਗਾ। ਤੇ ਉਦੋਂ ਜੀ ਮੇਰਾ ਰਿਸ਼ਤਾ ਹੋਇਆ
2016 ਦੇ ਵਿੱਚ। ਹੂੰ ਤੇ ਉਸ ਤੋਂ ਪਹਿਲਾਂ ਮੈਂ ਮਕੈਨੀਕਲ ਇੰਜੀਨੀਅਰਿੰਗ ਵੀ ਕੀਤੀ ਹੈ ਜੀ। ਉੱਥੇ ਮੈਨੂੰ ਜੌਬ ਲੱਗੀ ਹੋਈ ਸੀ ਨਵਾਂ ਸ਼ਹਿਰ। ਉੱਥੇ ਮੈਂ 5 ਸਾਲ ਜੌਬ ਕਰਕੇ ਆਇਆ। ਉਹਦੇ ਆਧਾਰ ਤੇ ਮੇਰਾ ਰਿਸ਼ਤਾ ਹੁੰਦਾ ਜੀ 2016 ਦੇ ਵਿੱਚ, ਤੇ 17 ਦੇ ਵਿੱਚ ਮੇਰੀ ਸ਼ਾਦੀ ਹੋ ਜਾਂਦੀ ਹੈ ਜੀ। ਤੇ ਉਦੋਂ ਬਹੁਤ ਵਧੀਆ ਚੱਲਦਾ ਸ਼ੁਰੂਆਤ ਦੇ ਵਿੱਚ। ਉਸ ਤੋਂ ਬਾਅਦ ਕਿਸੇ ਕਾਰਨ ਕਰਕੇ 1.5 ਸਾਲ ਬਾਅਦ ਸਾਡਾ ਤਲਾਕ ਹੋ ਜਾਂਦਾ ਜੀ। ਤੇ ਮੰਨ ਲਾ ਤਲਾਕ ਹੋਣਾ ਜੀ, ਸਾਡਾ ਇੱਕ ਘਰ ਦੇ ਵਿੱਚ ਬਹੁਤ ਬੁਰਾ ਮਤਲਬ ਟਾਈਮ ਸ਼ੁਰੂ ਹੋ ਗਿਆ। ਉਸ ਤੋਂ ਉੱਪਰ ਤਾਂ ਮੇਰਾ ਤਲਾਕ ਹੋ ਗਿਆ ਜੀ। ਬੱਚੀ ਵੀ ਹੁੰਦੀ ਹੈ ਤੁਹਾਡੀ? ਬੱਚੀ ਮੇਰੀ 8 ਮਹੀਨੇ ਦੀ ਬੱਚੀ ਸੀ ਜੀ, ਤੇ ਬਹੁਤ ਲਾਡਾਂ ਨਾਲ ਪਾਲੀ ਸੀ, ਕਿਉਂਕਿ ਪਹਿਲਾਂ ਵੀ ਸਾਡੇ ਘਰ ਦੇ ਵਿੱਚ ਭੈਣ ਦਾ ਹੈ ਨਹੀਂ ਸੀਗੀ। ਮੰਮੀ ਪਾਪਾ ਸਾਡਾ ਪਰਿਵਾਰ ਬੱਚੀ ਨੂੰ ਬਹੁਤ ਪਿਆਰ ਕਰਦੇ ਸੀਗੇ। ਤੇ ਤਲਾਕ ਤੋਂ ਬਾਅਦ ਬੱਚੀ ਨੂੰ ਅਸੀਂ ਮਤਲਬ ਕੋਰਟ ਦੇ ਜ਼ਰੀਏ ਲੈ ਲਿਆ ਸੀਗਾ। ਤੇ ਉਸ ਤੋਂ ਬਾਅਦ ਮੇਰੇ ਡੈਡੀ ਨੂੰ ਫੂਡ ਪਾਈਪ ਦੇ ਵਿੱਚ ਕੈਂਸਰ ਹੋ ਗਿਆ ਜੀ। ਤੇ ਮੇਰੀ ਵੀ ਉੱਧਰੋਂ ਜੌਬ ਚਲੀ ਗਈ। ਫਿਰ ਘਰ ਦੇ ਵਿੱਚ ਸਾਂਭ ਸੰਭਾਲ ਵਾਲਾ ਡੈਡੀ ਨੂੰ ਕੋਈ ਹੈ ਨਹੀਂ ਸੀਗਾ। ਤੇ ਉਸ ਤੋਂ ਬਾਅਦ ਨੰਬਰ 2 ਤੇ ਉੱਧਰੋਂ ਡੈਡੀ ਬਿਮਾਰ ਹੋ ਗਏ, ਉੱਧਰੋਂ ਲੋਕਡਾਊਨ ਲੱਗ ਗਿਆ ਜੀ। ਕੰਮਕਾਰ ਤਾਂ ਬਿਲਕੁਲ ਹੀ ਬੰਦ ਹੋ ਗਿਆ ਸੀ। ਉਦੋਂ ਤਾਂ ਬਾਹਰ ਵੀ ਨਹੀਂ ਨਿਕਲਣ ਦਿੰਦੇ ਸੀ ਜਦੋਂ ਪਹਿਲਾਂ ਲੋਕਡਾਊਨ ਲੱਗਿਆ ਹੈਗਾ। ਤੇ ਘਰ ਦੇ ਵਿੱਚ ਜਿੰਨੇ ਸਾਡੇ ਡੰਗਰ ਪਸ਼ੂ ਸੀ ਉਹ ਵੀ ਵਿਕ ਗਏ। ਘਰ 'ਚ ਜਿਹੜਾ ਮਾੜਾ ਮੋਟਾ ਸੋਨਾ ਗਹਿਣਾ ਗੱਟਾ ਪਿਆ ਸੀ ਉਹ ਵੀ ਵੇਚ ਕੇ ਡੈਡੀ ਦੇ ਇਲਾਜ ਤੇ ਲੱਗ ਗਏ ਜੀ। ਤੇ ਇਲਾਜ ਦੇ ਦੌਰਾਨ 8 ਮਹੀਨਿਆਂ ਬਾਅਦ ਡੈਡੀ ਦੀ ਡੈਥ ਹੋ ਗਈ ਜੀ। ਤੇ ਮੰਮੀ ਇਕੱਲੀ ਰਹਿ ਗਈ, ਤੇ ਉੱਤੋਂ ਜ਼ਿੰਮੇਵਾਰੀ ਬੇਟੀ ਦੀ ਆ ਗਈ। 1.25 ਸਾਲ ਦੀ ਬੱਚੀ ਹੋ ਗਈ ਸੀਗੀ। ਤੇ ਉਸ ਤੋਂ ਬਾਅਦ ਡੈਡੀ ਦੇ ਗੁਜ਼ਰਨ ਤੋਂ ਬਾਅਦ ਛੋਟਾ ਭਰਾ ਸੀ, ਉਹ ਵੀ ਕੁਸ਼ਤੀ ਦੰਗਲ ਆਪਣਾ ਛੱਡ ਗਿਆ, ਸਾਰਾ ਕੁਝ ਜਾਣਾ ਹੀ ਬੰਦ ਕਰਤਾ। ਕਿਉਂਕਿ ਪਹਿਲੇ ਟਾਈਮ ਦੇ ਵਿੱਚ ਜੀ ਮੇਰਾ ਡੈਡੀ ਵੀ ਕੁਸ਼ਤੀ ਕਰਦਾ ਸੀ, ਪੰਜਾਬ ਗੋਲਡ ਮੈਡਲਿਸਟ ਸੀ ਡੈਡੀ ਮੇਰੇ। ਮੇਰੇ ਭਰਾ ਦਾ ਡੈਡੀ ਵੀ ਸੀ, ਕੋਚ ਵੀ ਸੀਗਾ। ਮਤਲਬ ਉਹਨਾਂ ਲਈ ਡੈਡੀ ਵੀ ਚਲਾ ਗਿਆ, ਕੋਚ ਵੀ ਚਲਾ ਗਿਆ। ਉਹਨਾਂ ਨੇ ਫਿਰ ਕੁਸ਼ਤੀ ਦੰਗਲ ਕਰਨਾ ਵੀ ਛੱਡਤਾ ਜੀ, ਗੇਮ ਹੀ ਛੱਡ ਦਿੱਤੀ, ਉਹ ਵੀ ਘਰ ਬਹਿ ਗਏ। ਉਸ ਤੋਂ ਬਾਅਦ ਤਾਂ ਇੰਨਾ ਹਾਲਾਤ ਮਾੜੇ ਹੋ ਗਏ ਜੀ ਘਰ ਦੇ, ਸਮਝ ਨਾ ਆਵੇ ਵੀ ਕਰੀਏ ਤਾਂ ਕੀ ਕਰੀਏ। ਘਰੇ ਪੈਸਾ ਵੀ ਨਹੀਂ ਰਿਹਾ ਕੋਈ, ਰਿਸ਼ਤੇ ਵੀ ਆਉਂਦੇ ਸੀ ਪਰ ਪੰਜਾਬ ਉਹ ਬੱਚੀ ਕਰਕੇ ਜੀ ਡਿਮਾਂਡਾਂ ਹੀ ਕੁੜੀਆਂ ਦੀਆਂ ਬਹੁਤ ਜ਼ਿਆਦਾ ਸੀਗੀਆਂ। ਕੋਈ ਤਾਂ ਬੋਲ ਦਿੰਦੀ ਸੀ ਕਿ ਅਸੀਂ ਰਿਸ਼ਤਾ ਲੈ ਲਾਂਗੇ, ਤੁਹਾਡੇ ਨਾਲ ਰਿਸ਼ਤਾ ਕਰ ਦਾਂਗੇ, ਪਰ ਬੱਚੀ ਨੂੰ ਇਹਦੀ ਦਾਦੀ ਸੰਭੂਗੀ। ਆਂਟੀ ਹੋਈਆਂ ਸੀ ਇਹ ਗੱਲਾਂ? ਹਾਂ ਹੋਈਆਂ ਨੇ ਪੁੱਤ ਇਹ ਗੱਲਾਂ। ਰਿਸ਼ਤੇ ਆਇਆ ਕਰਨ, ਕਹਿਦਾ ਕਰਨ ਵੀ ਕੁੜੀ ਨੂੰ ਦਾਦੀ ਸਾਂਭੂ। ਤੇ ਮੈਂ ਆਖਿਆ ਵੀ ਕੁੜੀ ਨੂੰ ਦਾਦੀ ਕਿੰਨਾ ਕੁ ਚਿਰ ਜਿਊਗੀ? ਦਾਦੀ ਸਾਲ ਜਿਉ ਜੂ, ਕੀ ਪਤਾ ਹੁੰਦਾ ਪਾਣੀ ਦੇ ਬੁਲਬੁਲੇ ਦਾ ਕਦੋਂ ਫੁੱਟ ਜੇ। ਵੀ ਮੈਂ ਕੁੜੀ ਦੀ ਸਾਂਭ ਸੰਭਾਲ ਨਹੀਂ ਕਰ ਸਕਦੀ। ਅੱਛਾ। ਵੀ ਜਿਹੜੀ ਕੁੜੀ ਦਾ ਮੈਂ ਰਿਸ਼ਤਾ ਲਵਾਂ ਉਹੀ ਕੁੜੀ ਨੂੰ ਸਾਂਭੇ। ਅੱਛਾ। ਮੈਂ ਕਿੰਨਾ ਕੁ ਚਿਰ ਸਾਂਭੂਗੀ? ਇਹ ਗੱਲ ਕੋਈ ਮੰਨਣ ਨੂੰ ਤਿਆਰ ਨਹੀਂ ਸੀ। ਇਹ ਮੰਨਦੀਆਂ ਨਹੀਂ ਅੱਜ ਕੱਲ ਦੀਆਂ। ਅੱਜ ਕੱਲ ਦੀਆਂ ਤਾਂ ਐ ਕਹਿੰਦੀਆਂ ਨੇ ਵੀ ਅਸੀਂ ਦੋਏ ਜੀ ਹੋਈਏ, ਤੀਜਾ ਤਾਂ ਸਾਡੇ ਚ ਮੈਂਬਰ ਹੋਵੇ ਨਾ। ਤੇ ਫਿਰ ਉਦੋਂ ਟੁੱਟੇ ਨਹੀਂ ਹੈਗੇ ਤੁਸੀਂ ਕਿ ਹੁਣ ਮੇਰੇ ਪੁੱਤ ਦਾ ਘਰ ਕਿਵੇਂ ਬਸੂਗਾ, ਹਨਾ? ਕਿ ਟੁੱਟੇ ਜੀ, ਬਹੁਤ ਟੁੱਟੇ, ਸਰੀਰ ਟੁੱਟਿਆ, ਬਹੁਤ ਪਰੇਸ਼ਾਨ ਹੋਏ ਵੀ ਘਰ ਬਸ ਕੇ ਉੱਜੜ ਗਿਆ। ਜਿਹੜੀ ਬੇਟੀ ਆ ਉਹ ਰੁਲੂਗੀ, ਵੀ ਜਿਹੜੀ ਬਗਾਨੀ ਮਾਂ ਹੁੰਦੀ ਆ ਉਹ ਮਾਂ ਨਹੀਂ ਬਣਦੀ। ਕਿੰਨੀ ਲਾਡ ਲੜਾੜੇ ਵੀ ਉਹ ਮਾਂ ਨਹੀਂ ਬਣਦੀ ਹੈਗੀ। ਤੇ ਫਿਰ ਕੀ ਹੋਇਆ, ਮੁੰਡੇ ਨੂੰ ਆਖਿਆ ਹੁਣ ਜਦੋਂ ਤਲਾਕ ਹੋ ਗਿਆ ਪੁੱਤ ਰਿਸ਼ਤਾ ਲੈ ਲੈ। ਇਹ ਕਹਿੰਦਾ ਵੀ ਮੈਂ ਤਾਂ ਇੱਥੋਂ ਮੰਮੀ ਰਿਸ਼ਤਾ ਲੈਣੀ ਨਹੀਂ, ਪੰਜਾਬ ਚੋਂ ਲੈਣਾ ਨਹੀਂ, ਵੀ ਮੈਂ ਤਾਂ ਪੰਜਾਬ ਚੋਂ ਰਿਸ਼ਤਾ ਲੈਣੀ ਨਹੀਂ। ਅੱਛਾ। ਵੀ ਮੇਰੀ ਕੁੜੀ ਰੁਲ ਜੂਗੀ, ਵੀ ਇਹਨੂੰ ਮਾਂ ਵਾਲਾ ਪਿਆਰ ਕਿਸੇ ਨੇ ਨਹੀਂ ਦੇਣਾ, ਵੀ ਮੈਂ ਤਾਂ ਬਾਹਰ ਰਿਸ਼ਤਾ ਕਰਵਾਉਂਗਾ। ਅੱਛਾ। ਹੁਣ ਇਹ ਕਿੱਦਾਂ ਦੇ ਮੈਂ ਬਾਹਰ ਕਰਾਉਂ। ਮੈਂ ਆਖਿਆ ਪੁੱਤ ਜੇ ਹੁੰਦਾ ਤਾਂ ਲੈ ਲਾ, ਵੀ ਤੈਨੂੰ ਲਾਰਿਆਂ ਤੇ ਲਾ ਰੱਖਿਆ, ਖਬਰ ਐਡੀ ਦੂਰੋਂ ਕੁੜੀ ਆਊਗੀ ਕਿ ਨਹੀਂ ਆਊਗੀ। ਹਾਂ। ਤੇ ਅਗਲਾ ਕਿੱਸਾ ਬਾਈ ਤੋਂ ਸੁਣਦੇ ਆ। ਤੇ ਬਾਈ ਜਦੋਂ ਮਾਂ ਇੰਨਾ ਕੁਝ ਕਹਿੰਦੀ ਆ, ਤੁਸੀਂ ਮਾਂ ਨੂੰ ਦੱਸਦੇ ਹੋ ਕਿ ਮੈਂ ਰਿਸ਼ਤਾ ਨਹੀਂ ਕਰਾਉਣਾ, ਕਿ ਮੇਰੀ ਜਿਹੜੀ ਬੱਚੀ ਆ ਛੋਟੀ ਜਿਹੀ ਉਹ ਰੁਲ ਜੂਗੀ, ਹਨਾ? ਤੇ ਫਿਰ ਬਾਈ ਅੱਗੇ ਦੀ ਕਹਾਣੀ ਕਿਵੇਂ ਰਚਦਾ ਉਹ ਉੱਪਰ ਵਾਲਾ? ਉਹ ਜਿਵੇਂ ਕਹਿੰਦੇ ਹੁੰਦੇ ਜੀ ਕਿ ਪ੍ਰਮਾਤਮਾ ਦੇ ਘਰ ਦੇਰ ਆ ਹਨੇਰ ਨਹੀਂ। ਅਰਦਾਸਾਂ ਤਾਂ ਹਰ ਰੋਜ਼ ਹੀ ਕਰਦੇ ਸੀਗੇ ਇਹ ਪ੍ਰਮਾਤਮਾ ਵੀ ਮੇਰੇ ਲਈ ਜੋ ਕੁੜੀ ਹੈ ਮੇਰੇ ਪਰਿਵਾਰ ਨੂੰ ਸਾਂਭ ਲੇ, ਉਦਾਂ ਦੀ ਕੁੜੀ ਮਿਲ ਜੇ ਮੈਨੂੰ। ਬਸ ਇੱਕ ਦਿਨ ਇਦਾਂ ਦਾ ਆਇਆ ਜੀ ਕਿ ਸ਼ਾਮ ਨੂੰ ਮੈਂ ਫੇਸਬੁੱਕ ਤੇ ਇਹਨਾਂ ਦੀ ਫੋਟੋ ਦੇਖੀ। ਅੱਛਾ। ਸਿੰਪਲ ਜੀ ਫੋਟੋ ਲਾਈ ਹੋਈ ਸੀ ਇਹਨਾਂ ਦੀ। ਮੈਨੂੰ ਤਾਂ ਪਤਾ ਹੀ ਨਹੀਂ ਸੀ ਪਹਿਲਾਂ ਵੀ ਇਹ ਕਿੱਥੋਂ ਹੋਣਗੇ। ਤੇ ਮੈਂ ਇਹਨਾਂ ਨੂੰ ਫਰੈਂਡ ਰਿਕੁਐਸਟ ਕੀਤੀ ਤੇ ਇਹਨਾਂ ਨੇ ਅਸੈਪਟ ਕੀਤੀ ਜੀ। ਤੇ ਮੈਂ ਹੈਲੋ ਲਿਖ ਕੇ ਭੇਜਿਆ, ਹਾਏ ਲਿਖਿਆ ਜੀ,
ਪਰ ਇਹਨਾਂ ਦਾ ਉਦੋਂ ਤਾਂ ਕੋਈ ਰਿਪਲਾਈ ਆਇਆ ਨਹੀਂ। ਅੱਛਾ ਅਗਲੇ ਦਿਨ ਮੈਂ ਗੁੱਡ ਮਾਰਨਿੰਗ ਲਿਖ ਕੇ ਵੀ ਭੇਜਿਆ, ਅੱਛਾ ਫਿਰ ਵੀ ਇਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ। ਅੱਛਾ ਤੇ ਦੁਬਾਰਾ ਫਿਰ ਮੈਂ ਇਹਨਾਂ ਨੂੰ ਲਿਖ ਕੇ ਭੇਜਿਆ ਵੀ ਤੁਸੀਂ ਘੱਟੋ ਘੱਟ ਮੈਨੂੰ ਰਿਪਲਾਈ ਤਾਂ ਕਰ ਦਿਓ। ਇਹਨਾਂ ਨੇ ਸਿਰਫ ਹਾਂਜੀ ਲਿਖ ਕੇ ਭੇਜਿਆ। ਅੱਛਾ ਤੇ ਮੈਸੇਜ ਇਹਨਾਂ ਨੂੰ ਮੈਂ ਡੇਲੀ ਕਰਦਾ ਸੀਗਾ। ਇਹਨਾਂ ਦਾ ਰਿਪਲਾਈ ਜੇ ਗੁੱਡ ਮਾਰਨਿੰਗ ਵੀ ਮੈਂ ਲਿਖ ਕੇ ਟਾਈਪ ਕੀਤਾ ਤਾਂ GM ਹੀ ਲਿਖਿਆ ਹੁੰਦਾ ਸੀਗਾ। ਅੱਛਾ ਜ਼ਿਆਦਾ ਗੱਲ ਨਹੀਂ ਜ਼ਿਆਦਾ ਗੱਲ ਨਹੀਂ ਕਰਦੇ ਸੀਗੇ। ਤੇ ਮੇਰੀ ਫੇਸਬੁੱਕ ਦੇ ਉੱਪਰ ਫੋਟੋ ਲੱਗੀ ਹੋਈ ਸੀ ਕੈਪ ਦੇ ਨਾਲ। ਹਾਂ ਤੇ ਇੱਕ ਵਾਰ ਕੀ ਹੋਇਆ ਜੀ, ਮੈਂ ਆਪਣੀ ਉਹ ਪ੍ਰੋਫਾਈਲ ਚੇਂਜ ਕਰਤੀ। ਮੈਂ ਪੱਗ ਬੰਨ੍ਹ ਕੇ ਰੱਖਦੀ, ਪੱਗ ਵਾਲੀ ਫੋਟੋ ਉਹਦੇ ਪ੍ਰੋਫਾਈਲ ਤੇ ਲਗਾ ਦਿੱਤੀ। ਅੱਛਾ ਤੁਸੀਂ ਇਹ ਗੱਲ ਇੱਥੇ ਥੋੜਾ ਜਿਹਾ ਰੋਕਣਾ ਚਾਹੂੰਗਾ, ਤੁਸੀਂ ਇਹ ਗੱਲ ਦੇਖ ਲਈ ਸੀ ਕਿ ਉੱਥੇ ਲੋਕੇਸ਼ਨ ਵੀ ਆਉਂਦੀ ਹੁੰਦੀ ਆ ਕਿ ਇਹ ਬੰਦਾ ਕਿੱਥੋਂ ਦਾ? ਨਹੀਂ ਜੀ, ਇਹਦੇ ਬਾਰੇ ਤਾਂ ਨਹੀਂ ਮੈਨੂੰ ਕੁਝ ਪਤਾ ਸੀਗਾ, ਹਾਂ ਕਿਉਂਕਿ ਮੈਂ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਯੂਜ਼ ਨਹੀਂ ਕਰਦਾ, ਇੰਨੀ ਮੈਨੂੰ ਨੌਲੇਜ ਹੈ ਨਹੀਂ ਸੀਗੀ। ਹੂੰ ਤੇ ਮੈਂ ਆਪਣੀ ਫੇਸਬੁੱਕ ਦੇ ਉੱਪਰ DP ਚੇਂਜ ਕੀਤੀ ਜੀ, ਪੱਗ ਵਾਲੀ ਲਾਈ। ਪਰ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਅਸਾਮ ਤੋਂ ਨੇ। ਹੂੰ ਅਸਾਮ ਬਾਰੇ ਮੈਂ ਸੁਣਿਆ ਸੀਗਾ, ਪਰ ਇਹ ਵੀ ਨਹੀਂ ਪਤਾ ਸੀ ਕਿ ਇਹਨਾਂ ਦੀ ਲੋਕੇਸ਼ਨ ਹੈ ਜਿਹੜੀ ਆਪਣੇ ਤੋਂ 2700-2800 ਕਿਲੋਮੀਟਰ ਦੂਰ ਆ। ਹੂੰ ਤੇ ਉਧਰ ਮਤਲਬ ਸਰਦਾਰ ਤਾਂ ਉਧਰ ਦੇਖਣ ਨੂੰ ਜ਼ਿਆਦਾ ਮਿਲਦੇ ਨਹੀਂ, ਜਾਂ ਤਾਂ ਆਪਣੇ ਪੰਜਾਬੀ ਜਿਹੜੇ ਭਰਾ ਉੱਥੇ ਆਰਮੀ 'ਚ ਨੇ ਉਹ ਦੇਖਣ ਨੂੰ ਮਿਲਦਾ। ਵੈਸੇ ਸਰਦਾਰ ਪੱਗ ਵਾਲੇ ਬੰਦੇ ਉੱਥੇ ਮਿਲਦੇ ਨਹੀਂ ਜਲਦੀ। ਹੂੰ ਤੇ ਜਦੋਂ ਮੈਂ ਆਪਣੀ ਪੱਗ ਵਾਲੀ DP ਲਾਈ ਤੇ ਇਹਨਾਂ ਦਾ ਰਿਪਲਾਈ ਆਇਆ, ਇਹਨਾਂ ਨੂੰ ਪਸੰਦ ਆਈ DP। ਹੂੰ ਕਹਿੰਦੇ ਵੀ ਇਹ ਤੁਹਾਡੀ ਫੋਟੋ ਨਹੀਂ, ਵੀ ਕਿਹਨਾਂ ਦੀ ਫੋਟੋ ਲਾਈ ਹੈ ਤੁਸੀਂ? ਹੂੰ ਮੈਂ ਆਖਿਆ ਨਹੀਂ, ਇਹ ਮੇਰੀ ਫੋਟੋ ਆ, ਮੈਂ ਪੱਗ ਬੰਨ੍ਹ ਕੇ ਰੱਖਦਾ, ਸਰਦਾਰ ਆ ਮੈਂ। ਕਹਿੰਦੇ ਨਹੀਂ ਤੁਹਾਡੀ ਨਹੀਂ ਹੋ ਸਕਦੀ, ਕਹਿੰਦੇ ਤੁਹਾਡੇ ਤਾਂ ਕੈਪ ਲਈ ਹੋਈ ਸੀਗੀ, ਹੂੰ ਵੀ ਜਿਹੜੇ ਸਰਦਾਰ ਹੁੰਦੇ ਉਹਨਾਂ ਦਾ ਕੇਸ ਰੱਖੇ ਹੁੰਦੇ ਨੇਗੇ, ਉਹ ਕੈਪ ਲੈ ਨਹੀਂ ਸਕਦੇ। ਮੈਂ ਬੋਲਿਆ ਨਹੀਂ ਮੈਂ ਉਹੀ ਆਂਗਾ। ਕਹਿੰਦੀ ਚਲੋ ਐਦਾਂ ਕਰੋ, ਤੁਸੀਂ ਮੈਨੂੰ ਇੱਕ ਵਾਰੀ ਫੋਨ ਕਰੋ, ਜੇ ਤੁਸੀਂ ਉਹ ਨਾ ਹੋਏ ਰੀਅਲ ਦੇ ਵਿੱਚ ਮੈਨੂੰ ਕਦੇ ਫੋਨ ਨਾ ਕਰੋ ਤੁਸੀਂ, ਮੈਂ ਤੁਹਾਨੂੰ ਬਲੌਕ ਕਰ ਦੂੰਗੀ। ਹੂੰ ਤੇ ਉਸ ਤੋਂ ਬਾਅਦ ਜੀ ਮੈਂ ਇਹਨਾਂ ਨੂੰ ਆਪਣਾ ਨੰਬਰ ਦਿੱਤਾ, ਕਾਲ ਕੀਤੀ। ਮੈਸੇਂਜਰ ਤੇ ਨੰਬਰ ਭੇਜਤਾ? ਹਾਂਜੀ ਮੈਸੇਂਜਰ ਤੇ ਆਪਣਾ WhatsApp ਨੰਬਰ ਭੇਜਤਾ ਜੀ ਇਹਨਾਂ ਨੇ। ਹੂੰ ਤੇ ਕਾਲ ਕੀਤੀ, ਆਡੀਓ ਕਾਲ ਕੀਤੀ ਜੀ। ਉਸ ਤੋਂ ਬਾਅਦ ਇਹਨਾਂ ਨੇ ਵੀਡੀਓ ਕਾਲ ਲਗਾਈ ਮੈਨੂੰ। ਵੀਡੀਓ ਕਾਲ ਦੇ ਵਿੱਚ ਇਹਨਾਂ ਨੇ ਮੈਨੂੰ ਦੇਖਿਆ, ਪੱਗ ਬੰਨੀ ਹੋਈ ਸੀ। ਉਸ ਤੋਂ ਬਾਅਦ ਬਹੁਤ ਇਹਨਾਂ ਨੂੰ ਖੁਸ਼ੀ ਹੋਈ, ਕਹਿੰਦੀ ਹਾਂ ਤੁਸੀਂ ਜਿਵੇਂ ਕਿਹਾ ਸੀਗਾ ਤੁਸੀਂ ਉਹੀ ਹੋਗੇ। ਮੈਂ ਕਹਿੰਦੀ ਤੁਸੀਂ ਪੰਜਾਬ ਤੋਂ? ਕਿ ਮੈਂ ਹਾਂਜੀ ਮੈਂ ਪੰਜਾਬ ਤੋਂ ਆ। ਤੇ ਉਸ ਤੋਂ ਬਾਅਦ ਸਾਡੀ ਹੌਲੀ ਹੌਲੀ ਗੱਲ ਅੱਗੇ ਵਧਣ ਲੱਗ ਗਈ। ਜਿਵੇਂ ਸ਼ਾਮ ਨੂੰ ਘੰਟਾ 2-2 ਘੰਟੇ ਗੱਲ ਕਰਨ ਲੱਗ ਗਏ। ਸ਼ਾਮ ਦੇ ਟਾਈਮ, ਮਾਰਨਿੰਗ ਟਾਈਮ ਉੱਠਣ ਤੋਂ 5 ਵਜੇ ਇੱਕ ਦੂਜੇ ਨੂੰ ਕਾਲ ਲਾ ਲੈਣੀ, ਗੱਲ ਕਰਦੇ ਰਹਿਣੇ, 8 ਵਜੇ ਤੱਕ ਕਰਦੇ ਰਹਿੰਦੇ ਜੀ। ਤੇ ਉਸ ਤੋਂ ਬਾਅਦ ਗੱਲ ਵੱਧਦੀ ਗਈ ਜੀ। ਤੇ ਇੱਕ ਦਿਨ ਸ਼ਾਮ ਨੂੰ ਮਤਲਬ ਗੱਲ ਇਹਨਾਂ ਦੀ ਇੱਥੇ ਤੱਕ ਵੱਧ ਗਈ, ਮੈਰਿਜ ਲਈ ਰਾਜੀ ਹੋ ਗਏ। ਇਹ ਰਾਜੀ ਹੋ ਗਏ? ਹਾਂਜੀ। ਪਹਿਲਾਂ ਆਖਿਆ ਕਿਹਨੇ ਸੀ ਮੈਰਿਜ ਲਈ? ਤੁਸੀਂ ਇਹਨਾਂ ਨੂੰ ਆਖਿਆ ਜਾਂ ਇਹਨਾਂ ਨੇ ਤੁਹਾਨੂੰ ਆਖਿਆ? ਨਹੀਂ ਮੈਰਿਜ ਲਈ ਤਾਂ ਮੈਂ ਹੀ ਕਿਹਾ ਸੀਗਾ, ਪਰ ਇਹਨਾਂ ਨੇ ਇਗਨੋਰ ਨਹੀਂ ਕੀਤਾ ਜੀ ਮੈਨੂੰ। ਤੇ ਉਸ ਤੋਂ ਬਾਅਦ ਹਰ ਰੋਜ਼ ਗੱਲ ਹੁੰਦੀ ਸੀ 2-2 4-4 ਘੰਟੇ। ਤੇ ਇੱਕ ਵਾਰ ਮੈਨੂੰ ਚੰਗੇ ਲੱਗਣ ਲੱਗ ਗਏ, ਵੀ ਇਹਨਾਂ ਨੂੰ ਮੈਂ ਚੰਗਾ ਲੱਗਣ ਲੱਗ ਗਿਆ। ਫਿਰ ਮੈਂ ਸੋਚਿਆ ਜੇ ਆਪਾਂ ਚੱਲ ਵਿਆਹ ਦੀ ਗੱਲ ਕਰਦੇ ਇਹਨਾਂ ਨਾਲ, ਵੀ ਦੇਖ ਲੈਣਗੇ, ਕਿਉਂਕਿ ਉਦੋਂ ਇੱਕ ਤਾਂ ਲੋਕੇਸ਼ਨ ਦਾ ਨਹੀਂ ਪਤਾ ਸੀਗਾ ਵੀ ਕਿੰਨੇ ਕੁ ਦੂਰ ਹੋਣਾ। ਮੈਂ ਸੋਚਿਆ ਵੀ ਚਲੋ ਜ਼ਿਆਦਾ ਤੋਂ ਜ਼ਿਆਦਾ 500-700 ਕਿਲੋਮੀਟਰ ਹੋਣਾ, 1000 ਕਿਲੋਮੀਟਰ ਹੋਣਾ, ਕਿੰਨੇ ਕੁ ਟ੍ਰੇਨ ਦੇ ਉੱਤੇ 4-5 ਘੰਟਿਆਂ ਦੇ ਚੱਲ ਜਾਾਂਗੇ। ਤੇ ਮੈਂ ਇਹਨਾਂ ਕੋਲ ਵਿਆਹ ਦਾ ਜ਼ਿਕਰ ਕੀਤਾ ਵੀ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾਗਾ। ਤੇ ਇਹ ਵੀ ਕਹਿੰਦੇ ਵੀ ਹਾਂ ਵੀ ਤੁਸੀਂ ਮੈਨੂੰ ਪਸੰਦ ਹੋ, ਚੰਗੇ ਲੱਗਦੇ ਹੋ, ਵੀ ਮੈਂ ਘਰ ਗੱਲ ਕਰ ਲੈਂਦੀ ਹੈਗੀ। ਅੱਛਾ ਇਹਨਾਂ ਨੇ ਮਨਾ ਨਹੀਂ ਕੀਤਾ? ਇਹਨਾਂ ਨੇ ਮਨਾ ਨਹੀਂ ਕੀਤਾ ਜੀ। ਤੇ ਪਹਿਲਾਂ ਮੈਂ ਆਪਣੀ ਮੰਮੀ ਨਾਲ ਹੀ ਗੱਲ ਕੀਤੀ ਜੀ, ਛੋਟੇ ਭਰਾ ਨਾਲ ਵੀ ਨਹੀਂ ਕੀਤੀ। ਇਹਨਾਂ ਬਾਰੇ ਪਹਿਲਾਂ ਮੈਂ ਮੰਮੀ ਕੋਲ ਜ਼ਿਕਰ ਕੀਤਾ ਵੀ ਇੱਕ ਕੁੜੀ ਨੂੰ ਮੈਂ ਪਸੰਦ ਕਰਦਾ, ਚੰਗੀ ਲੱਗਦੀ ਹੈਗੀ। ਉਹਨਾਂ ਦੀ ਫੋਟੋ ਵੀ ਦਿਖਾਈ ਜੀ ਜਿਹੜੀ ਉੱਥੇ ਲੱਗੀ ਲਾਈ ਹੋਈ ਸੀ ਇਹਨਾਂ ਦੀ DP ਤੇ। ਤੇ ਮੰਮੀ ਨੇ ਵੀ ਇਹਨਾਂ ਨੂੰ ਪਸੰਦ ਕੀਤਾ। ਤੇ ਉਦੋਂ ਡਿਊਟੀ ਟਾਈਮ ਸੀਗੇ, ਮੈਂ ਵੀਡੀਓ ਕਾਲ ਕੀਤੀ, ਮੰਮੀ ਨੇ ਨਾਲ ਗੱਲ ਕਰਵਾਈ ਵੀਡੀਓ ਕਾਲ ਤੇ ਜੀ। ਇਹਨਾਂ ਦੀ ਡਿਊਟੀ ਟਾਈਮ, ਇਹ ਸਕੂਲ ਦੇ ਵਿੱਚ ਡਿਊਟੀ ਕਰ ਰਹੇ ਸੀ ਉਦੋਂ, ਨਾਲ ਸਟਾਫ ਸੀ ਇਹਨਾਂ ਦਾ, ਸਾਰਿਆਂ ਨੇ ਗੱਲ ਕੀਤੀ ਸੀ। ਮੰਮੀ ਨੂੰ ਵੀ ਪਸੰਦ ਆ ਗਈ। ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਆਪਣੇ ਘਰ ਗੱਲ ਕਰੋ, ਵੀ ਕੀ ਕਹਿੰਦੇ ਨੇ ਤੁਹਾਡੇ ਘਰ ਦੇ, ਤੇ ਫਿਰ ਆਪਾਂ ਦੇਖ ਦਿਆਂਗੇ। ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਘਰ ਗੱਲ ਕੀਤੀ ਜੀ, ਆਪਣੀ ਸਿਸਟਰ ਨਾਲ। ਮੰਮੀ ਡੈਡੀ ਨਾਲ ਇਹਨਾਂ ਨੇ ਵੀ ਨਹੀਂ ਗੱਲ ਕੀਤੀ, ਥੋੜਾ ਡਰਦੇ ਸੀਗੇ ਮੰਮੀ ਡੈਡੀ ਤੋਂ। ਸਿਸਟਰ ਨਾਲ ਗੱਲ ਕੀਤੀ, ਜੀਜਾ ਜੀ ਨਾਲ ਗੱਲ ਕੀਤੀ, ਉਹਨਾਂ ਨੇ ਫਿਰ ਮੇਰੇ ਨਾਲ ਵੀ ਗੱਲ ਕੀਤੀ ਜੀ ਦੁਬਾਰਾ। ਤੇ ਮੈਂ ਆਪਣੇ ਬਾਰੇ ਦੱਸਿਆ ਉਹਨਾਂ ਨੂੰ, ਪਰ ਉਹਨਾਂ ਨੂੰ ਮੈਂ ਉਸ ਟਾਈਮ ਆਪਣੀ ਪਹਿਲਾਂ ਮੈਰਿਜ ਬਾਰੇ ਨਹੀਂ ਦੱਸਿਆ ਸੀਗਾ ਕਿ ਮੈਂ ਹੁਣ ਕੀ ਕਰ ਰਿਹਾ, ਹਸਪੀਟਲ ਦੇ ਵਿੱਚ ਜੌਬ ਕਰ ਰਿਹਾ, ਉਹਦੇ ਬਾਰੇ ਉਹਨਾਂ ਨੂੰ ਮੈਂ ਦੱਸਤਾ ਸੀਗਾ। ਤੇ ਉਹ ਵੀ ਰਾਜ਼ੀ ਹੋ ਗਏ ਸੀਗੇ। ਤੇ ਮੈਂ ਕਿਹਾ ਸੀਗਾ ਵੀ ਤੁਸੀਂ ਇਹਨਾਂ ਦੇ ਮੰਮੀ ਪਾਪਾ ਨਾਲ ਗੱਲ ਕਰਕੇ ਉਹਨਾਂ ਨੂੰ ਮਨਾ ਲਓ ਇੱਕ ਵਾਰੀ, ਵੀ ਉਸ ਤੋਂ ਬਾਅਦ ਆਪਾਂ ਵਿਆਹ ਕਰਾਵਾਂਗੇ।
ਤੇ ਅੱਛਾ ਮੈਨੂੰ ਆਂਟੀ ਇਹ ਗੱਲ ਦੱਸਿਓ ਕਿ ਜਦੋਂ ਬਾਈ ਨੇ ਤੁਹਾਡੀ ਗੱਲ ਕਰਾਈ ਵੀਡੀਓ ਕਾਲ ਦੇ ਉੱਤੇ, ਬਾਈ ਨੇ ਤੁਹਾਨੂੰ ਇਹ ਗੱਲ ਦੱਸਤੀ ਸੀ ਕਿ ਕੁੜੀ ਆਪਣੇ ਤੋਂ ਬਹੁਤ ਦੂਰ ਆ, 2600-2700 ਕਿਲੋਮੀਟਰ ਹੈ, ਜਿੱਥੇ ਜਾਣ ਨੂੰ ਤਾਂ ਬਹੁਤ ਦਿਨ ਲੱਗ ਜਾਂਦੇ ਆ, ਦੱਸਤੀ ਸੀ ਬਾਈ ਨੇ ਤੁਹਾਨੂੰ ਇਹ ਗੱਲ ਤਾਂ ਪੁੱਤ ਦੱਸ ਦਿੱਤੀ ਵੀ ਬਹੁਤ ਜ਼ਿਆਦਾ ਦੂਰ ਆ, ਵੀ ਜਾ ਤਾਂ ਸਕਦੇ ਨਹੀਂ। ਤੇ ਮੈਂ ਇਹਨੂੰ ਮੋੜ ਕੇ ਆਏ ਆਖਿਆ ਪੁੱਤ ਜਾਏ ਆਏ ਬਿਨਾਂ ਆਪਾਂ ਨੂੰ ਸਰਦਾ ਨਹੀਂ ਹੈਗਾ, ਵੀ ਆਪਾਂ ਨੂੰ ਰਿਸ਼ਤੇਦਾਰ ਬਿਨਾਂ ਜਮੀ ਨਹੀਂ ਸਰਦਾ ਹੈਗਾ, ਵੀ ਤੂੰ ਐਡੀ ਦੂਰ ਉਹ ਤਾਂ ਵਿਆਹ ਕਰਵਾਈ ਨਾ, ਵੀ ਚੱਲ ਜੇ ਤੂੰ ਚਾਹਣਾ ਤੂੰ ਕਰਵਾ ਲਾ, ਕੇਰਾਂ ਆਪਾਂ ਲਿਆਵਾਂਗੇ, ਉਦੋਂ ਬਾਅਦ ਸਾਲ 2 ਸਾਲ ਬਾਅਦ ਤੁਸੀਂ ਜਾ ਆਇਆ ਕਰਿਓ, ਵੀ ਚੱਲ ਆਪਣੀ ਤਾਂ ਬੱਚੀ ਨੂੰ ਸਾਂਭਣ ਵਾਲੀ ਹੋਵੇ, ਆਪਾਂ ਨੂੰ ਦੂਰ ਨੇੜੇ ਦਾ ਕੋਈ ਫਰਕ ਨਹੀਂ ਪੈਂਦਾ। ਮੰਨ ਗਏ ਸੀ ਤੁਸੀਂ? ਹਾਂ ਮੈਂ ਮੰਨ ਗਈ ਤੇ ਪੁੱਤ, ਮੈਨੂੰ ਤਾਂ ਐ ਤੀ ਵੀ ਰੋਟੀ ਪੱਕਦੀ ਹੋਵੇ ਕਿਤੋਂ ਮਰਜ਼ੀ ਲਿਆ। ਅੱਛਾ, ਇੰਨੀ ਵੀ ਤੰਗੀ ਚ ਆ ਰਹੀ ਤੀ ਮੈਂ। ਅੱਛਾ, ਕਿਉਂ ਸਵੇਰੀ ਕੁੜੀ ਤਿਆਰ ਕਰਨੀ, ਸਕੂਲ ਦੇ ਰੋਟੀ ਬਣਾਉਣੀ, ਘਰ ਦਾ ਡੰਗਰ ਪਸ਼ੂ ਸਾਂਭਣਾ, ਮੈਂ ਉਹਦੇ ਕਰਕੇ ਬਹੁਤ ਔਖੀ ਸੀਗੀ। ਮੈਂ ਇਹਨੂੰ ਕਿਹਾ ਵੀ ਜਿੱਥੋਂ ਵੀ ਤੈਨੂੰ ਕੁੜੀ ਲੱਭਦੀ ਆ ਚਾਹੇ ਤਾਂ ਲਿਆ, ਨਹੀਂ ਪੁੱਤ ਮੈਂ ਤੇਰਾ ਰਿਸ਼ਤਾ ਲੈਣੀ ਆ। ਇਹ ਉਰੇ ਰਿਸ਼ਤਾ ਲੈਣ ਨੂੰ ਮੰਨੀ ਨਹੀਂ ਹੈਗਾ। ਅੱਛਾ, ਮੈਂ ਬਹੁਤ ਕਿਹਾ, ਮੇਰੀ ਗਵਾਂਢਣ ਨੇ ਵੀ ਕਿਹਾ ਵੀ ਮੈਂ ਰਿਸ਼ਤਾ ਕਰਾਉਣੀ ਆ, ਵੀ ਤੂੰ ਰਿਸ਼ਤਾ ਕਿਹੋ ਜਿਹਾ ਲੈਣੀ ਆ। ਮੈਂ ਆਖਿਆ ਵੀ ਮੁੰਡੇ ਨੇ ਮਹਾ ਫੇਸਬੁੱਕ ਤੇ ਗੱਲ ਕਰ ਰੱਖੀ ਆ। ਤੁਹਾਨੂੰ ਪਤਾ ਫੇਸਬੁੱਕ ਕੀ ਹੁੰਦੀ ਆ? ਐ ਨਹੀਂ ਮੈਨੂੰ ਪੁੱਤ ਪਤਾ ਹੈਗਾ, ਇਹ ਜਵਾਕ ਦੱਸ ਦਿੰਦੇ ਨੇਗੇ। ਅੱਛਾ, ਵੀ ਉਹ ਤੇ ਗੱਲ ਕਰ ਰੱਖੀ, ਉਹ ਰਿਸ਼ਤਾ ਲੈਂਦਾ ਨਹੀਂ ਹੈਗਾ। ਅੱਛਾ, ਤੇ ਆਂਟੀ ਮੈਨੂੰ ਇੱਕ ਹੋਰ ਗੱਲ ਦੱਸਿਓ ਕਿ ਅਕਸਰ ਸਾਡੇ ਪਿੰਡਾਂ ਦੀਆਂ ਗੱਲਾਂ, ਸਾਡੇ ਪੰਜਾਬ ਦੇ ਲੋਕ ਇਹ ਸਮਝਦੇ ਹੁੰਦੇ ਆ ਕਿ ਜਿਹੜਾ ਫੇਸਬੁੱਕ ਵਾਲਾ ਪਿਆਰ ਹੁੰਦਾ ਜਾਂ ਵਿਆਹ ਵੂ ਹੁੰਦੇ ਆ ਹਨਾ, ਇਹ ਜ਼ਿਆਦਾ ਟਾਈਮ ਦੀ ਖੇਡ ਨਹੀਂ ਹੁੰਦੇ ਹੈਗੇ, ਵੀ ਇਹ ਇਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਕੋਈ ਮੂਰਖ ਵੀ ਬਣਾ ਰਿਹਾ ਹੋ ਸਕਦਾ। ਤੁਹਾਨੂੰ ਇਹ ਗੱਲਾਂ ਹੋਈਆਂ ਸੀ? ਪਿੰਡ ਵਾਲਿਆਂ ਨੇ ਦੱਸੀਆਂ ਸੀ ਗੱਲਾਂ ਵੀ ਭਾਈ ਮੂਰਖ ਵੀ ਬਣ ਸਕਦਾ ਤੁਹਾਡਾ ਮੁੰਡਾ? ਮੂਰਖ ਤਾਂ ਪੁੱਤ ਬਹੁਤ ਨੇ ਕਿਹਾ ਤੀ ਵੀ ਇਹਦਾ ਦਿਮਾਗ ਹੱਲੂਗਾ। ਅੱਛਾ, ਵੀ ਇਹ ਐਡੀ ਦੂਰ ਉਹ ਕਰ ਰਿਹਾ, ਵਿਆਹ ਕਰਵਾ ਰਿਹਾਗਾ, ਵੀ ਕਿਸੇ ਤੇ ਕੀ ਭਰੋਸਾ ਹੈਗਾ। ਖੁਦ ਮੈਨੂੰ ਭਰੋਸਾ ਨਹੀਂ ਤੀ। ਅੱਛਾ, ਭਰੋਸਾ ਨਹੀਂ ਸੀ? ਮੈਨੂੰ ਭਰੋਸਾ ਨਹੀਂ ਤੀ। ਮੈਂ ਆਖਿਆ ਮੈਂ ਤੈਨੂੰ ਜਾਣ ਨਹੀਂ ਦਿੰਦੀ, ਹਾਂ, ਕੀ ਪਤਾ ਤੇਰੀ ਕੁੱਟਮਾਰ ਹੋ ਜਾਏ, ਅਗਲਾ ਆਖੇ ਕਿੱਡੀ ਦੂਰ ਕੁੜੀ ਨਾਲ ਵਿਆਹ ਕਰਵਾਉਣ ਆਇਆ, ਵੀ ਮੈਂ ਤੈਨੂੰ ਜਾਣ ਨਹੀਂ ਦਿੰਦੀ ਹੈਗੀ। ਇਹ ਫਿਰ ਮੈਥੋਂ ਚੋਰੀਆਂ ਵਗ ਗਿਆ, ਆਪਦੇ ਮਿੱਤਰ ਦੋਸਤਾਂ ਨੂੰ ਦੱਸ ਕੇ ਗਿਆ। ਅੱਛਾ, ਤੇ ਬਾਈ ਆਪਾਂ ਤੁਹਾਡੇ ਨਾਲ ਗੱਲ ਕਰੀਏ ਕਿ ਜਦੋਂ ਤੁਸੀਂ ਇਹਨਾਂ ਨੂੰ ਕਹਿ ਦਿੰਦੇ ਹੋ ਕਿ ਘਰਦਿਆਂ ਨਾਲ ਚਲੋ ਗੱਲ ਕਰ ਲਓ, ਤੁਸੀਂ ਵਿਆਹ ਦੀ ਗੱਲ ਕਰ ਲਓ ਹਨਾ, ਇਹ ਆਪਣੇ ਭੈਣ ਭਰਾਵਾਂ ਨਾਲ ਗੱਲ ਕਰਦੇ ਆ, ਤੇ ਫਿਰ ਉਦੋਂ ਬਾਅਦ ਕੀ ਬਣਦਾ ਗਾ? ਘਰ ਦੇ ਸੌਖੇ ਮੰਨ ਜਾਂਦੇ ਆ? ਇਹਦੇ ਮੰਮੀ ਪਾਪਾ ਤਾਂ ਮੰਨੇ ਨਹੀਂ ਹੈਗੀ ਜਲਦੀ, ਕਹਿੰਦੇ ਆਪਾਂ ਕਿਹੜਾ ਕਿਸੇ ਨੂੰ ਜਾਣ ਦਾਂਗੇ। ਜਿਵੇਂ ਆਪਣੇ ਅੰਦਰ ਡਰ ਸੀਗਾ ਉਦਾਂ ਦੀ ਡਰ ਇਹਨਾਂ ਦੇ ਅੰਦਰ ਵੀ ਸੀਗਾ। ਉਹੀ ਡਰ ਇਹਨਾਂ ਦੇ ਅੰਦਰ ਤੀ ਕਿ ਪਤਾ ਨਹੀਂ ਕਿੱਥੇ ਕੌਣ ਮੁੰਡਾ ਗਾ ਕੀ ਕਰਦਾ, ਵੀ ਕਿਤੇ ਬੁਲਾ ਕੇ ਸਾਨੂੰ ਲੁੱਟ ਨਾ ਲਵੇ, ਕੁੱਟ ਮਾਰ ਨਾ ਹੋ ਜੇ, ਲੁੱਟ ਖੋਹ ਨਾ ਕਰ ਲੈ, ਜਾਂ ਉੱਥੇ ਕਿਤੇ ਬੰਦਕ ਬਣਾ ਕੇ ਰੱਖ ਲੇ। ਇਹ ਡਰ ਇਹਨਾਂ ਦੇ ਮਨ ਦੇ ਵਿੱਚ ਵੀ ਸੀਗਾ ਜੀ ਉਦੋਂ। ਤੇ ਸ਼ਾਮ ਦੇ ਵੇਲੇ ਇੱਕ ਵਾਰੀ ਇਦਾਂ ਦਾ ਵੀ ਹਾਲਾਤ ਹੋ ਗਏ ਸੀਗੇ ਕਿ ਜਦੋਂ ਇਹਨਾਂ ਨਾਲ ਮੈਂ ਗੱਲ ਕੀਤਾ ਸੀ, ਕਿਉਂਕਿ ਮੈਂ ਬੱਚੀ ਦਾ ਜ਼ਿਕਰ ਨਹੀਂ ਕੀਤਾ ਸੀ ਇਹਨਾਂ ਕੋਲ, ਤੇ ਬੱਚੀ ਆਈ ਤੇ ਮੈਨੂੰ ਕਹਿੰਦੀ ਪਾਪਾ ਮੇਰੀ ਗੱਲ ਸੁਣੋ, ਤੇ ਇਹਨਾਂ ਨੇ ਸੁਣ ਲਿਆ। ਕਹਿੰਦੀ ਤੁਹਾਡੀ ਤਾਂ ਮੈਰਿਜ ਹੋਈ ਹੈਗੀ, ਤੁਸੀਂ ਤਾਂ ਵਿਆਹੇ ਹੋਏ ਹੋ, ਵੀ ਤੁਸੀਂ ਮੈਨੂੰ ਧੋਖਾ ਦੇ ਰਹੇ ਹੋਗੇ, ਵੀ ਨਾਲੇ ਆਪਣੇ ਪਰਿਵਾਰ ਨੂੰ ਧੋਖਾ ਦੇ ਰਹੇ ਹੋ। ਤੇ ਮੈਂ ਇਹਨਾਂ ਨੂੰ ਕਾਫੀ ਸਮਝਾਇਆ, ਪਰ ਇਹਨਾਂ ਨੇ ਇਹ ਬੋਲਤਾ ਵੀ ਤੁਸੀਂ ਉਹ ਨਾ ਕਰੋ, ਮੇਰੇ ਨਾਲ ਗੱਲ ਨਾ ਕਰਿਓ ਅੱਜ ਤੋਂ ਬਾਅਦ ਨਾ ਮੈਨੂੰ ਫੋਨ ਕਰਿਓ, ਨਾ ਮੈਸੇਜ ਕਰਿਓ, ਤੇ ਬਲੌਕ ਨਹੀਂ, ਮੈਂ ਤੁਹਾਨੂੰ ਬਲੌਕ ਕਰ ਦੇਣਾ। ਤੇ ਹਰ ਰੋਜ਼ ਗੱਲ ਕਰਦੇ ਸੀਗੇ, ਤੇ ਉਦੋਂ ਐਦਾਂ ਲੱਗਿਆ ਕਿ ਜਿਵੇਂ ਵੀ ਆਪਣਾ ਵਿਆਹ ਹੁੰਦਾ ਦੁਬਾਰੇ ਫੇਰ ਟੁੱਟ ਗਿਆ। ਐਦਾਂ ਲੱਗਿਆ ਵੀ ਦੁਬਾਰਾ ਵਿਆਹ ਹੁੰਦਾ ਵਿਆਹ ਤੱਕ ਗੱਲ ਚਲੀ ਗਈ ਵੀ ਯਾਰ, ਕਿਉਂਕਿ ਹਿੰਮਤ ਨਹੀਂ ਸੀਗੀ ਦੱਸਣ ਦੀ ਇਹਨਾਂ ਨੂੰ ਕਿ ਮੇਰੇ ਤਾਂ ਪਹਿਲਾਂ ਇੱਕ ਬੱਚੀ ਹੈਗੀ, ਕਿ ਵਿਆਹ ਹੋਇਆ ਹੈਗਾ। ਡਰ ਜਾ ਲੱਗਦਾ ਸੀਗਾ ਵੀ ਕਿਤੇ ਦੁਬਾਰੇ ਯਾਰ ਖੋ ਨਾ ਦੇਵਾਂ। ਪਰ ਇਹਨਾਂ ਨੂੰ ਪਤਾ ਲੱਗ ਗਿਆ। ਅਗਲੇ ਦਿਨ ਇਹਨਾਂ ਨੂੰ ਆਪਣੇ ਮੇਰਾ ਕਾਲ ਤੱਕ ਚੱਕਦੇ ਨਹੀਂ ਸੀ, ਮੰਮੀ ਵਾਲੇ ਫੋਨ ਤੋਂ ਕਾਲ ਕੀਤੀ, ਤੇ ਇਹਨਾਂ ਨੂੰ ਜੀ ਮੈਂ ਸਾਰਾ ਕੁਝ ਦੱਸਦਾ ਕਿ ਜਦੋਂ ਮੇਰਾ ਤਲਾਕ ਹੋਇਆ ਮੇਰੀ ਬੱਚੀ ਦੀ ਉਮਰ 8 ਮਹੀਨੇ ਦੀ ਸੀ। ਤੇ ਫਿਰ ਇਹਨੇ ਪੁੱਛਿਆ ਵੀ ਬੱਚੀ ਮੰਮੀ ਨੂੰ ਯਾਦ ਨਹੀਂ ਕਰਦੀ? ਮੈਂ ਕਿਹਾ 8 ਮਹੀਨੇ ਦੀ ਬੱਚੀ ਨੂੰ ਕੀ ਪਤਾ ਹੁੰਦਾ ਹੈਗਾ ਮਾਂ-ਬਾਪ ਬਾਰੇ। ਜਿਹੜੇ ਮੇਰੀਆਂ ਭਾਬੀਆਂ ਨੇਗੀਆਂ ਉਹਨਾਂ ਨੂੰ ਮੰਮੀ ਕਹਿੰਦੀ ਹੈ, ਤਾਂ ਜਾਂ ਮੇਰੀ ਮੰਮੀ ਨੂੰ ਮੰਮੀ ਕਹਿੰਦੀ ਆ, ਇਹਨੂੰ ਮੰਮੀ ਬਾਰੇ ਕੁਝ ਨਹੀਂ ਪਤਾ ਹੈਗਾ। ਫਿਰ ਇਹ ਕਹਿੰਦੇ ਜੀ ਚਲੋ ਠੀਕ ਆ, ਵਧੀਆ ਹੋਇਆ ਤੁਸੀਂ ਨੇ ਵੀ ਜੋ ਗੱਲ ਹੈਗੀ ਜੀ ਸੱਚ ਦੱਸਤੀ, ਤੇ ਮੈਂ ਹੁਣ ਤੁਹਾਡੇ ਨਾਲ ਹੀ ਵਿਆਹ ਕਰਾਉਣਾ ਮੈਂ ਵੀ। ਅੱਛਾ, ਹਾਂ, ਵੀ ਤੁਸੀਂ ਕੋਈ ਗੱਲ ਨਹੀਂ ਲੁਕੋਈ। ਤੇ ਇੱਕ ਗੱਲ ਉਹ ਵੀ ਸੀ, ਤੁਸੀਂ ਕਹਿੰਦੇ ਵੀ ਮੈਨੂੰ ਜਦੋਂ ਇਹਨਾਂ ਨੇ ਮੈਨੂੰ ਬਲੌਕ ਕਰਤਾ ਤਾਂ ਮੈਂ ਬਹੁਤ ਪਰੇਸ਼ਾਨ ਹੋਇਆ ਬਾਈ, ਮੈਂ ਕਦੇ ਅੱਜ ਤੱਕ ਦਾਰੂ ਨਹੀਂ ਪੀਤੀ ਹੈਗੀ। ਹਾਂ, ਦਿਮਾਗ ਤੇ ਟੈਨਸ਼ਨ ਤਾਂ ਬਹੁਤ ਹੋਈ ਸੀ, ਕਦੇ ਸ਼ਰਾਬ ਨਸ਼ਾ ਕਦੇ ਕੀਤਾ ਨਹੀਂ। ਉਹਦੇ ਸੀ ਮੈਂ 2 ਬੋਤਲਾਂ ਬੀਅਰ ਦੇ ਜ਼ਰੂਰ ਪੀਤੀਆਂ, ਕਿਉਂਕਿ ਮੇਰੇ ਵਿੱਚ ਵੀ ਹਿੰਮਤ ਹੈ ਨਹੀਂ ਸੀ ਇਹਨਾਂ ਨੂੰ ਬੋਲਣ ਦੀ ਵੀ ਸੱਚ ਕਿਵੇਂ ਦੱਸਾਂ, ਵੀ ਮੈਂ ਤੇਥੋਂ ਗੱਲ ਕੋਈ ਲੁਕੋਈ ਬੈਠਾ ਹੈਗਾ। ਤਾਂ ਫਿਰ ਉਹ ਮੈਂ 2 ਬੋਤਲਾਂ ਬੀਅਰ ਦੀਆਂ ਪੀਤੀਆਂ ਜੀ। ਉਸ ਤੋਂ ਬਾਅਦ ਇਹਨਾਂ ਨੂੰ ਕਾਲ ਕੀਤਾ ਮੰਮੀ ਵਾਲੇ ਤੋਂ, ਫਿਰ ਇਹਨਾਂ ਨੂੰ ਸਭ ਕੁਝ ਸੱਚ ਦੱਸਤਾ ਜੀ ਮੈਂ। अच्छा, हाँ जी। जब आपने
इन्होंने आपको बोल दिया कि मैं आपसे शादी करवाना चाहता हूँ, तो आपने अपनी सिस्टर से बात की है ना? हाँ जी। तो उन्होंने आपके पेरेंट्स से बात की थी? जी, दीदी ने तो बताया था कि प्यार करती है पंजाब का लड़का से, तो मम्मी ने बोला नहीं, इतने दूर की लड़का है और हम लोग भरोसा नहीं कर सकते, तो मम्मी ने मना कर दी। पापा को पता चल गया था आपके? हाँ, पापा सभी क्या- को बताया था, मैंने रिश्तेदारों को, गांव के लोगों को, दोस्त सभी इनसे बात करते थे। अच्छा, नहीं, जब आपने ये बताया कि लड़का पंजाब का है, इतनी दूर का है, आपको डर नहीं लगा, आपकी फैमिली को डर नहीं लगा कि आपको कुछ भी हो सकता है वहाँ? हाँ, फैमिली तो बहुत डर गए थे, क्या होगा वहाँ ले जाके, क्या करेंगे तुम्हारे साथ, कुछ भी हादसा हो सकता है। पर मुझे बिल्कुल भी डर नहीं लगी। डर नहीं लगा? मतलब बहुत ही पॉजिटिव सोचती थी उनके बारे में ना, मतलब थोड़ा भी कुछ भी डर क्या होगा मेरे साथ आगे जाके, बिल्कुल भी नहीं। मुझे मतलब कुछ इनमें कुछ सच्चाई दिखाई दी, मतलब ना इनकी बातों से, ये सब मुझे अच्छी लगी और छुपाया कुछ नहीं। और एक बात मुझे बहुत अच्छी लगी ये थी कि इन्होंने मुझे सारे फैमिली से बात कराया और धीरे धीरे फिर मुझे बच्ची से बात कराया। रोज़ बच्ची से मैं बात करने लगी, वो मुझे मम्मा बोल के बोलने लगी, बुलाने लगी। तो ऐसा करते करते बात शादी तक पहुंच गई और हम आ गए। अच्छा, तो जब आप ये आपको एक मैं बात और करना चाहूँगा, ये भी एक बड़ी दिलचस्प बात है कि आप वहाँ पे पुलिस में भी जॉब करते हैं, आप टीचिंग भी करते हैं, बहुत ज़्यादा वेल क्वालिफाइड हैं आप, है ना? तो आपने इनके लिए सारा कुछ छोड़ दिया? वो हाँ, गवर्नमेंट जॉब तक भी छोड़ दी? आपको अफसोस नहीं लगा कि नहीं, मैं वहाँ पर इतने पैसों में थी, यहाँ इनकी फैमिली थोड़ी सी नॉर्मल सी है? नहीं, मतलब बात ये है ना, पैसा तो यहाँ भी कमा सकते हैं, अगर प्यारे ना हो तो पैसा किस काम का? पैसा इम्पोर्टेंस नहीं है, पैसा तो हम दोनों भी मिलके कमा सकते हैं, चाहे हालत जो भी हो, लेकिन प्यार होना चाहिए। क्या बात है। और उनमें मुझे मतलब प्यार दिखाई दिया। और सबसे बड़ी बात ये होती है कि एक लड़की के लिए हस्बैंड का साथ ज़रूरी होता है, प्यार ज़रूरी होता है, तो उनमें ये सब चीज़ थी, इसी चीज़ को लेके मैं, एक अट्रैक्शन थी, एक प्यार हाँ, था। बहुत अट्रैक्शन तो बस कुछ दिन के लिए होती है ना, मुझे प्यार था, दिल से प्यार था। तो ਅੱਛਾ ਤੇ ਬਾਈ ਇਹ ਪੂਰੀ ਮਨ ਚ ਧਿਆ ਲੈਨੇ ਹੋ ਹਨਾ ਵੀ ਵਿਆਹ ਕਰਾਉਣਾ ਆਪਾਂ ਆਸਾਮ ਚ ਹੀ ਜਾਣਾ ਹਨਾ, ਤੇ ਜੇ ਆਪਣੇ ਪੰਜਾਬ ਚ ਵਿਆਹ ਹੋਵੇ ਤਾਂ ਗੱਡੀਆਂ ਦੀਆਂ ਬਰਾਤਾਂ ਵਾਲੀਆਂ ਗੱਡੀਆਂ ਦੀਆਂ ਲਾਈਨਾਂ ਬਹੁਤ ਲੰਮੀਆਂ ਲੱਗੀਆਂ ਹੁੰਦੀਆਂ ਨੇ ਹਨਾ, ਕਿ ਪਿੰਡ ਜਾਂਦਾ ਹੁੰਦਾ ਸਾਰਾ ਬਰਾਤ। ਪਰ ਤੁਹਾਡਾ ਵੱਖਰਾ ਕਿੱਸਾ ਇਹ ਹੈ ਕਿ ਤੁਸੀਂ ਇਕੱਲੇ ਹੀ ਚੱਲ ਪੈਂਦੇ ਹੋ ਆਸਾਮ ਨੂੰ। ਇਹ ਕੀ ਗੱਲ ਹੁੰਦੀ ਹੈ, ਇਹੋ ਜਿਹੀ ਗੱਲ ਕਿਹੜੀ ਦਿਲ ਚ ਆ ਜਾਂਦੀ ਹੈ ਵੀ ਠਾਣ ਲੈਂਦੇ ਹੋ ਵੀ ਅੱਜ ਹੁਣ ਵਿਆਹ ਕਰਾ ਕੇ ਹੀ ਮੁੜਨਾ, ਆਸਾਮ ਜਾਣਾ ਹੀ ਅੱਜ ਤਾਂ? ਇਹੋ ਜਿਹੀ ਕਿਹੜੀ ਗੱਲ ਹੁੰਦੀ ਹੈ ਕਿ ਇੱਕੋ ਦਮ ਇਹ ਫੈਸਲਾ ਕਰ ਲੈਂਦੇ ਹੋ ਕਿ ਆਸਾਮ ਚੱਲਿਆ ਮੈਂ ਤਾਂ? ਗੱਲ ਤਾਂ ਇਹ ਗੱਲ ਹੋ ਗਈ ਜੀ, ਚੰਗਾ ਤਾਂ ਮੈਨੂੰ ਇਹਨਾਂ ਦਾ ਇਹ ਵਰਤੀਰਾ ਲੱਗਿਆ, ਕਿਉਂਕਿ ਇਹਨਾਂ ਨੂੰ ਜਦੋਂ ਮੈਂ ਦੱਸਿਆ ਆਪਣੀ ਬੱਚੀ ਬਾਰੇ, ਇਹਨਾਂ ਦਾ ਜਿਹੜਾ ਰਵੱਈਆ ਸੀਗਾ, ਪਿਆਰ ਹੋਰ ਵੀ ਵੱਧ ਗਿਆ ਮੇਰੇ ਲਈ, ਬੱਚੀ ਕਰਕੇ, ਮੇਰੇ ਕਰਕੇ ਨਹੀਂ। ਚਲੋ ਮੈਨੂੰ ਤਾਂ ਕਰਦੇ ਸੀਗੇ, ਤੇ ਆਪਣੇ ਪੰਜਾਬ 'ਚ ਤਾਂ ਕੁੜੀ ਨੂੰ ਜੇ ਪਤਾ ਹੀ ਲੱਗ ਜੇ ਕਿ ਮੁੰਡਾ ਪਹਿਲਾਂ ਵਿਆਹ ਹੋਇਆ, ਉਹਨਾਂ ਦਾ ਬ੍ਰੇਕਅਪ ਹੀ ਹੋ ਜਾਂਦਾ। ਇਹਨਾਂ ਦਾ ਪਿਆਰ ਹੋਰ ਜ਼ਿਆਦਾ ਵੱਧ ਗਿਆ, ਤੇ ਫਿਰ ਅਸੀਂ ਸੋਚਿਆ ਕਿ ਜੇ ਆਪਾਂ ਟ੍ਰੇਨ ਦੇ ਰਾਹੀਂ ਚੱਲਦੇ ਹਾਂ ਤਾਂ ਟ੍ਰੇਨ ਆਪਣੇ 4 ਦਿਨ ਲੱਗ ਜਾਂਦੇ ਨੇ ਜਾਣ ਤੇ। ਕੋਈ ਤਰੀਕ ਮਿਥੀ ਹੋਈ ਸੀ ਤੁਹਾਡੀ? ਨਹੀਂ, ਪਹਿਲਾਂ ਤਾਂ ਅਸੀਂ ਪਲੈਨਿੰਗ ਕੀਤੀ ਵੀ ਆਈਏ ਕਿੱਦਾਂ, ਬੱਸ ਤੇ ਤਾਂ ਕੋਈ ਸਫ਼ਰ ਬਣਦਾ ਨਹੀਂ ਸੀਗਾ, ਤੇ ਟ੍ਰੇਨ ਦਾ ਸਫ਼ਰ ਹੈਗਾ ਸੀ। ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਦਿੱਲੀ ਆ ਜਾਓ, ਪਰ ਦਿੱਲੀ ਤੋਂ ਵੀ ਘੱਟੋ ਘੱਟ 2300-2400 ਕਿਲੋਮੀਟਰ ਅੱਗੇ ਸੀਗਾ, ਫਿਰ ਟ੍ਰੇਨ ਦੇ ਵਿੱਚ ਇਕੱਲੇ ਆ ਨਹੀਂ ਸਕਦੇ ਦਿੱਲੀ ਤੱਕ। ਤਾਂ ਫਿਰ ਮੈਂ ਸੋਚਿਆ ਵੀ ਚਲ ਤੁਸੀਂ ਐਂ ਦੱਸੋ ਵੀ ਤੁਹਾਡੇ 에ਅਰਪੋਰਟ ਕਿੱਥੇ ਲਾਗੇ ਪੈਂਦਾ। ਇਹਨਾਂ ਤੋਂ 100 ਕਿਲੋਮੀਟਰ ਦੀ ਸਾਈਡ ਹੈ ਕਿ ਡਿਬਰੂਗੜ੍ਹ ਪੈਂਦਾ ਜੀ ਸ਼ਹਿਰ, ਉੱਥੇ 에ਅਰਪੋਰਟ ਆ। ਉਹਦੀ ਲੋਕੇਸ਼ਨ ਦੇਖੀ ਜੀ, ਤੇ ਮੈਂ ਗੂਗਲ ਦੇ ਉੱਪਰ ਫਲਾਈਟ ਚੈੱਕ ਕੀਤੀ, ਤੇ ਇਹ ਮੈਨੂੰ ਕਹਿੰਦੇ ਚਲੋ ਐਦਾਂ ਕਰਾਂਗੇ ਵੀ ਮੈਂ ਆ ਜਾਊਂਗੀ ਦਿੱਲੀ ਤੱਕ, ਫਲਾਈਟ ਤੇ ਆ ਜਾਊਂਗੀ, ਤੁਸੀਂ ਮੈਨੂੰ ਦਿੱਲੀ ਤੋਂ ਆ ਕੇ ਲੈ ਜਿਓ। ਘਰਦਿਆਂ ਦੀ ਸਹਿਮਤੀ ਨਾਲ? ਹਾਂ, ਘਰਦਿਆਂ ਦੀ ਸਹਿਮਤੀ ਨਾਲ ਜੀ। ਤੇ ਉਸ ਤੋਂ ਬਾਅਦ ਕੀ ਹੋਇਆ, ਇਹਨਾਂ ਨੇ ਜੋ ਡੇਟ ਦਿੱਤੀ ਸੀ ਮੈਨੂੰ 1 ਨਵੰਬਰ ਦਾ ਟਾਈਮ ਦੇਤਾ, ਤੇ 1 ਨਵੰਬਰ ਤੋਂ ਬਾਅਦ ਫਿਰ ਇਹਨਾਂ ਨੇ ਡੇਟ ਮਿਸ ਕਰਕੇ ਕਹਿੰਦੇ ਚਲੋ 10 ਨਵੰਬਰ। 10 ਤੋਂ ਫਿਰ ਇਹਨਾਂ ਨੇ ਮਿਸ ਕਰਤੀ ਜੀ, ਕਹਿੰਦੇ 20 ਨਵੰਬਰ ਨੂੰ ਆ ਜਾਊਂਗੀ ਮੈਂ। 20 ਤੋਂ ਇਹਨਾਂ ਨੇ ਫਿਰ ਮੈਨੂੰ ਕਹਿੰਦੇ 1 ਦਸੰਬਰ ਨੂੰ ਆਊਂਗੀ ਮੈਂ। ਫਿਰ ਜਿਵੇਂ ਜਿਵੇਂ ਇਹ ਮੈਨੂੰ ਡੇਟ ਦਿੰਦੇ ਸੀ, ਮੈਂ ਮੰਮੀ ਨਾਲ ਵੀ ਗੱਲ ਕਰਦਾ ਸੀਗਾ ਵੀ ਉਹਨੇ ਮੈਨੂੰ ਇੰਨੇ ਤਰੀਕ ਕਿਹਾ। ਫਿਰ ਮੰਮੀ ਵੀ ਮੈਨੂੰ ਕਹਿਣ ਲੱਗ ਗਈ ਵੀ ਉਹ ਤਾਂ ਤੈਨੂੰ ਲਾ ਰਹੀ ਹੈਗੀ, ਵੀ ਲਾਰਿਆਂ 'ਚ ਰੱਖ ਲਈ, ਤੇਰੇ ਨਾਲ ਵਿਆਹ ਨਹੀਂ ਕਰਾਉਣਾ ਉਹਨੇ, ਉਹ ਤਾਂ ਸਿਰਫ ਟਾਈਮ ਪਾਸ ਕਰ ਰਹੀ ਹੈਗੀ, ਵੀ ਤੇਰਾ ਇੱਥੇ ਰਿਸ਼ਤਾ ਲੈ ਲੈਣੇ ਹੈਗੇ। ਤੇ ਉਸ ਤੋਂ ਬਾਅਦ ਕੀ ਹੋਇਆ ਜੀ,
ਮੇਰਾ ਰਿਸ਼ਤਾ ਧੱਕੇ ਨਾਲ ਹੋ ਗਿਆ ਜੀ, ਕਰਤਾ ਇਹਨਾਂ ਨੇ। ਅੱਛਾ ਹੋ ਗਿਆ ਸੀ। ਹੋ ਗਿਆ ਜੀ। ਅੱਛਾ ਮੈਨੂੰ ਕਹਿੰਦੇ ਆਪਾਂ ਕੁੜੀ ਦੇਖ ਕੇ ਆਉਣੀ ਆ ਬਸ, ਹਾਂ ਵੀ ਜੇ ਪਸੰਦ ਨਾ ਆਈ ਤਾਂ ਤੂੰ ਜਵਾਬ ਦੇ ਦੀ। ਇੱਕ ਘਰ ਪਾ ਰਹੇ ਸੀ ਜੀ ਅਸੀਂ, ਉਦੋਂ ਘਰ ਸਾਰਾ ਪੁਰਾਣਾ ਘਰ ਢਾਇਆ ਸੀਗਾ, ਨਵਾਂ ਪਾ ਰਹੇ ਸੀਗੇ। ਐਦਾਂ ਹੀ ਚੱਲ ਗਏ ਜੀ, ਤੇ ਉੱਥੇ ਲਿਜਾ ਕੇ ਜੀ ਮੈਨੂੰ ਸ਼ਗਨ ਪਾਤਾ ਇਹਨਾਂ ਨੇ। ਉੱਥੇ ਹੀ ਉੱਥੇ ਲਿਜਾ ਕੇ ਗਏ ਸਾ ਕੁੜੀ ਦੇਖਣ ਸੀਗੇ, ਹਾਂ। ਇਹਨਾਂ ਨੇ ਪਸੰਦ ਕਰਕੇ ਮੈਨੂੰ ਸ਼ਗਨ ਪਾਤਾ ਜੀ। ਹਾਂ ਤੇ ਉਹ ਕਹਿੰਦੇ ਜੀ ਕੁੜੀ ਵੀ 24 ਸਾਲ ਦੀ ਕੁੜੀ ਹੈਗੀ ਤੇ ਸ਼ਗਨ ਪੈ ਗਿਆ ਜੀ। ਤੇ ਮੈਂ ਇਹਨਾਂ ਨੂੰ ਕਾਲ ਕੀਤੀ ਵੀ ਮੈਨੂੰ ਤਾਂ ਸ਼ਗਨ ਪੈ ਗਿਆ। ਹਾਂ ਵੀ ਤੂੰ ਲਾਰੀ ਲੈਂਦੀ ਰਹਿ ਗਈ। ਹਾਂ ਵੀ ਤੂੰ ਤਾਂ ਲਾਰੇ ਲਾਉਂਦੀ ਰਹਿ ਗਈ, ਵੀ ਮੰਮੀ ਨੂੰ ਯਕੀਨ ਨਹੀਂ ਹੈਗਾ। ਹਾਂ ਤੇ ਇਹ ਕਹਿੰਦੀ ਵੀ ਜਿਹੜੇ ਤੁਸੀਂ ਮੈਨੂੰ ਵਾਅਦੇ ਕੀਤੇ ਸੀਗੇ ਵੀ ਮੈਂ ਤਾਂ ਤੁਹਾਡੇ ਕੋਲ ਆ ਕੇ ਪੜ੍ਹਨਾਗਾ, ਬੱਚੀ ਨੂੰ ਨਾਲ ਖੇਡਣਾਗਾ, ਉਹਨੂੰ ਪਿਆਰ ਕਰਨਾ, ਤੇ ਉਹ ਸਾਰੇ ਵਾਅਦੇ ਤੋੜ ਤੇ ਤੁਸੀਂ ਕਹਿੰਦੀ ਬਹੁਤ ਗਲਤ ਕੰਮ ਕੀਤਾ। ਵੀ ਤੁਸੀਂ ਮੇਰੇ ਹਾਲਾਤ, ਮੇਰੀ ਫੀਲਿੰਗ ਨੂੰ ਸਮਝੋ, ਵੀ ਮੈਂ ਇੱਕ ਕੁੜੀ ਆਂਗੀ, ਟਾਈਮ ਤਾਂ ਲੱਗਦੀ ਹੈ ਘਰ ਚੋਂ ਨਿਕਲਣ ਨੂੰ, ਐਡੀ ਦੂਰ ਆਣਾ। ਤੁਸੀਂ ਕਿਹੜਾ ਮੈਨੂੰ ਇੱਥੇ ਲੈਣ ਆ ਰਹੇ ਹੋ? ਮੈਂ ਆਪਣੇ ਆਪ ਐਡਜਸਟ ਕਰਨਾ ਸੀ ਵੀ ਕਿਵੇਂ ਘਰ ਤੋਂ ਨਿਕਲਾਂ, ਕਿਵੇਂ ਉੱਥੇ ਤੱਕ ਪਹੁੰਚਾਂ। ਤੇ ਉਸ ਤੋਂ ਬਾਅਦ ਇਹ ਮੈਨੂੰ ਹਰ ਰੋਜ਼ ਫੋਨ ਕਰਿਆ ਕਰਨ। ਰਿਸ਼ਤਾ ਹੋਣ ਤੋਂ ਬਾਅਦ ਤੂੰ ਮਤਲਬ ਬਹੁਤ ਮੈਨੂੰ ਕਿਹਾ ਕਰਨ ਤੁਸੀਂ ਮੇਰੇ ਨਾਲ ਬਹੁਤ ਧੋਖਾ ਕੀਤਾ, ਮੈਨੂੰ ਨਫ਼ਰਤ ਹੋ ਗਈ ਤੁਹਾਡੇ ਪੰਜਾਬੀਆਂ ਤੋਂ। ਮੈਨੂੰ ਉਮੀਦ ਨਹੀਂ ਸੀਗੀ ਵੀ ਤੁਹਾਡੇ ਪੰਜਾਬੀ ਵੀ ਇਦਾਂ ਦੇ ਹੁੰਦੇ ਨੇ। ਹਾਂ ਮੈਂ ਇਹਨੂੰ ਆਖਿਆ ਮੈਂ ਹੁਣ ਕਰਾਂ ਕਿ ਜਦੋਂ ਰਿਸ਼ਤਾ ਪੰਜਾਬ ਦੇ ਵਿੱਚ ਰਿਸ਼ਤਾ ਹੋ ਜਾਏ ਤਾਂ ਫਿਰ ਵਿਆਹ ਤਾਂ, ਤੇ ਰਿਸ਼ਤਾ ਹੋਣ ਤੋਂ ਬਾਅਦ ਦੁਸਹਿਰੇ ਵਾਲੇ ਦਿਨ 15 ਦਿਨ ਬਾਅਦ ਵਿਆਹ ਰੱਖਤਾ ਜੀ ਉਹਨਾਂ ਨੇ। ਅੱਛਾ ਕਿ ਦੁਸਹਿਰੇ ਨੂੰ ਵਿਆਹ ਹੋ ਜਾਣਾ। ਤੇ ਦਿਨ ਰਾਤ ਮੈਨੂੰ ਇਹ ਟੈਨਸ਼ਨ ਹੋ ਗਈ ਵੀ ਇਹਨੇ ਐਡਾ ਵੱਡਾ ਸਟੈਂਡ ਲੈ ਲਿਆ, ਵੀ ਨੌਕਰੀ ਛੱਡਤੀ, ਵੀ ਆਪਾਂ ਰਿਸ਼ਤਾ ਲੈ ਲਿਆ, ਹੁਣ ਇਹਨੇ ਕੀ ਕਹਾ ਇਹਨੂੰ। ਮੈਨੂੰ ਕਈ ਮੁੰਡੇ ਵੀ ਮੇਰੇ ਦੋਸਤ ਕਹੇ ਯਾਰ ਤੈਨੂੰ ਪਾਪ ਬਹੁਤ ਲੱਗੂਗਾ, ਕੁੜੀ ਨੇ ਆਪਣਾ ਫਿਊਚਰ ਖਰਾਬ ਕਰ ਲਿਆ ਤੇਰੇ ਪਿੱਛੇ, ਵੀ ਤੂੰ ਹੋਰ ਕਿਤੇ ਵਿਆਹ ਕਰਵਾ ਰਿਹਾ। ਤੇ ਮੈਂ ਮੰਮੀ ਨਾਲ ਫੇਰ ਗੱਲ ਕੀਤੀ, ਮੰਮੀ ਮੈਂ ਉਹਦੇ ਨਾਲ ਵਿਆਹ ਨਹੀਂ ਕਰਾਉਣਾ, ਉਹ ਕੁੜੀ ਨਾਲ। ਤੇ ਮਹਾ ਜੀ ਮੇਰਾ ਉਹ ਕੁੜੀ ਨਾਲ ਵਿਆਹ ਹੋ ਗਿਆ ਨਾ ਜਿਹਦਾ ਤੁਸੀਂ ਰਿਸ਼ਤਾ ਕਰਵਾਇਆ, ਮੈਂ ਗਲ ਫਰਾਹਾ ਲੈ ਲੈਣਾ। ਮੈਂ ਮੰਮੀ ਨੂੰ ਕਹਿਤਾ। ਮੰਮੀ ਸਵੇਰੇ ਸਵੇਰੇ ਗਈ ਉਹਨਾਂ ਦੇ ਘਰ, ਜਵਾਬ ਦਿੱਤਾ ਉਹਨਾਂ ਨੇ ਜੀ ਕਿ ਅਸੀਂ ਤੁਹਾਡੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ। ਜੇ ਮੇਰਾ ਮੁੰਡਾ ਹੀ ਮਰ ਗਿਆ, ਕੁੜੀ ਦਾ ਕੀ ਕਰਾਂਗੇ ਅਸੀਂ ਲੈ ਕੇ ਰਿਸ਼ਤੇ ਦਾ। ਉਸ ਤੋਂ ਬਾਅਦ ਜੀ ਅਗਲੇ ਦਿਨ ਉਹ ਰਿਸ਼ਤੇ ਵਾਲੇ ਗੱਡੀਆਂ ਲੈ ਕੇ ਆ ਗਏ। ਮਤਲਬ ਗੱਲ ਬਹੁਤ ਜ਼ਿਆਦਾ ਵੱਧ ਗਈ। ਮੇਰਾ ਜਵਾਬ ਦਿੱਤਾ ਹੋਇਆ ਰਿਸ਼ਤੇਦਾਰਾਂ ਦਾ ਦਬਾਅ ਪੈਣ ਕਰਕੇ ਮੈਂ ਇੱਥੋਂ ਫੇਰ ਹਾਂ ਕਰਵਾ ਲਈ। ਅੱਛਾ ਤੇ ਹਾਂ ਕੀ ਹੋਈ ਜੀ, ਮੈਨੂੰ ਕਹਿੰਦੇ ਵੀ ਆਪਣਾ ਰਿਸ਼ਤਾ ਕਿ ਤੁਸੀਂ ਵੀ ਕੱਲ ਨੂੰ ਬਰਾਤ ਲੈ ਕੇ ਆ ਜਾਓ, ਕੱਲ ਨੂੰ ਕੁੜੀ ਪਹਿਲੀ। ਅੱਛਾ ਕਹਿੰਦੇ ਕੱਲ ਨੂੰ ਵਿਆਹ ਕੇ ਲੈ ਜਾਓ ਤੁਸੀਂ। ਮੈਂ ਕਿਹਾ ਜੀ ਹਜੇ ਸਾਡੇ ਘਰ ਸਾਡੇ ਕੋਲ ਨਹੀਂ ਹੈਗਾ, ਨਿਉਆਂ ਭਰੀਆਂ ਹੋਈਆਂ ਸੀਗੀਆਂ ਜੀ। ਕਹਿੰਦੇ ਕੋਈ ਗੱਲ ਨਹੀਂ ਜੀ, ਤੁਸੀਂ ਕੁੜੀ ਦਾ ਰਿਸ਼ਤਾ ਲੈ ਲਓ, ਵਿਆਹ ਕਰਵਾ ਕੇ ਸਾਡੇ ਕੋਲੇ ਕੁੜੀ ਛੱਡ ਦਿਓ, ਜਦੋਂ ਘਰ ਕੰਪਲੀਟ ਹੋ ਗਿਆ ਉਦੋਂ ਲੈ ਲਿਓ, ਕੁੜੀ ਨੂੰ ਦੁਬਾਰਾ ਲੈ ਜਾਓ। ਇਹ ਗੱਲ ਫੇਰ ਇਹਨਾਂ ਨੂੰ ਕਹੀ, ਇਹ ਫੇਰ ਰੋਣ ਲੱਗ ਗਈ। ਕਹਿੰਦੀ ਤੁਸੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਕਰਤੀ। ਤੇ ਕਹਿੰਦੀ ਮੈਨੂੰ ਬਹੁਤ ਭਰੋਸਾ ਸੀ ਤੁਹਾਡੇ ਤੇ ਵੀ ਤੁਸੀਂ ਮੇਰੇ ਨਾਲ ਇਦਾਂ ਨਹੀਂ ਕਰੋਗੇ, ਵੀ ਪੰਜਾਬ ਦੇ ਲੋਕ ਬਹੁਤ ਚੰਗੇ ਹੁੰਦੇ ਨੇਗੇ। ਅੱਛਾ ਪਰ ਤੁਸੀਂ ਇਹ ਚੰਗਾ ਨਹੀਂ ਕੀਤਾ ਮੇਰੇ ਨਾਲ, ਬਹੁਤ ਗਲਤ ਕੀਤਾ ਤੁਸੀਂ ਨੇ ਮੇਰੇ ਨਾਲ। ਅੱਛਾ ਤੇ ਉਸ ਤੋਂ ਬਾਅਦ ਜੀ ਕਹਿੰਦੀ ਤੁਸੀਂ ਇੱਕ ਵਾਰੀ ਮੇਰੇ ਲਈ ਸਟੈਂਡ ਤਾਂ ਲੈ ਕੇ ਦੇਖੋ। ਕਹਿੰਦੀ ਫੇਰ ਵੀ ਮੁੰਡੇ ਹੋ ਤੁਸੀਂ, ਇੱਕ ਵਾਰ ਮੁੰਡਿਆਂ ਵਾਲਾ ਤੁਸੀਂ ਆਪਦਾ ਰੋਬ ਤਾਂ ਦਿਖਾਓ ਘਰਦਿਆਂ ਨੂੰ। ਮੈਂ ਫੇਰ ਅਗਲੇ ਦਿਨ ਇਹਨਾਂ ਦੀ ਗੱਲ ਸੁਣ ਕੇ ਫੇਰ ਮੈਂ ਜਵਾਬ ਦਿੱਤਾ ਜੀ। ਤੇ 2 ਦਿਨ ਫਿਰ ਮੈਂ ਘਰ ਹੀ ਨਹੀਂ ਆਇਆ ਹੈਗਾ, ਕਿਉਂਕਿ ਮੈਨੂੰ ਪਤਾ ਸੀ ਮੈਂ ਘਰ ਆ ਗਿਆ ਮੈਂ ਤਾਂ ਦੁਬਾਰਾ ਹਾਂ ਕਰਵਾ ਕੇ ਹੁਣ ਤਾਂ ਪੱਕਾ ਹੀ ਅਗਲੇ ਦਿਨ ਕੁੜੀ ਤੋਰ ਦੇਣੀ ਆ। ਅੱਛਾ ਪਰ ਉਹ ਜਿਵੇਂ ਕਹਿੰਦੇ ਹੁੰਦਾ ਜਿਹਦਾ ਦਾਣਾ ਪਾਣੀ ਜਿੱਥੇ ਲਿਖਿਆ ਹੁੰਦਾ, ਮੇਰੇ ਘਰ ਦੀ ਰੋਟੀ ਮੇਰੇ ਨਾਲ ਦੁੱਖ ਸੁੱਖ ਤਾਂ ਇਹਨਾਂ ਦੇ ਲਿਖੇ ਹੋਏ ਸੀਗੇ, ਉਹਦੇ ਨਾਲ ਕਿਵੇਂ ਹੋ ਜਾਂਦਾ ਵਿਆਹ ਮੇਰਾ। ਤੇ ਉਸ ਤੋਂ ਬਾਅਦ ਉਹਦੇ ਘਰ ਦੇ ਆ ਗਏ ਕੁੜੀ ਵਾਲੇ, ਅਸੀਂ ਜਵਾਬ ਹੀ ਦੇਤਾ ਬੇਟਾ, ਜਵਾਬ ਦੇਤਾ ਜੀ ਵੀ ਅਸੀਂ ਰਿਸ਼ਤਾ ਹੀ ਨਹੀਂ ਲੈਣਾ ਹੈਗਾ। ਅੱਛਾ ਜੀ ਵੀ ਹੁਣ ਤਾਂ ਅਸੀਂ ਲੈਂਦੀ ਨਹੀਂ ਜਿੰਨਾ ਚਿਰ ਸਾਡਾ ਘਰ ਨਹੀਂ ਪੈਂਦਾ ਹੈਗਾ। ਅੱਛਾ ਵੀ ਜਦੋਂ ਮੁੰਡਾ ਭਾਈ ਕਰਵਾਉਂਦੀ ਨਹੀਂ, ਸਾਡੀ ਹੱਥ ਬੰਨ ਕੇ ਬੇਨਤੀ ਹੈ ਵੀ ਜਦੋਂ ਮੁੰਡਾ ਕਰਵਾਉਂਦੀ ਨਹੀਂ ਹੈਗਾ ਵੀ ਫਿਰ ਮੈਂ ਵਿਆਹ ਕੇ ਵੀ ਕਰੂੰਗੀ। ਜੇ ਮੁੰਡਾ ਮਰ ਗਿਆ ਜਾਂ ਉਰਾਂ ਪਰਾਂ ਵਗ ਗਿਆ ਫਿਰ ਮੇਰੇ ਪੱਲੇ ਕੁਝ ਵੀ ਨਹੀਂ ਰਹਿਣਾ। ਫਿਰ ਅਸੀਂ ਜਵਾਬ ਹੀ ਦੇਤਾ ਉਹਨਾਂ ਨੂੰ। ਅੱਛਾ ਜਵਾਬ ਉੱਥੇ ਹੋ ਗਿਆ ਬਾਈ ਫਿਰ? ਹਾਂ ਉੱਥੇ ਜਵਾਬ ਦੇਤਾ ਫਿਰ ਅਸੀਂ। ਉੱਥੋਂ ਜਵਾਬ ਦੇਤਾ ਜੀ। ਉਸ ਤੋਂ ਬਾਅਦ ਮੇਰੀ ਮੰਮੀ ਕਹਿੰਦੀ ਮੈਨੂੰ, ਕਹਿੰਦੀ ਤੂੰ ਇਹ ਨਾ ਸੋਚੀ ਵੀ ਇਹ ਕੁੜੀ ਨਾਲ ਤੇਰਾ ਰਿਸ਼ਤਾ ਟੁੱਟ ਗਿਆ ਵੀ ਤੂੰ ਅਸਾਮ ਵਾਲੀ ਕੁੜੀ ਨੂੰ ਲੈ ਆਵੇਂਗਾ। ਕਹਿੰਦਾ ਸਾਰੇ ਮੈਂ ਤੈਨੂੰ ਲਿਆਉਣ ਨਹੀਂ ਦਿੰਦੀ, ਮੈਂ ਇਹਨੂੰ ਐ ਵੀ ਕਿਹਾ ਮੈਂ ਵੜਨ ਨਹੀਂ ਦਿੰਦੀ ਵੀ ਮੈਂ ਕੁੜੀ ਤੈਨੂੰ ਲਿਆਉਣ ਨਹੀਂ ਦਿੰਦੀ, ਜਦੋਂ ਤੂੰ ਆਪਦੀ ਮਰਜ਼ੀ ਨਾਲ ਰਿਸ਼ਤਾ ਲੈਣਾ ਮੈਂ ਤੈਨੂੰ ਲੈਣ ਨਹੀਂ ਦਿੰਦੀ ਰਿਸ਼ਤਾ, ਵੀ ਨਾ ਮੈਂ ਤੇਰਾ ਰਿਸ਼ਤਾ ਕਿਤੋਂ ਹੋਰ ਲਵਾਂ, ਵੀ ਹੁਣ ਤੂੰ ਐਂ ਫਰੀ ਜਾ। ਅੱਛਾ ਫਿਰ ਇਹਨੇ ਆਪਦੇ ਆਪ ਹੀ ਫਿਰ ਦੁਬਾਰੇ ਫਿਰ ਇਸੇ ਨਾਲ ਹੀ ਫਿਰ ਗੱਲਬਾਤ ਕਰ ਲਈ। ਅੱਛਾ ਫਿਰ ਉਦੋਂ ਬਾਅਦ ਬਈ ਇੱਕੋ ਦਮ ਰਿਸ਼ਤਾ ਟੁੱਟ ਗਿਆ ਤੇ ਫਿਰ ਉਦੋਂ ਬਾਅਦ ਕਿਵੇਂ ਪਲਾਨ ਬਣਦਾ ਫਿਰ, ਕਿਉਂਕਿ ਇਹਨਾਂ ਦੀਆਂ ਤਰੀਕਾਂ ਦਿੱਤੀਆਂ ਵੀ ਲੰਘ ਜਾਂਦੀਆਂ। ਹਾਂਜੀ ਉਦੋਂ ਬਾਅਦ ਕੀ ਹੋਇਆ ਜੀ,
ਫਿਰ ਮੇਰੇ ਵੀ ਮਨ 'ਚ ਇਹ ਗੱਲ ਆਈ ਯਾਰ, ਜਿੱਥੋਂ ਜਿਹਦੇ ਵਾਸਤੇ ਇੰਨਾ ਸੰਘਰਸ਼ ਕਰਿਆ, ਰਿਸ਼ਤਾ ਤੋੜਿਆ, ਆਪਾਂ ਜਿੱਥੋਂ ਚੱਲੇ ਸੀ ਉੱਥੇ ਆ ਕੇ ਫੇਰ ਖੜ ਗਏ। ਹੁਣ ਮੰਮੀ ਮੇਰੀ ਕਹਿੰਦੀ ਉਹਦੇ ਨਾਲ ਤੇਰਾ ਵਿਆਹ ਹੋਣ ਨਹੀਂ ਦੇਣਾ, ਸਾਰੀ ਉਮਰ ਤੈਨੂੰ ਏਦਾਂ ਹੀ ਰੱਖ ਲੈਣਾ। ਤੇ ਮੇਰੀ ਭੂਆ ਮੈਨੂੰ ਕਹਿੰਦੀ ਜੇ ਉਹ ਕੁੜੀ ਨਾਲ ਵਿਆਹ ਕਰਵਾਏਗਾ ਮੈਂ ਤੇਰੇ ਕਦੇ ਵੜਦੀ ਨਹੀਂ। ਅੱਛਾ। ਤੇ ਛੋਟਾ ਮੇਰਾ ਭਰਾ ਕਹਿੰਦਾ ਤੂੰ ਬਿਮਾਰ ਹੋ ਜਾਏ, ਕੋਈ ਔਕੜ ਪੈ ਜਾਏ, ਤੇਰੇ ਘਰੇ ਕੌਣ ਆਊਗਾ? ਰਿਸ਼ਤੇਦਾਰ ਤੇਰੇ ਸਹੁਰੇ ਤਾਂ ਆ ਨਹੀਂ ਸਕਦੇ, ਉਹ ਨਹੀਂ ਆ ਸਕਦੇ, ਤੁਸੀਂ ਨਹੀਂ ਜਾ ਸਕਦੇ। ਕਹਿੰਦਾ ਮੈਂ ਗਿਆ ਹੋਇਆ ਉੱਥੇ ਖੇਡਣ ਇੱਕ ਵਾਰੀ ਗੁਹਾਟੀ ਤੋਂ ਜੀ 500 ਕਿਲੋਮੀਟਰ ਅੱਗੇ ਇਹਨਾਂ ਦਾ। ਕਹਿੰਦਾ ਇੱਥੋਂ 3-4 ਦਿਨ ਲੱਗ ਜਾਂਦੇ ਨੇ ਜਾਣ ਤੇ, 4 ਦਿਨਾਂ ਦਾ ਸਫ਼ਰ ਆ ਟ੍ਰੇਨ ਤੇ। ਕਹਿੰਦੇ ਕਿੱਦਾਂ ਜਾਏਗਾ ਤੂੰ ਉੱਥੇ, ਕਿਵੇਂ ਆਏਗਾ, ਨਾਲ ਤੇਰੇ ਕੌਣ ਜਾਊਗਾ? ਮਤਲਬ ਵੀ ਸਾਰੇ ਨੇ ਇਹੀ ਆਖਿਆ ਵੀ ਨਾ ਕਰਾ, ਵੀ ਨਾ ਕਰਾ ਜਵਾਬ ਜਿਹੜੇ ਮੇਰੇ ਵੀ ਦੋਸਤ ਏਡੀ ਦੀ ਦੂਰ ਕਿਸੇ ਆਪਾਂ ਦੀ ਮੈਂ ਕਰਾਉਣੀ ਨਹੀਂ ਹੈਗਾ। ਕਿਸੇ ਦੀ ਹੈਲਪ ਮੰਗਦਾ, ਮੈਂ ਸ਼ੇਅਰ ਕਰਦਾ, ਸਾਰੇ ਮੇਰੇ ਦੋਸਤ ਮੇਰੇ ਤੇ ਹੱਸਣ ਲੱਗ ਜਾਂਦੇ ਵੀ ਇਹ ਤਾਂ ਕਮਲਾ ਹੋ ਗਿਆ, ਵੀ ਇੰਨੀ ਦੂਰ ਥੋੜੀ ਕੋਈ ਕਰਦਾ ਹੁੰਦਾਗਾ, ਵੀ ਇਹ ਤਾਂ ਵੀ ਕੋਈ ਫੇਸਬੁੱਕ ਤੇ ਕੁੜੀ ਇਹਨੂੰ ਮਿਲ ਗਈ, ਇਹਨੂੰ ਲਾਰਿਆਂ ਜਿਹਾ ਚ ਰੱਖ ਰੱਖਿਆ ਹੈਗਾ, ਵੀ ਬਸ ਇਹਦਾ ਤਮਾਸ਼ਾ ਦੇਖੀ ਜਾ ਰਹੀ ਹੈ ਉਹ। ਅੱਛਾ। ਤੇ ਜਦੋਂ ਕੋਈ ਨਾ ਮੰਨਿਆ ਜੀ, ਫਿਰ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਨੇ, ਆਪਾਂ ਕਹਿੰਦੇ ਵੀ ਪ੍ਰਮਾਤਮਾ ਹੈ ਨਹੀਂਗਾ, ਫਿਰ ਆਪਾਂ ਜੀ ਦਿਲ ਤੋਂ ਰੋ ਕੇ, ਅੱਖਾਂ 'ਚ ਹੰਝੂ ਭਰ ਕੇ ਉਹ ਪੀੜ ਮਹਿਸੂਸ ਹੋਈ। ਫਿਰ ਮੈਂ ਅਰਦਾਸ ਕੀਤੀ ਜੀ ਦਰਬਾਰ ਸਾਹਿਬ ਵੱਲ ਮੂੰਹ ਕਰਕੇ, ਗੁਰੂ ਰਾਮਦਾਸ ਦੇ ਚਰਨਾਂ 'ਚ। ਮੈਂ ਇਹ ਸੱਚੇ ਪਾਤਸ਼ਾਹ, ਜੇ ਮੇਰਾ ਪਿਆਰ ਦਾ ਕੋਈ ਮਤਲਬ ਆ, ਵੀ ਮੈਂ ਇਹਦੇ ਲਈ ਕੋਈ ਮਤਲਬ ਕੱਢਣ ਲਈ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ, ਤਾਂ ਸਾਡਾ ਰਿਸ਼ਤਾ ਬਿਲਕੁਲ ਨਾ ਹੋਣ ਦਿਓ। ਵੀ ਜੇ ਮੈਂ ਇਹਨੂੰ ਸੱਚੇ ਦਿਲੋਂ ਪਿਆਰ ਕਰ ਦਾਂਗਾ, ਇਹਦੀ ਕੇਅਰ ਕਰ ਦਾਂਗਾ, ਰਿਸਪੈਕਟ ਕਰ ਦਾਂਗਾ ਇੱਕ ਦੂਜੇ ਨੂੰ, ਜੇ ਵੀ ਮੈਨੂੰ ਚਾਹੁੰਦੀ ਹੈ, ਮੇਰੇ ਪਰਿਵਾਰ ਨੂੰ ਸੰਭਾਲ ਲੂਗੀ, ਤਾਂ ਮੈਨੂੰ ਨਹੀਂ ਪਤਾ ਸਾਡੇ ਪਰਿਵਾਰ ਦੀ ਮਨ ਦੀ ਦਸ਼ਾ ਤੁਸੀਂ ਬਦਲਣੀ ਆ, ਕਿਵੇਂ ਬਦਲੋ ਮੈਨੂੰ ਨਹੀਂ ਪਤਾ। ਮੈਂ ਅਰਦਾਸ ਕੀਤੀ ਜੀ, ਮੈਨੂੰ ਨਹੀਂ ਪਤਾ। ਫਿਰ ਮੇਰੇ ਘਰਦਿਆਂ ਦੇ ਸਾਰਿਆਂ ਦਾ ਵਰਤੀਰਾ ਅਚਾਨਕ 2-4 ਦਿਨਾਂ 'ਚ ਬਦਲ ਗਿਆ। ਉਹੀ ਮੇਰੀ ਮੰਮੀ ਮੈਨੂੰ ਫਿਰ ਕਹਿਣ ਲੱਗੀ ਚਲੋ ਠੀਕ ਆ, ਜੇ ਉਹਦੇ ਨਾਲ ਹੀ ਕਰਵਾਉਣਾਗਾ ਪੁੱਛ ਲੈ ਵੀ ਕਦੋਂ ਆਊਗੀ, ਕਦੋਂ ਤੂੰ ਜਾਣਾਗਾ। ਤੇ ਉਸ ਤੋਂ ਬਾਅਦ ਮੇਰੀ ਭੂਆ ਜਿਹੜੀ ਕਹਿੰਦੀ ਸੀ ਮੈਂ ਤੇਰੇ ਕਦੇ ਵੜਦੀ ਨਹੀਂ, ਫਿਰ ਉਹ ਵੀ ਮੈਨੂੰ ਕਹਿਣ ਲੱਗ ਗਈ ਵੀ ਚੱਲ ਤੂੰ ਉਸੇ ਨਾਲ ਹੀ ਕਰਵਾ ਲਾ, ਉਸ ਨੂੰ ਲੈ ਆ ਘਰ। ਤੇ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਕਿਹਾ ਵੀ ਘਰ ਦੇ ਤਾਂ ਮੰਨ ਗਏ ਮੇਰੇ, ਤੇਰੇ ਪਿੱਛੇ ਵੀ ਮਨਾ ਲਏ ਮੈਂ ਘਰ ਦੇ, ਵੀ ਹੁਣ ਤੂੰ ਦੱਸ ਤੂੰ ਆਣਾ ਕਦੋਂ ਆ। ਤੇ ਇਹਨਾਂ ਨੇ 21 ਦਸੰਬਰ ਦੀ ਟਿਕਟ ਕਹਿੰਦੇ ਮੇਰੀ ਫਲਾਈਟ ਬੁੱਕ ਕਰਵਾ ਦਿਓ 21 ਦਸੰਬਰ ਦੀ। ਤੇ ਇਹਨਾਂ ਨੇ ਪੇਮੈਂਟ ਕਰਤੀ ਸੀ ਜੀ ਮੈਨੂੰ, ਮੈਂ ਤਾਂ ਵੈਸੇ ਇਹ ਆਪਣੇ ਉਹਦੇ ਕਰਦਾ ਸੀਗਾ, ਚੱਲ ਮੈਂ ਪੈਸੇ ਮੈਂ ਦੇ ਦੂੰਗਾ। ਕਹਿੰਦੀ ਨਹੀਂ ਮੈਂ, ਕਹਿੰਦੀ ਜਿੰਨਾ ਖਰਚਾ ਹੋਊਗਾ, ਕਹਿੰਦੀ ਮੈਂ ਤੁਹਾਡੇ ਪੈਸੇ ਨਹੀਂ ਖਰਚਣ ਦੇਣੇ, ਮੈਂ ਆਪ ਹੀ ਕਰਨਾ। ਇਹਨਾਂ ਨੇ ਜੀ ਮੈਨੂੰ 9200 ਰੁਪਏ ਦੀ ਟਿਕਟ ਬਣੀ ਸੀ ਉਦੋਂ ਡਿਬਰੂਗੜ੍ਹ ਤੋਂ ਦਿੱਲੀ ਦੀ 21 ਤਰੀਕ ਦੀ, 3:30 ਵਜੇ ਦੀ ਫਲਾਈਟ ਤੇ ਦੁਪਹਿਰ ਦੀ ਜੀ। ਇਹਨਾਂ ਨੇ ਕਰਵਾਤੀ ਜੀ। ਚਲੋ ਮੈਂ ਘਰ ਦੇ ਨਾਲ ਗੱਲ ਸ਼ੇਅਰ ਕਰੀ, ਘਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਬਣ ਗਿਆ ਵੀ ਚਲੋ 21 ਤਰੀਕ ਨੂੰ ਆ ਰਹੀ ਹੈਗੀ। ਤੇ 20 ਤਰੀਕ ਨੂੰ ਪਤਾ ਨਹੀਂ ਇਹਨਾਂ ਦੇ ਮਨ 'ਚ ਕੀ ਆਇਆ, ਜਵਾਬ ਦਿੱਤਾ ਇਹਨਾਂ ਨੇ ਮੈਨੂੰ। ਕਹਿੰਦੀ ਮੈਂ ਤਾਂ ਇਕੱਲੀ ਆ ਨਹੀਂ ਸਕਦੀ, ਕਹਿੰਦੀ ਮੈਂ ਨਹੀਂ ਆਉਣਾ ਹੈਗਾ ਇਕੱਲੀ ਨੇ, ਜੇ ਤੁਸੀਂ ਆ ਸਕਦੇ ਹੋਗੇ ਲੈਣ ਮੈਨੂੰ ਤਾਂ ਆ ਜਾਓ, ਨਹੀਂ ਕਹਿੰਦੀ ਮੈਂ ਇਕੱਲੀ ਨੇ ਨਹੀਂ ਆਉਣਾ। ਮੇਰੇ ਮਨ ਦੇ ਵਿੱਚ ਫੇਰ ਉਹੀ ਮਹਾ ਯਾਰ ਇਹ ਤਾਂ ਬੜੀਆਂ ਔਕੜਾਂ ਹੀ ਬੜੀਆਂ ਆਉਣ ਲੱਗ ਗਈਆਂ, ਕੀ ਕਰੀਏ। ਤੇ ਫਲਾਈਟ ਵਾਲੇ ਕਹਿੰਦੇ ਜੀ ਵੀ ਅਗਲੇ ਦਿਨ ਦੀ ਫਲਾਈਟ ਆ, ਸ਼ਾਮ ਨੂੰ ਤੂੰ ਹੁਣ ਫੋਨ ਕਰ ਰਿਹਾ 7 ਵਜੇ ਸ਼ਾਮ ਨੂੰ, ਟਿਕਟ ਤਾਂ ਕਹਿੰਦੇ ਕੈਂਸਲ ਹੋ ਨਹੀਂ ਸਕਦੀ ਤੁਸੀਂ ਜਾਂ ਤਾਂ। ਮੈਂ ਕਿਹਾ ਜੀ ਫਿਰ ਤੁਸੀਂ ਡੇਟ ਚੇਂਜ ਕਰ ਦਿਓ। ਕਹਿੰਦੇ ਹਾਂ ਡੇਟ ਚੇਂਜ ਕਰਕੇ ਦੇਖ ਲੈਂਦੇ, ਜੇ ਅੰਬੈਸੀ ਵਾਲੇ ਮਤਲਬ ਇੰਡੀਗੋ ਦੀ ਫਲਾਈਟ ਸੀ ਜੀ, ਜੇ ਉਹਨਾਂ ਨੇ ਐਪਲੀਕੇਸ਼ਨ ਅਸੈਪਟ ਕਰ ਲਈ ਤਾਂ ਕਰ ਵੀ ਸਕਦੇ ਨੇ। ਤੇ ਉਹਨਾਂ ਨੇ ਅਸੈਪਟ ਕਰ ਲਈ ਜੀ, ਕਹਿੰਦੇ ਤਾਂ ਖਰਚਾ ਆ ਜਾਊਗਾ ਜੀ 4000 ਰੁਪਈਆ ਹੋਰ ਡੇਟ ਚੇਂਜ ਕਰਵਾਈ ਦਾ। ਮੈਂ ਕਿਹਾ ਚਲੋ ਠੀਕ ਆ ਜੀ ਕਰ ਦਿਓ ਫਿਰ ਤੁਸੀਂ। ਉਹਨਾਂ ਨੇ ਜੀ ਉਹੀ 21 ਤਰੀਕ ਦੀ 28 ਤਰੀਕ ਕਰਤੀ। ਤੇ ਮੈਂ ਘਰੇ ਨਹੀਂ ਦੱਸਿਆ, ਘਰ ਦੇ ਕਹਿੰਦੇ ਤੂੰ 21 ਤਰੀਕ ਨੂੰ ਜਾਣਾ ਸੀਗਾ ਲੈਣ ਉਹਨੂੰ। ਮੈਂ ਇਹਨੂੰ ਕਾਲ ਕੀਤੀ, ਮੈਂ ਹੈਂਡ ਫਰੀ ਕਰਕੇ ਗੱਲ ਕਰੂੰਗਾ, ਮੈਂ ਤੈਨੂੰ ਪੁੱਛੂੰਗਾ ਵੀ ਤੂੰ ਕੱਲ ਨੂੰ ਰੈਡੀ ਹੈ 21 ਤਰੀਕ ਨੂੰ, ਤੂੰ ਵੀ ਇੱਦਾਂ ਕਹਿੰਦੀ ਘਰਦਿਆਂ ਸਾਹਮਣੇ ਵੀ 21 ਨਹੀਂ 28 ਤਰੀਕ ਆ। ਤੇ ਮੰਮੀ ਮੇਰੇ ਅਨਪੜ੍ਹ ਨੇ ਗਏ, ਉਹ ਫਲਾਈਟ ਜਿਹੜੀ ਟਿਕਟ ਸੀ ਉਹ ਮੇਰੇ ਕੋਲ ਸੀ, ਉਹਦਾ ਮੈਮੋ ਸੀਗਾ। ਤੇ ਐਦਾਂ ਹੀ ਇਸਨੇ ਕੀਤਾ। ਮੈਂ ਕਿਹਾ ਤੈਨੂੰ ਤੂੰ ਤਿਆਰ ਆ ਕੱਲ ਨੂੰ ਆਉਣ ਲਈ? ਕਹਿੰਦੀ ਕੱਲ ਨਹੀਂ ਆਉਣਾ ਹੈਗਾ, ਕਹਿੰਦੀ ਅਗਲੇ ਬੁੱਧਵਾਰ ਆਉਣਾ। ਮੈਂ ਕਿਹਾ ਯਾਰ ਕੱਲ ਦੀ ਤਾਂ ਟਿਕਟ ਆ। ਕਹਿੰਦੀ ਦੁਬਾਰਾ ਤੁਸੀਂ ਮੈਮੋ ਚੈੱਕ ਕਰੋ, ਉਹ ਤਾਂ ਲਿਖਿਆ ਤਾਂ 21 ਹੋਇਆ ਸੀਗਾ। ਮੈਂ ਕਿਹਾ ਹਾਂ ਯਾਰ ਇਹ ਤਾਂ 28 ਤਰੀਕ ਲਿਖਿਆ ਹੋਇਆ ਹੈਗਾ ਇਹਦੇ ਉੱਪਰ ਤਾਂ 28 ਦੀ, ਚਲੋ ਅਗਲੇ ਬੁੱਧਵਾਰ ਆ ਜਾਓ। ਤੇ ਅਗਲੇ ਬੁੱਧਵਾਰ ਵਾਸਤੇ ਜੀ ਮੈਂ ਦਿੱਲੀ ਤੋਂ ਆਪਣੀ 26 ਤਰੀਕ ਦੀ ਟਿਕਟ ਜਾਣ ਦੀ ਬੁੱਕ ਕਰਵਾਤੀ, 27 ਤੋਂ ਇਹਨਾਂ ਵਾਲੀ ਫਲਾਈਟ 'ਚ ਬੁੱਕ ਕਰਵਾ ਲਈ ਜੀ ਆਪਣੀ ਵਾਪਸੀ ਦੀ। ਤੇ ਘਰੇ ਮੈਨੂੰ ਪਤਾ ਸੀਗਾ ਜੀ ਕਿ ਘਰ ਮੈਂ ਜੇ ਦੱਸਤਾ ਵੀ ਮੈਂ ਅਸਾਮ ਜਾਣਾ, ਮੈਨੂੰ ਜਾਣ ਨਹੀਂ ਦੇਣਾ। ਤੇ ਘਰ ਮੈਂ ਕਿਹਾ ਵੀ ਮੈਂ ਦਿੱਲੀ ਜਾਣਾਗਾ,
ਦਿੱਲੀ ਤੋਂ ਲੈ ਆਉਂਗਾ ਨਾਲ ਉਹਨੂੰ। ਤੇ ਮੈਂ ਕਿਹਾ ਵੀ ਅੱਜ ਦੀ ਰਾਤ ਮੈਂ ਪਟਿਆਲੇ ਰਹਿਣਾ ਦੋਸਤ ਕੋਲ। ਮੰਮੀ ਨੂੰ ਕਹਿਤਾ? ਮੰਮੀ ਨੂੰ ਕਹਿਤਾ ਜੀ। ਤੇ ਇਹਨਾਂ ਨੂੰ ਮੈਂ ਪਟਿਆਲੇ ਕਹਿ ਕੇ ਪਟਿਆਲੇ ਤੋਂ ਸਿੱਧਾ ਦਿੱਲੀ ਚਲ ਗਿਆ ਜੀ। ਤੇ ਅਗਲੇ ਦਿਨ ਦਿੱਲੀ ਤੋਂ ਸਵੇਰੇ ਫਲਾਈਟ ਸੀ ਮੇਰੀ ਡਿਬਰੂਗੜ੍ਹ ਦੀ, ਅਸਾਮ ਦੀ। ਅਸਾਮ ਚੱਲ ਗਿਆ। ਅਸਾਮ ਜਾ ਕੇ ਮੈਂ ਮੰਮੀ ਨੂੰ ਕਾਲ ਕਰਤੀ ਕਿ ਮੈਂ ਦਿੱਲੀ ਪਹੁੰਚ ਗਿਆ। ਅੱਛਾ। ਤੇ ਇਹਨਾਂ ਨੂੰ ਬੋਲਤਾ ਵੀ ਫਲਾਈਟ ਠੰਡ ਦੇ ਕਰਕੇ 24 ਘੰਟੇ ਲੇਟ ਚੱਲ ਰਹੀ ਆ, ਵੀ ਜਿਹੜੀ ਅੱਜ ਫਲਾਈਟ ਆਉਣੀ ਸੀ ਉਹ ਕੱਲ ਨੂੰ ਆਣੀ ਆ। ਮੰਮੀ ਨੂੰ ਨਹੀਂ ਮੈਂ ਦੱਸਿਆ ਹੈਗਾ। ਤੇ 2 ਮੇਰੇ ਦੋਸਤ ਸੀ, ਉਹਨਾਂ ਨੂੰ ਮੈਂ ਦੱਸ ਕੇ ਗਿਆ ਸੀਗਾ ਕਿ ਮੈਂ ਅਸਾਮ ਚੱਲਿਆ। ਤੇ ਇਹਨਾਂ ਦਾ ਆਧਾਰ ਕਾਰਡ ਐਡਰੈਸ ਉਹਨਾਂ ਕੋਲ ਮੈਂ ਦੇ ਗਿਆ ਸੀਗਾ ਕਿ ਆਹ ਐਡਰੈਸ ਆ, ਵੀ ਜੇ ਮੈਂ ਨਾ ਮੁੜਿਆ ਤਾਂ ਤੁਸੀਂ ਆਪਦਾ ਭਾਈ ਦੇਖ ਲਿਓ। ਹਾਂ, ਆਪਣੇ ਦੋਸਤਾਂ ਨੂੰ ਜੀ ਇਹਨਾਂ ਦਾ ਮੈਂ ਐਡਰੈਸ ਦੇ ਗਿਆ ਸੀਗਾ। ਕਿਉਂ? ਕਿ ਐਦਾਂ ਸੀਗਾ, ਪਰ ਮੇਰੇ ਮਨ 'ਚ ਤਾਂ ਇਦਾਂ ਦਾ ਕੋਈ ਹੈ ਨਹੀਂ ਸੀਗੀ ਵੀ ਆਪਣੇ ਨਾਲ ਕੋਈ ਵਾਰਦਾਤ ਹੋ ਜਾਊਗੀ, ਕਿਉਂਕਿ ਮੈਨੂੰ ਤਾਂ ਹੋਰ ਕੁਝ ਦਿਖਾਈ ਨਹੀਂ ਦੇ ਰਿਹਾ ਸੀਗਾ ਇਹਨਾਂ ਬਿਨਾਂ। ਤੇ ਉਦੋਂ ਬਾਅਦ ਦੋਸਤਾਂ ਨੇ ਮੈਨੂੰ ਕਾਲ ਕੀਤੀ ਅਗਲੇ ਦਿਨ, ਕਹਿੰਦੇ ਪਹੁੰਚ ਗਿਆ? ਮੈਂ ਹਾਂਜੀ ਪਹੁੰਚ ਗਿਆ। ਉਹਨਾਂ ਇੱਕ ਤਾਂ ਕਹਿੰਦੇ ਇਹਨਾਂ ਨੂੰ ਇਹ ਨਾ ਦੱਸਿਓ ਵੀ ਤੂੰ ਕਿਹੜੇ ਹੋਟਲ ਦੇ ਵਿੱਚ ਰੁਕਿਆ ਹੋਇਆ। ਇੱਕ ਜਦੋਂ ਕੱਲ ਨੂੰ ਇਹ ਆਉਣਗੇ ਤੁਸੀਂ ਲੁੱਕ ਕੇ ਦੇਖ ਵੀ ਇਹਦੇ ਨਾਲ ਬੰਦੇ ਕਿੰਨੇ ਕਿੰਨੇ, ਵੀ ਕਿਤੇ ਤੁਹਾਨੂੰ ਲੁੱਟ ਲਾਣਾ, ਉੱਥੇ ਬੰਨ ਲਾਣਾ, ਰੱਖ ਲੈਣਾ, ਮਾਰ ਦੇਣਾ, ਵੀ ਸਾਡੀ ਕੁੜੀ ਨਾਲ ਤੂੰ ਐਡੀ ਦੂਰੋਂ ਗੱਲ ਕਰਦਾ ਇੱਥੇ ਤੱਕ ਆ ਗਿਆ। ਤੇ ਮੈਂ ਕਿਹਾ ਠੀਕ ਹੈ ਜੀ। ਪਰ ਉਹਨਾਂ ਦੀਆਂ ਗੱਲਾਂ ਨਾਲ ਨਾ ਮੈਨੂੰ ਥੋੜਾ ਡਰ ਜਿਹਾ ਫੀਲ ਹੋਣ ਲੱਗ ਗਿਆ। ਐਦਾਂ ਜੇ ਲੱਗਣ ਲੱਗ ਗਿਆ ਯਾਰ ਬੜੀ ਦੂਰ ਆ ਗਿਆ ਤੂੰ, ਕੱਲਾ ਆ ਗਿਆ ਯਾਰ, ਕਿਸੇ ਨੂੰ ਨਹੀਂ ਨਾਲ ਲੈ ਕੇ ਆਇਆ। ਪਰ ਡਰ ਜਿਹਾ ਲੱਗਣ ਲੱਗ ਗਿਆ। ਤੇ ਇਹਨਾਂ ਦੇ ਜੀਜੇ ਨੇ ਕਾਲ ਕੀਤੀ ਮੈਨੂੰ, ਕਹਿੰਦੇ ਤੁਸੀਂ ਪਹੁੰਚ ਗਏ? ਮੈਂ ਹਾਂਜੀ। ਉਹਨਾਂ ਨੇ ਮੈਥੋਂ ਹੋਟਲ ਦਾ ਨਾਮ ਪੁੱਛਿਆ। ਮੈਂ ਇੱਧਰ ਉੱਧਰ ਹੋਟਲ ਦਾ ਨਾਮ ਦੇਖ ਕੇ ਹੋਰ ਹੋਟਲ ਦਾ ਨਾਮ ਦੱਸਤਾ ਉਹਨਾਂ ਨੂੰ, ਮੈਂ ਤਾਂ ਆਹ ਹੋਟਲ ਦੇ ਵਿੱਚ ਰੁਕਿਆ ਹਾਂ। ਕਹਿੰਦਾ ਚਲੋ ਮੈਂ ਆ ਰਿਹਾਗਾ। ਤੇ ਉਹ ਬਾਈਕ ਦੇ ਉੱਪਰ ਆਏ ਜੀ। ਇਹਨਾਂ ਦੇ ਜਿੰਨੇ ਵੀ ਸਰਟੀਫਿਕੇਟ ਸੀਗੇ, ਡਿਗਰੀਆਂ ਸੀਗੀਆਂ, ਸਾਰੇ ਮੈਨੂੰ ਦੇ ਗਏ। ਤੇ ਇਹਨਾਂ ਦੇ ਕੱਪੜੇ ਕੁੱਪੜੇ ਸਾਰੇ ਮੈਨੂੰ ਫੜਾ ਗਏ ਸੀਗੇ। ਤੇ ਉਸ ਤੋਂ ਬਾਅਦ ਥੋੜਾ ਮੇਰਾ ਹੌਸਲਾ ਜਿਹਾ ਵੱਧ ਗਿਆ ਕਿ ਜ਼ਿੰਦਗੀ ਦੀ ਜਿਹੜੀ ਪੂੰਜੀ ਹੁੰਦੀ ਹੈ, ਆਪਣੇ ਡਾਕੂਮੈਂਟ ਹੁੰਦੇ ਨੇ ਜੀ, ਡਿਗਰੀਆਂ, ਜਿਹਦੇ ਪਿੱਛੇ ਆਪਾਂ ਸਾਰੀ ਜ਼ਿੰਦਗੀ ਪੜ੍ਹਾਈ ਕਰਦਾ, ਵੀ ਇਹਨਾਂ ਦੇ ਡਿਗਰੀਆਂ BA B.Ed MA ਸਾਰਾ ਕੁਝ ਡਿਗਰੀਆਂ ਤਾਂ ਆਪਣੇ ਕੋਲ ਨੇ ਗੀਆਂ। ਹੁਣ ਆਪਾਂ ਨੂੰ ਕਾਹਦਾ ਡਰ ਹੈਗਾ? ਜੇ ਐਦਾਂ ਦਾ ਕੋਈ ਫਰਾਡ ਕੇਸ ਹੁੰਦਾ ਵੀ ਆਪਣੇ ਸਰਟੀਫਿਕੇਟ ਕਦੇ ਨਹੀਂ ਦਿੰਦੀ ਸੀ ਆਪਣੇ। ਫਿਰ ਅਗਲੇ ਦਿਨ ਉੱਥੇ ਜਾ ਕੇ ਗੱਲ ਹੋ ਗਈ ਸੀ ਇਹਨਾਂ ਨਾਲ? ਹਾਂਜੀ ਹਾਂਜੀ, ਇਹਨਾਂ ਨੂੰ ਤਾਂ ਦੱਸ ਹੀ ਦਿੱਤਾ। ਅਗਲੇ ਦਿਨ ਇਹਨਾਂ ਦੀ ਸਿਸਟਰ, ਇਹਨਾਂ ਦਾ ਪਰਿਵਾਰ, ਮੰਮੀ ਡੈਡੀ ਨੂੰ ਛੱਡ ਕੇ ਇਹਨਾਂ ਦੇ ਜੀਜਾ ਜੀ ਆਏ। ਤੇ ਮੈਂ ਹੋਟਲ ਦੇ ਬਾਹਰ ਖੜਿਆ ਸੀਗਾ। ਪਰ ਉਦੋਂ ਵੀ ਮੇਰੇ ਮਨ ਦੇ ਵਿੱਚ ਡਰ ਸੀਗਾ ਵੀ ਕਿਤੇ ਯਾਰ ਐਡੀ ਦੂਰ ਆ ਗਿਆ, ਕਿਤੇ ਆਪਾਂ ਨੂੰ ਪਸੰਦ ਹੀ ਨਾ ਕਰਿਆ, ਵੀ ਘਰ ਕੀ ਮੂੰਹ 'ਚ ਲੈ ਕੇ ਜਾਵਾਂਗੇ ਵਾਪਸ, ਵੀ ਤੂੰ ਐਡੀ ਦੂਰ ਚਲਿਆ ਗਿਆ। ਕਿਉਂਕਿ ਪਿੰਡ ਦੇ ਵਿੱਚ ਪਤਾ ਤਾਂ ਲੱਗ ਗਿਆ ਸੀਗਾ ਵੀ ਕੁੜੀ ਨੂੰ ਲੈਣ ਚੱਲਿਆ ਹੈਗਾ, ਵਿਆਹ ਕੇ ਲੈਣ ਜਾ ਰਿਹਾ ਹੈਗਾ। ਪਰ ਵੀ ਜੇ ਆਪਾਂ ਖਾਲੀ ਹੱਥ ਕੀ ਮੂੰਹ ਲੈ ਕੇ ਆਵਾਂਗੇ, ਵੀ ਲੋਕ ਹੱਸਣਗੇ, ਵੀ ਜਿਹੜੀ ਗੱਲ ਅਸੀਂ ਕਹਿੰਦੇ ਹੁੰਦੇ ਸੀਗੇ ਵੀ ਤੇਰੇ ਨਾਲ ਟਾਈਮ ਪਾਸ ਕਰ ਰਹੀ, ਤੈਨੂੰ ਪਾਗਲ ਬਣਾ ਰਹੀ, ਵੀ ਉਹੀ ਗੱਲ ਸਾਹਮਣੇ ਆ ਗਈ। ਤੇ ਇਹਦੇ ਮਨ 'ਚ ਵੀ ਇਹ ਗੱਲ ਆਉਂਦੀ ਸੀਗੀ ਵੀ ਜੇ ਮੈਨੂੰ ਨਾ ਪਸੰਦ ਕਰਿਆ, ਇਹ ਮੈਨੂੰ ਕਹਿ ਦਿੰਦੀ ਕਿ ਜੇ ਮੈਂ ਤੁਹਾਡੇ ਪਸੰਦ ਨਾ ਆਈ। ਫਿਰ ਮੈਂ ਬੋਲਿਆ ਯਾਰ ਤੂੰ ਪਸੰਦ ਆਵੇਂ ਨਾ ਆਵੇਂ, ਮੈਨੂੰ ਤਾਂ ਲੈ ਕੇ ਜਾਣੀ ਪਵੇਂਗੀ ਹੁਣ, ਕਿਉਂਕਿ ਮੈਂ ਜਾ ਹੀ ਨਹੀਂ ਸਕਦਾ ਹੈਗਾ ਹੁਣ ਤੇਰੇ ਬਿਨਾ, ਪਿੰਡ ਦੇ ਲੋਕ ਹੱਸਣਗੇ। ਤੇ ਕਹਿੰਦੀ ਜੇ ਤੁਸੀਂ ਮੈਨੂੰ ਨਾ ਪਸੰਦ ਆਏ, ਮੈਂ ਤੁਹਾਡੇ ਨਾਲ ਨਾ ਗਈ। ਫਿਰ ਮੈਂ ਕਿਹਾ ਯਾਰ ਜੇ ਤੂੰ ਨਾ ਗਈ ਨਾ, ਮੈਂ ਤਾਂ ਫਿਰ ਜਾਣਾ ਹੀ ਨਹੀਂ ਬਾਈ, ਮੈਂ ਵਾਪਸ ਜਾਂਦਾ ਹੀ ਨਹੀਂ ਹੈਗਾ। ਕਿਹੜਾ ਮੂੰਹ ਲੈ ਕੇ ਜਾਊਂਗਾ? ਤੈਨੂੰ ਪਤਾ ਤਾਂ ਹੈਗਾ ਤੇਰੇ ਪਿੱਛੇ ਮੈਂ ਕਿੱਡਾ ਰਿਸਕ ਲਿਆ ਹੈਗਾ। ਰਿਸ਼ਤਾ ਟੁੱਟ ਗਿਆ, ਪਿੰਡ ਦੇ ਰਿਸ਼ਤੇਦਾਰ ਮੇਰੇ ਨਾਲ ਬੋਲਣੋਂ ਹਟ ਗਏ, ਸਾਰੇ ਆਕੜ ਗਏ ਮੇਰੇ ਨਾਲ। ਮੈਂ ਤੂੰ ਨਾ ਗਈ ਮੇਰੇ ਨਾਲ, ਫਿਰ ਜਾਂਦਾ ਮੈਂ ਵੀ ਨਹੀਂ। ਉਸ ਤੋਂ ਬਾਅਦ ਅਗਲੇ ਦਿਨ ਆਈ ਜੀ। ਇਹਨੇ ਮੈਨੂੰ ਲੁੱਕ ਕੇ ਦੇਖਿਆ। ਮੈਂ ਬਾਹਰ ਖੜਾ ਸੀ ਹੋਟਲ ਦੇ ਵਿੱਚ, ਇਹਨਾਂ ਦੀ ਵੇਟ ਕਰ ਰਿਹਾ ਸੀਗਾ। ਇਹਨੇ ਮੈਨੂੰ ਲੁੱਕ ਕੇ ਦੇਖਿਆ ਤੇ ਇਹਦੇ ਜੀਜੇ ਨੇ ਪੁੱਛਿਆ ਵੀ ਮੁੰਡਾ ਪਸੰਦ ਆ ਤੇਰੇ? ਤੇ ਇਹ ਕਹਿੰਦੀ ਹਾਂਜੀ ਪਸੰਦ ਆ। ਫਿਰ ਉਹਨੇ ਮੈਨੂੰ ਦੱਸਿਆ ਵੀ ਤੈਨੂੰ ਉਹ ਉੱਥੇ ਗੱਡੀ 'ਚ ਬੈਠੀ ਹੈਗੀ। ਤੇ ਫਿਰ ਮੈਂ ਇਹਨਾਂ ਕੋਲ ਗਿਆ ਜੀ, ਇੱਕ ਦੂਜੇ ਨੂੰ ਦੇਖਿਆ, ਇਹਨੂੰ ਪਸੰਦ ਕਰ ਲਿਆ, ਮੈਂ ਦੇਖਦੀ ਪਸੰਦ ਕਰ ਲਿਆ। ਉਸ ਤੋਂ ਬਾਅਦ ਸਾਡੀ 3:30 ਵਜੇ ਦੀ ਫਲਾਈਟ ਸੀ ਜੀ ਉੱਥੋਂ। ਅੱਛਾ। ਸਾਰੇ ਸਾਨੂੰ ਉੱਥੇ ਕੀ ਇਹਨਾਂ ਨੇ ਰਸਮ ਕਰੀ ਤੁਹਾਡੇ ਨਾਲ? ਹਾਂਜੀ, ਉੱਥੇ ਕੁਛ ਕੁ ਰਸਮਾਂ ਇਹਨਾਂ ਦੇ ਮੁਤਾਬਕ ਹੋਈਆਂ ਸੀਗੀਆਂ। ਤੇ ਉਹਦੇ ਬਾਅਦ ਸਾਨੂੰ ਜੀ ਏਅਰਪੋਰਟ ਤੱਕ ਛੱਡੇ ਆਏ ਸੀਗੇ ਇਹ। 3:30 ਵਜੇ ਅਸੀਂ ਫਲਾਈਟ ਚੜ੍ਹ ਗਏ ਜੀ। 6:30 ਵਜੇ ਅਸੀਂ ਦਿੱਲੀ ਉਤਰ ਗਏ। ਤੇ ਉੱਥੋਂ ਅਸੀਂ ਪਟਿਆਲੇ ਵਾਲੀ ਬੱਸ ਫੜਨੀ ਸੀ ਤੇ ਬੱਸ ਸਾਡੀ ਮਿਸ ਹੋ ਗਈ। ਤੇ ਬੱਸ ਹੁਣ ਰਾਤ ਦੇ 3:30 ਵਜੇ ਆਉਣੀ ਸੀਗੀ। ਤੇ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਸੀਗੀ। ਇਹਨਾਂ ਦੇ ਉਧਰਲੇ ਪਾਸੇ ਅਸਾਮ ਦੇ ਵਿੱਚ ਜਿੰਨੀ ਆਪਣੇ ਠੰਡ ਪੈਂਦੀ ਇੰਨੀ ਠੰਡ ਨਹੀਂ ਪੈਂਦੀ ਹੈਗੀ। ਤੇ ਉਧਰੋਂ ਇਹਨਾਂ ਨੂੰ ਪਾਲਾ ਲੱਗੇ, ਉਧਰੋਂ ਸਾਡੇ ਕੋਲ ਨਾ ਕੋਈ ਖੇਸ ਨਾ ਕੰਬਲ ਕੁਝ ਵੀ ਨਹੀਂ ਸੀਗਾ। ਤੇ ਫਿਰ ਮੈਂ ਆਪਣੀ ਪੱਗ ਉਤਾਰੀ, ਪੱਗ ਨੂੰ ਦੂਰਾ ਤੀਰਾ ਕਰਕੇ ਇਹਨਾਂ ਦੇ ਉੱਪਰ ਪਾਇਆ
ਫਿਰ 3:30 ਵਜੇ ਤੱਕ ਅਸੀਂ ਨੰਗੇ ਅਸਮਾਨ ਦੇ ਥੱਲੇ ਬੈਠੇ ਰਹੇ। ਅਸਮਾਨ ਉੱਪਰ ਬਿਲਕੁਲ ਨੰਗਾ ਸੀ, ਕਵਰ ਨਹੀਂ ਸੀ, ਛੱਤ ਹੈ ਨਹੀਂ ਸੀ ਇੰਨੀ ਉੱਥੇ। ਤੇ ਉਸ ਤੋਂ ਬਾਅਦ 3:30 ਵਜੇ ਅਸੀਂ ਸਵੇਰੇ ਬੱਸ ਦੇ ਵਿੱਚ ਬੈਠੇ। ਉਸ ਤੋਂ ਬਾਅਦ ਸਵੇਰੇ 7 ਵਜੇ ਅਸੀਂ ਆ ਗਏ ਸੀਗੇ ਪਟਿਆਲੇ। ਪਟਿਆਲੇ ਆ ਕੇ ਥੱਕ ਗਏ, ਕਹਿੰਦੇ ਮੈਥੋਂ ਹੁਣ ਸਫ਼ਰ ਨਹੀਂ ਹੋਣਾ ਇੰਨਾ। ਤੇ ਰਸਤੇ ਵਿੱਚ ਘਰਾਚੋਂ ਕੋਲ ਪਿੰਡਾਂ ਦੇ ਜੀ ਬਟੜੀਆਂ ਨਾ, ਉੱਥੇ ਮਾਸੀ ਹੈ ਜੀ ਮੇਰੀ। ਮੈਂ ਕਿਹਾ ਚਲੋ ਆਪਾਂ ਰਸਤੇ 'ਚ ਉਤਰ ਜਾਂਦੇ। ਰਸਤੇ ਦੇ ਵਿੱਚ ਉਤਰੇ ਤੇ ਮਾਸੀ ਕੋਲ ਚੱਲ ਗਏ। ਫਿਰ ਕਹਿੰਦੀ ਮੈਂ ਮਹਿੰਦੀ ਲਵਾਉਣੀ ਹੈ, ਕਹਿੰਦੀ ਮਹਿੰਦੀ ਲਵਾ ਕੇ ਤਿਆਰ ਹੋ ਕੇ ਫਿਰ ਕੱਲ ਨੂੰ ਵਿਆਹ ਕਰਵਾਵਾਂਗੇ। ਇਹਨਾਂ ਦੇ ਫਿਰ ਮਹਿੰਦੀ ਦੀ ਰਸਮ ਕਰੀ ਜੀ, ਉੱਥੇ ਮਹਿੰਦੀ ਮੁੰਦੀ ਲਗਵਾਤੀ। ਤੇ ਅਗਲੇ ਦਿਨ ਤਿਆਰ ਤੁਰ ਹੋ ਕੇ ਅਸੀਂ ਗੁਰਦੁਆਰਾ ਸਾਹਿਬ ਲਈ ਨਿਕਲ ਗਏ ਜੀ। ਭਾਈ ਕੀ ਪਸੌਰ ਭੂਆ ਨੇ ਜੀ ਮੇਰੀ 2, ਉਹਨਾਂ ਨਾਲ ਭਾਬੀ ਨਾਲ ਤੇ ਵੀਰ ਨਾਲ ਮੇਰੀ ਗੱਲ ਹੋ ਗਈ ਸੀਗੀ, ਸਾਡੇ ਆਨੰਦ ਕਾਰਜ ਕਰਵਾ ਲਿਓ। ਉਹਨਾਂ ਨੇ ਬਹੁਤ ਸਪੋਰਟ ਕੀਤੀ ਜੀ ਸਾਡੀ, ਬਹੁਤ ਜ਼ਿਆਦਾ ਸਪੋਰਟ ਕੀਤੀ ਉਹਨਾਂ ਨੇ। ਤੇ ਉਹਨਾਂ ਨੇ ਗ੍ਰੰਥੀ ਸਿੰਘ ਨਾਲ ਗੱਲ ਕਰਕੇ ਸਾਡੇ ਆਨੰਦ ਕਾਰਜ ਕਰਵਾਤੇ ਜੀ। ਸਾਡਾ ਵਿਆਹ ਹੋ ਗਿਆ ਉਸ ਤੋਂ ਬਾਅਦ। ਅੱਛਾ ਆਂਟੀ, ਮੈਨੂੰ ਇਹ ਗੱਲ ਦੱਸਿਓ, ਜਦੋਂ ਬਾਈ ਉੱਥੇ ਜਾਂਦਾ ਤੁਹਾਨੂੰ ਇਹ ਦੱਸ ਕੇ ਨਹੀਂ ਜਾਂਦਾ, ਜਦੋਂ ਉੱਥੋਂ ਆ ਕੇ ਇਹ ਦੱਸਦਾ ਕਿ ਮੈਂ ਤਾਂ ਉਹਦੇ ਕੋਲੇ ਗਿਆ ਸੀ, ਉਹਨੂੰ ਵਿਆਹਣ ਗਿਆ ਸੀਗਾ, ਫਿਰ ਤੁਸੀਂ ਇਹਨੂੰ ਗਾਲਾਂ ਨਹੀਂ ਕੱਢਦੇ ਹੈਗੇ ਕਿ ਤੂੰ ਕੱਲਾ ਵਗ ਗਿਆ, ਤੇਰੀ ਜਾਨ ਨੂੰ ਖਤਰਾ ਹੋ ਸਕਦਾ? ਗਾਲਾਂ ਵੀ ਪੁੱਤ ਦਿੱਤੀਆਂ ਵੀ ਕੱਲਾ ਗਿਆ, ਜੇ ਤੈਨੂੰ ਬੰਨ ਲਾਂਦੇ ਕੁੱਟਦੇ, ਵੀ ਐਡੀ ਦੂਰ ਤੂੰ ਕੱਲਾ ਕਿਉਂ ਗਿਆ। ਇਹ ਕਹਿੰਦਾ ਵੀ ਹੁਣ ਮੁੱਕ ਡਰੀ ਕੋਈ ਨਹੀਂ, ਵੀ ਜਾਂ ਇੱਧਰ ਜਾਂ ਉੱਧਰ ਇੱਕ ਪਾਸਾ ਹੋ ਜਾਊਗਾ, ਆਰ ਜਾਂ ਪਾਰ, ਵੀ ਆਰ ਜਾਂ ਪਾਰ। ਵੀ ਜਦੋਂ ਹੁਣ ਆਪਣੇ ਪੰਜਾਬ ਦੀ ਕੁੜੀ ਨੂੰ ਨਹੀਂ ਮੇਰੀ ਨੂੰ ਸਾਂਭ ਸਕਦੀ, ਵੀ ਫਿਰ ਮੈਂ ਉਰੇ ਵਿਆਹ ਕਰਵਾ ਕੇ ਕਰਨਾ ਕੀ ਹੈ। ਵੀ ਮੈਂ ਤਾਂ ਉਹਦੇ ਨਾਲ ਵਿਆਹ ਕਰਵਾਉਣਾ ਜਿਹੜੀ ਮੇਰੀ ਕੁੜੀ ਦਾ ਲਾਡ ਪਿਆਰ ਕਰੇ, ਵੀ ਮਾਂ ਵਾਲਾ ਪਿਆਰ ਦੇਵੇ। ਅੱਛਾ, ਫਿਰ ਤੁਹਾਨੂੰ ਇਹ ਕਦੋਂ ਆ ਕੇ ਦੱਸਦਾ ਕਿ ਮੈਂ ਤੇਰੀ ਨੂੰਹ ਲਿਆ ਰਿਹਾ, ਬੇਬੇ ਨੂੰ ਮੇਰੇ ਨਾਲ ਭੇਜਦੀ? ਸਾਨੂੰ ਤੀਜੇ ਦਿਨ ਇਹਨੇ ਫੋਨ, ਦੂਜੇ ਦਿਨ ਤੀਜੇ ਦਿਨ ਕਰਤਾ ਤੀ ਵੀ ਮੈਂ ਉੱਥੇ ਦਿੱਲੀ ਤੋਂ ਵੀ ਮੈਂ ਗਾਹਾਂ ਪਹੁੰਚ ਗਿਆ। ਅਸੀਂ ਆਖਿਆ ਵੀ ਤੂੰ ਗਾਹਾਂ ਜਾ ਗਿਆ? ਇਹ ਕਹਿੰਦਾ ਮੈਂ ਗਿਆ ਨਹੀਂ। ਮੈਂ ਆਖਿਆ ਮੈਨੂੰ ਵੀ ਸ਼ੰਕਰ ਦੱਸਤਾ ਵੀ ਤੂੰ ਗਾਹਾਂ ਪਹੁੰਚ ਗਿਆ? ਇਹ ਕਹਿੰਦਾ ਹਾਂ ਵੀ ਮੈਂ ਪਹੁੰਚ ਗਿਆ। ਫਿਰ ਉੱਥੋਂ ਜਦੋਂ ਇਹ ਵਾਪਸ ਚੜ੍ਹ ਗਏ, ਫਿਰ ਮੇਰੀ ਆਤਮਾ ਟਿਕੀ ਵੀ ਵਾਪਸ ਚੜ੍ਹ ਗਏ। ਫਿਰ ਮੈਂ ਇਹਨੂੰ ਫੋਨ ਕਰਿਆ, ਮੈਂ ਪੁੱਤ ਕਿੱਥੇ ਕਾ ਗਏ? ਇਹ ਕਹਿੰਦਾ ਵੀ ਮੰਮੀ ਅਸੀਂ ਹੁਣ ਦਿੱਲੀ ਆ ਗਏ। ਦਿੱਲੀ ਤੋਂ ਇਹਨਾਂ ਨੇ ਕਹਿੰਦਾ ਵੀ 1:30 ਵਜੇ ਬੱਸ ਚੱਲੂ ਰਾਤ ਨੂੰ। ਉਹ 1:30 ਵਾਲੀ ਬੱਸ ਮਿਸ ਮਾਰ ਗਈ। ਫਿਰ ਇਹਨਾਂ ਨੂੰ ਸਾਡੇ ਵੀ 2 ਤਾਂ ਕਨੈਕਟਰ ਹੈਗਾ, ਉਹ ਕਹਿੰਦਾ ਵੀ ਬਾਹਰ ਚਲੇ ਜਾਓ, ਉੱਥੋਂ ਤੁਹਾਨੂੰ ਬੱਸ ਮਿਲੂਗੀ। ਫਿਰ ਇਹਨਾਂ ਨੂੰ ਬਾਹਰੋਂ ਬੱਸ ਮਿਲੀ। ਫਿਰ ਇਹ ਪਟਿਆਲੇ ਵਾਲੀ ਬੱਸ ਚੜੇ। ਪਿੰਡ ਵਾਲਿਆਂ ਨੂੰ ਦੱਸਤਾ ਸੀ ਕਿ ਮੇਰਾ ਪੁੱਤ ਨੂੰ ਲੈ ਕੇ ਆ ਰਿਹਾ, ਜਾਂ ਉਰੇ ਕਿਸੇ ਅਸੀਂ ਕੋਲੇ ਭਾਬੀ ਨਹੀਂ ਕੱਢੀ? ਕਿਸੇ ਕੋਲੇ ਗੱਲ ਨਹੀਂ ਕਰੀ ਅਸੀਂ। ਇੱਕ ਮੈਂ ਮੇਰੇ ਦੋਤੇ ਕੋਲੇ ਤੇ ਦੋਤ ਨੂੰ ਕੋਲੇ ਤੇ ਮੇਰੀ ਨਣਦ ਕੋਲੇ ਗੱਲ ਕਰੀ ਤੀ ਵੀ ਉਹ ਲੈ ਕੇ ਆ ਰਿਹਾ, ਆਪਾਂ ਆਨੰਦ ਕਾਰਜ ਕਰਵਾਉਣੇ ਨੇ। ਉਹ ਕਹਿੰਦੇ ਇਹਦੇ ਪਿੰਡ ਵਾਲੇ ਵੀ ਅਸੀਂ ਪੋਹ ਦੇ ਵਿੱਚ ਕੁਝ ਨਹੀਂ ਵਿਹਾਰ ਕਰ ਸਕਦੇ ਹੈਗੇ, ਵੀ ਉਦੋਂ ਬਾਅਦ ਕਰਾਂਗੇ ਅਸੀਂ। ਤੇ ਉਹ ਮੁੰਡਾ ਮੇਰੇ ਨਾਲ ਸਹਿਮਤ ਹੋ ਗਿਆ, ਬਹੂ ਸਹਿਮਤ ਹੋ ਗਈ, ਮੇਰੀ ਨਣਦ ਵੀ ਆਪਾਂ ਉਰੇ ਲਿਆ ਕੇ ਆਨੰਦ ਕਰਵਾ ਦਾਂਗੇ। ਕਿੱਡੀ ਕੁ ਗੱਲ ਆ ਵੀ ਆਪਾਂ ਆਨੰਦੇ ਕਰਵਾਉਣੇ ਨੇ। ਜਦੋਂ ਇਹ ਪਸੌਰ ਵਾਗੇ, ਉਰੋਂ ਅਸੀਂ ਗੱਡੀ ਲੈ ਗਏ, ਫੋਟੋਆਂ ਵਾਲਾ ਲੈ ਗਏ। ਪਿੰਡ ਵਾਲਿਆਂ ਨੂੰ ਪਤਾ ਨਹੀਂ ਲੱਗਿਆ ਫਿਰ? ਪਿੰਡ ਵਾਲਿਆਂ ਨੂੰ ਉਰੇ ਪਤਾ ਲੱਗ ਗਿਆ। ਅੱਛਾ, ਦੱਸਤਾ ਵੀ ਅਸੀਂ ਮੁੰਡਾ ਵਿਆਹ ਕੇ ਲਿਆਉਣੇ ਅੱਜ। ਤੇ ਉਰੇ ਮੇਰੇ ਜੇਠ ਨੂੰ ਜਠਾਣੀ ਨੂੰ ਅਸੀਂ ਦੱਸ ਗਏ ਵੀ ਤੁਸੀਂ ਘਰੇ ਪ੍ਰੋਗਰਾਮ ਬਣਾਓ, ਮਠਿਆਈ ਲਿਆਓ, ਪਕੌੜੇ ਪਕਾਓ, ਵੀ ਸਾਰਾ ਪ੍ਰੋਗਰਾਮ ਕਰੋ, ਵੀ ਅਸੀਂ ਚੱਲੇ। ਤੇ ਅਸੀਂ 5-4 ਜਣੇ ਜਾ ਕੇ ਅਸੀਂ ਆਨੰਦ ਕਰਵਾ ਲਿਆਏ। ਉਹਨਾਂ ਨੇ ਸਾਡੀ, ਮੇਰੇ ਦੋਤੇ ਨੇ, ਦੋਤ ਨੂੰ ਨੇ ਬਹੁਤ ਵਧੀਆ ਸੇਵਾ ਕਰੀ, ਬਹੁਤ ਵਧੀਆ ਸਪੋਰਟ ਦਿੱਤੀ ਸਾਨੂੰ। ਸਾਡੇ ਵੀ ਲਾਗੇ, ਜਿਵੇਂ ਇਹਦੇ ਪਿਓ ਨਹੀਂ ਤੀ, ਸਾਡੇ ਇਹਦੇ ਪਿਓ ਵਾਲੀ ਸਾਡੇ ਨਾਲ ਨਿਭਾਈ ਉਹਨੇ। ਕੀ ਬਾਤ, ਮੁੰਡੇ ਨੇ ਬਹੁਤ ਪਿਆਰ ਨਾਲ ਸਾਡਾ। ਪਿੰਡ ਵਾਲੇ ਨੇ ਨਹੀਂ ਗੱਲਾਂ ਠਾਈਆਂ ਹੈਗੀਆਂ ਵੀ ਐਡੀ ਦੂਰ ਦੀ ਲਿਆਂਦੀ ਆ, ਵੀ ਇਹਨੇ ਵਸਣਾ ਨਹੀਂ ਹੈਗਾ, 2 ਦਿਨ ਰਹਿ ਕੇ ਤੁਹਾਡੇ ਪੱਤੇ ਚੱਟ ਕੇ ਕੋਈ ਪੁੱਤ ਕੋਈ ਡਾਉਂਦਾ, ਕੋਈ ਡਾਉਂਦਾ ਨਹੀਂ। ਅਗਲਾ ਕਹਿੰਦਾ ਹੁੰਦਾ ਵੀ ਇਹਨੇ ਆਪਦਾ ਘਰ ਬਸਾਉਣਾ, ਵੀ ਹੁਣ ਜਿੱਥੇ ਇਹ ਰਿਸ਼ਤਾ ਕਰਵਾਉਂਦਾ ਵੀ ਕਰਵਾ ਲਾਂਗੇ। ਮੈਂ ਵੀ ਫਿਰ ਇਹਨੂੰ ਕਹਤਾ ਵੀ ਜਿੱਥੋਂ ਇਹ ਕਰਵਾਉਣਾ ਤੂੰ ਕਰਵਾ ਲਾ, ਮੈਨੂੰ ਤਾਂ ਵੀ ਬਹੂ ਘਰੇ ਚਾਹੀਦੀ ਹੈ, ਵੀ ਸਾਂਭ ਸੰਭਾਲ ਮੈਥੋਂ ਹੁੰਦੀ ਨਹੀਂ। ਬਹੂ ਲਿਆ ਭਾਈ, ਜਿੱਥੋਂ ਮਰਜ਼ੀ ਲਿਆ, ਵੀ ਨਹੀਂ ਆਹ ਫੋਨ ਆਪਦਾ ਬੰਦ ਕਰ, ਨਹੀਂ ਤੇਰਾ ਦਿਮਾਗ ਹੱਲੂਗਾ। ਐਡੀ ਗੱਲ ਵੀ ਮੈਂ ਕਹਿਤੀ ਤੀ ਇਹਨੂੰ। ਅੱਛਾ, ਉਸ ਤੋਂ ਬਾਅਦ ਅਸੀਂ ਆਨੰਦ ਕਾਰਜ ਕਰਵਾ ਲਏ ਵਧੀਆ। ਸਾਡੇ ਆਨੰਦ ਕਾਰਜ ਜਵਾਖਾਂ ਦੇ ਹੋ ਗਏ, ਕਰਵਾਏ ਮੁੰਡੇ ਨੇ, ਦੋਤੇ ਨੇ, ਸਾਰੀ ਰਸਮ ਉਹਨੇ ਕਰਕੇ ਤੇ ਸਾਨੂੰ ਘਰੇ ਤੋਰਤਾ। ਕੀ ਬਾਤ ਹੈ। ਤੇ ਕਿਵੇਂ ਲੱਗਦਾ ਅੱਜ ਫਿਰ ਜਦੋਂ ਇਹਨਾਂ ਨਾਲ ਵਰਤਦੇ ਹੋ, ਜੇ ਤੁਹਾਡੇ ਕੋਈ ਹੋਰ ਨੂੰ ਹੁੰਦੀ ਜਿਹੜੀ ਵੀ ਮੰਨ ਲਓ ਪੰਜਾਬੀ ਬੋਲਦੀ ਹੁੰਦੀ, ਤੇ ਕੋਈ ਕਮੀ ਜੀ ਤਾਂ ਨਹੀਂ ਲੱਗਦੀ ਹੈਗੀ ਵੀ ਇਹ ਹਿੰਦੀ ਬੋਲਦੇ ਆ, ਮੈਨੂੰ ਘੱਟ ਵੱਧ ਹੀ ਸਮਝ ਆਉਂਦੀ ਹੈ? ਮੈਨੂੰ ਪੂਰਾ ਕਮੀ ਨਹੀਂ ਲੱਗਦੀ, ਕਿਉਂ ਅਸੀਂ ਫੋਨ ਤੇ ਪਹਿਲਾਂ ਗੱਲ ਕਰਦੇ ਤੇ ਫਿਰ ਇਹ ਹੌਲੀ ਹੌਲੀ ਪੰਜਾਬੀ ਬੋਲਣ ਲੱਗ ਗਈ। ਸਿਖਾਤੀ ਤੁਸੀਂ? ਸਿਖਾਤੀ, ਬਹੁਤ ਸਾਰੇ ਕੰਮ ਜਿਵੇਂ ਦੱਸਦੇ ਤੁਸੀਂ ਇਹਨਾਂ ਨੂੰ ਸਿਖਾਤੇ, ਗੁੱਤ ਕਰਨੀ ਸਿਖਾਤੀ? ਹਾਂ, ਸਾਰਾ ਕੰਮ ਇਹਨੂੰ ਹੌਲੀ ਹੌਲੀ ਹੁਣ ਸਿਖਾਈ ਜਾਂਦੇ ਆ। ਕੁਛ ਸਿਖਾਤੇ ਵੀ ਪੁੱਤ ਐਂ ਨਹੀਂ, ਪੁੱਤ ਐਂ ਕਰਨਾ, ਇਹ ਪੁੱਤ ਕੰਮ ਐਂ ਨਹੀਂ ਬਣਦਾ, ਇਹ ਐਂ ਕਰਨਾ। ਇਹਨੂੰ ਗੁੱਤ ਨਹੀਂ ਕਰਨੀ ਆਉਂਦੀ ਤੀ। ਮੈਂ ਆਖਿਆ ਪੁੱਤ ਮੈਂ ਤੇਰਾ ਸਿਰ ਮੈਂ ਕਰ ਦੂੰਗੀ,
ਫਿਰ ਹੁਣ ਇਹ ਗੁੱਤ ਕਰ ਲਾਂਦੀ ਆ। ਹੁਣ ਸਵੇਰੀ ਕੁੜੀ ਉੱਠਦੀ ਆ, ਉਹਨੂੰ ਮਾਂ ਵਾਲਾ ਪਿਆਰ ਦਿੰਦੀ ਏ, ਇਹ ਨਵਾਉਂਦੀ ਆ, ਤਿਆਰ ਕਰਦੀ ਆ, ਰੋਟੀ ਪੈਕ ਕਰਦੀ ਆ, ਸਕੂਲ ਤੋਰਦੀ ਆ। ਆਪ ਮੈਂ ਰੋਟੀ ਬਣਾ ਲੈਂਦੀ ਆ, ਇਹ ਉਹਨੂੰ ਤਿਆਰ ਕਰਕੇ ਮਾਂ ਵਾਲਾ ਪਿਆਰ ਦੇ ਕੇ ਰੋਟੀ ਖਵਾ ਕੇ ਚਮਚੇ ਨਾਲ ਫਿਰ ਇਹਨੂੰ ਕੁੜੀ ਨੂੰ ਸਕੂਲ ਤੋਰਦੀ ਆ। ਕਿਆ ਬਾਤ। ਇੰਨੇ 'ਚ ਚੱਲ ਮੇਰੀ ਆਤਮਾ ਟਿਕ ਗਈ। ਹੁਣ ਮੇਰੀ ਜਾਨ ਸੌਖੀ ਹੈ, ਮੈਨੂੰ ਟੈਨਸ਼ਨ ਨਹੀਂ ਕੋਈ। ਜੇ ਮੈਂ ਉਰਾਂ ਪਰਾਂ ਜਾਣਾ, ਮੈਂ ਕੁੜੀ ਨੂੰ ਨਾਲ ਲੈ ਕੇ ਜਾਂਦੀ ਤੀ। ਹੁਣ ਚੱਲ ਵੀ ਮੈਂ ਕਿਤੇ ਵੀ ਜਾਣਾ, ਕੁੜੀ ਨੂੰ ਆਪ ਸਾਂਭਦੀ ਹੈ ਇਹ। ਕੀ ਬਾਤ ਹੈ ਬਾਈ, ਬਹੁਤ ਇਹਨਾਂ ਦਾ ਵੀ ਚੰਗਾ ਸੁਭਾਅ ਹੈ ਨਾ, ਕਿ ਨਹੀਂ ਕੌਣ ਕਿਸੇ ਦੇ ਬੱਚੇ ਨੂੰ ਸਾਂਭਦਾ। ਹਾਂ ਵੀ ਇਹ ਦੇਖ ਚੰਗੇ ਸੁਭਾਅ ਕਰਕੇ ਵੀ ਕੁੜੀ ਦੀ ਪਾਲਣਾ ਕਰ ਰਹੀ ਹੈ। ਹੁਣ ਇਹ ਐਂ ਸਮਝਦੀ ਹੈ ਵੀ ਮੇਰੀ ਬੱਚਾ ਇਹ। ਹੁਣ ਇਸ ਕਰਕੇ ਅਸੀਂ ਆਪਦੀ ਜ਼ਿੰਦਗੀ ਵਧੀਆ ਜੀ ਰਹੇ ਹਾਂ। ਕੀ ਬਾਤ ਹੈ ਬਾਈ। भाई लगता कि फेसबुक ने एक बढ़िया ज़िंदगी दी थी। आज जे फेसबुक ना होती, आपको कैसे लगता है कि अगर फेसबुक ना होती आपका मिलना संभव नहीं हो सकता था, है ना? हाँ बिल्कुल नहीं। फेसबुक तो मैंने 5 साल पहले छोड़ दी थी, क्योंकि मुझे ये पसंद नहीं, फेसबुक इंस्टा ये सब मैं यूज़ नहीं करती थी। तो मेरे दोस्त ने मुझे बोली तो ऐसे बोर होते रहती है, फेसबुक देख, वहाँ पे बहुत सारा कुछ जानने को मिलता है। तो मुझे लगा ठीक है मैं देख लेती हूँ। बस फेसबुक खुले हुए 1 महीने भी नहीं हुए थे ना, तो उनका फ्रेंड रिक्वेस्ट आ गया। इसलिए मैं दोस्त को बोलती हूँ तेरे जरिए ही हम दोनों एक दूसरे से मिले हैं, तुमको हमेशा याद रखेंगे। क्या बात है। अच्छा, जब कभी आप मार्केट में जाते हो, अगर आप वहाँ पे जाके हिंदी बोलती हो, है ना? हाँ जी। तो लोगों को पता चल जाता है कि आप किसी दूसरे स्टेट से हो? हाँ पता चल जाता है। उस दिन हम लोग शॉपिंग पर गए थे, तो मैं इनसे हिंदी से बोल रही थी ये देख लीजिए ना, ये देख लीजिए ना, तो लड़कियाँ हंस रही थी। तो इन्होंने बोला था कि ये तो आसाम की है, तो आसाम की है ऐसे बोल रही थी वो, जितने भी सामान वो दुकान पे मार्केट्स पे लड़की लोग थी। तो इन्होंने बोला हाँ ये आसाम की है, अभी हमारी शादी हुई है, ऐसे बता रहे थे। तो वो लड़की हम लोगों को देख के हंस रही थी। अच्छा, तो आपको पंजाब में आकर कैसा लगा? अच्छा ही लगा मुझे, सारे फैमिली लोग अच्छे। मुझे तो, मैं बिना चावल के बिना बैठ ही नहीं सकती थी। मैं चावल खाती थी ना वहाँ, मुझे रोटी पसंद नहीं थी। यहाँ आई, मैंने इनसे पहले ही बोला था तुम्हारे घर आऊँगी एक शर्त पे, मुझे हफ्ते में रोज़ 1 दिन चावल खानी पड़ेगी, रोज़ चावल खाऊँगी, 2 टाइम रोटी खाऊँगी, मेरा डिमांड था मुझे। पर यहाँ आके इन लोगों के साथ रह के मैं चावल खाना भूल गई, मुझे रोटी अच्छी लगने लगी। मुझे रोटी बनाना नहीं आता, कभी ज़िंदगी में नहीं बनाई। मम्मी ने बोली बहुत बार सीख लो, पर मैंने ज़रूरी नहीं समझा। मुझे लगा मैं आसाम पे शादी कर लूँगी, क्या सीखना है। पर यहाँ आके मुझे मम्मी ने सिखाया, हौले हौले मैं सीख गई। और अब तो मुझे पंजाबी बात भी समझ में आती है। मैं पंजाबी बात तो वहीं से सीखना शुरू कर दी थी, थोड़ी यूट्यूब से सीखती थी, थोड़ी इनसे सुनती थी। और अब बोल तो इतनी नहीं सकती, पर कोशिश कर रही हूँ। अब जैसे जगह है वो रंग में तो मुझे डालना ही होगा ना अपने परिवार के साथ। ये आपकी लुक भी ना बड़ी अच्छी आ रही है पंजाबी सूट में, है ना? सास और बहू का कनेक्शन कैसा है? आप दोनों का कनेक्शन कैसा है? मैं तो इनको बोलती रहती हूँ, अगर मम्मी हम लोग कुछ भी बोले तो मुझे मेरी माँ की याद आती है। मतलब अपनी माँ की जैसी करती है, मतलब कुछ समझाती है, मुझे सिखाती है कैसे काम करना चाहिए। अगर मुझे यहाँ का गेटअप पर मतलब कहीं जाना हो, कैसे चलते हैं, कैसे पहनते हैं, मुझे कुछ भी नहीं आता, तो मम्मी मुझे सिखाती है। मुझे तो वो बाल बांधते हैं ना, क्या बोलते हैं उसे, गुत्त करनी भी नहीं आती, मम्मी ने मुझे सिखाया। तो अभी मैं गुत्त करनी भी मैं सीख गई हूँ। बच्ची की गुत्त मैं सुबह कर देती हूँ, स्कूल के लिए जब रेडी करती हूँ, और मम्मी मेरी गुत्त कर देती है, बहुत कुछ सिखाती है। तो अच्छा लगता है कि अपनी मम्मी का मतलब याद नहीं आता है, क्योंकि यहाँ भी एक माँ है, ऐसी मुझे फीलिंग्स आते हैं। मतलब क्या बात है। आपने कभी ये सोचा है कि अगर आप वहाँ पर जाना हो तो बहुत ज़्यादा मुश्किल है ना? एकदम वो अपना गांव जिसमें हम रहते हैं, बचपन हमारा बचपन में बड़े होते हैं, उसको एकदम छोड़ देना, वो भी इतनी दूर आ जाना, है ना? बड़ी मुश्किल सी बात होती है। कभी आपको ऐसा फील नहीं हुआ था वहाँ पर बैठे हुए कि मुझे बहुत कुछ वहाँ पर जाकर सेक्रीफाइस करना? हाँ, ये तो फीलिंग्स आया था कि सबसे बड़ा तो मुझे खाने से लेके, मुझे यहाँ का खाना वहाँ का खाना बहुत अलग है। मैं कैसे वहाँ रहूँ, खाने का अलग ही मिलेगा, यहाँ अलग हम लोग मसाले खाते हैं, वहाँ मसाले बिल्कुल नहीं खाते। और मैं चिकन भी खाती थी, वहाँ तो चिकन भी नहीं खाते घर वाले, कैसे रहूँगी। मैंने ये सब इनसे बोला था, मुझे सब देनी पड़ेगी। उन्होंने बोला था ठीक है मैं दूँगा। पर एक चीज़ होती है, मतलब अगर आप किसी को दिल से चाहो ना,
तो उनके परिवार से मतलब जिससे हम चाहते हैं, जिसके साथ हम शादी करना चाहते हैं, उनको सिर्फ चाहने से नहीं होता, पूरे परिवार को चाहना पड़ता है, क्योंकि हमें फैमिली के साथ रहना पड़ता है ना। और मुझे पहले से जॉइंट फैमिली पसंद है, मतलब एक साथ रहना मिलजुल के। और मैंने इनको बोला भी था हम लोग एक साथ रहेंगे, अलग नहीं रहेंगे, क्योंकि इनका एक भाई भी है ना, तो सारे जॉइंट फैमिली में रहेंगे। इनका भाई की जो जिसके साथ शादी होने वाली है, उनकी होने वाली बीवी बहुत अच्छी है। वो आपसे बात करती है? हाँ, हम लोग बात करते हैं, शादी से पहले से बात करते हैं। और हम दोनों ने आपस में बोला है कि एक बहन के जैसे रहेंगे। क्या बात है। वो पंजाब से? हाँ, पंजाब से वो। तो अच्छा लगा, मुझे बहुत कुछ सीखा मैंने, जो कुछ नहीं जानती थी। और मम्मी पापा को मिस करती हूँ, अभी सब लोग एक्सेप्ट भी कर लिया। तो मेरे लिए सबसे बड़ी खुशी की बात ये थी कि हमारी शादी नहीं, जिस दिन शादी थी उसी दिन की सुबह हमारे फ़ोन आए घर से, और इनसे भी मम्मी पापा ने बात किया। शादी आप पंजाब आकर करते हैं या वहीं पर करते हैं? हम लोग पंजाब में किया ना शादी। तो मैं 28 को हमारी मेहंदी थी, 29 को शादी थी। तो 29 को फ़ोन आया सुबह। तो वो दिन हमारे लिए मतलब ये खुश थी कि हमारे शादी में मम्मी डैडी की आशीर्वाद मिल गई। शादी में आपके वहाँ से कौन आता है यहाँ पर? ना, यहाँ से तो वहाँ से तो कोई भी नहीं है, बहुत दूर है ना। और वहाँ पर आपने कोई मैरिज की थी? नहीं, अभी यहाँ से जब जाएंगे फिर वहाँ रस्म होगी। हाँ, ओके। जाना है अभी नहीं, अभी वो जाएंगे 6-7 महीने बाद। अप्रैल मई का प्रोग्राम है जी जाने का। अच्छा। अच्छे लगते हैं पंजाब के लोग? अच्छे लगे आपको? हाँ, मुझे जितने भी यहाँ मिले, इनके रिश्तेदार लोग सब प्यार करते हैं। और मतलब यहाँ के लोगों में एक चीज़ अच्छी बात है कि वो लोग जो उन लोग के दिल में पाप नहीं, जो बोलने डायरेक्ट बोल देते हैं, मतलब मुंह के आगे बोल देते हैं और अपना वाला व्यवहार करते हैं। और यहाँ में एक चीज़ है, जब सुबह उठते हैं तो ये गुरुद्वारा का क्या बोलते हैं, अनाउंसमेंट होती है। हाँ, पाठ चलते रहता है। हाँ, वो अच्छा लगता है? हाँ, मुझे अच्छा लगता है, क्योंकि मैं जब भी वहाँ पे मैं रहती थी तो मेरा सर दुखता था, पेट दर्द, तो वो मुझे हमेशा पाठ करके सुनाते थे, तो मैं सो जाती थी। अभी जब भी सुबह उठती हूँ तो पाठ सुनने को मिलता है। और बच्ची मुझे पाठ सिखाती है। आपकी बच्ची? हाँ, हमारी बच्ची पाठ सिखाती है और मुझे पढ़ाती है उड़ा आड़ा। और मुझे किताब ला दी है, मैं अभी सीख रही हूँ पढ़ना लिखना पंजाबी, तो उड़ा आड़ा सीख रही हूँ अभी। उसके बाद में कक्का खक्का बोलते हैं ना, वो को ख वर्णमाला स्वर, ये सब सीख रही हूँ। और गुरुद्वारा में भी अच्छा लगता है कि जाते हो आप गुरुद्वारा? हाँ, हम लोग जाते हैं। और हम लोग गए भी थे, उस दिन भी गए थे। और यहाँ कुछ हुआ था ना उस दिन रास्ते में, उसे क्या बोलते हैं, नगर कीर्तन। हाँ, नगर कीर्तन में भी गई थी। जाके मेरे पैर दुख गए। लास्ट में मम्मी को बोली, मम्मी अब मुझसे चला नहीं जाएगा, घर जाना है मुझे, मेरी पैर दर्द हो रही है, कभी इतनी चली नहीं बोल के। और यहाँ कोई लोग मतलब गुरुद्वारा में जाते हैं, लोग खाते हैं ना, खाना फ्री मिलता है, लंगर में खा लेते हैं, तो भूखा कोई नहीं मरता। और यहाँ सामान के दाम भी बहुत सस्ते हैं हमारे वहाँ से। अच्छा, वहाँ पे? हाँ, वहाँ तो हर चीज़ महंगा है, हर चीज़ महंगा, पानी भी खरीद के खानी पड़ती है। तो ये सब चीज़, और यहाँ का खाना भी मुझे अच्छा लगता है, अब सब कुछ अच्छा लगता है मुझे। आज हम खेत में बैठे हैं, पंजाब में ऐसे, असम में ऐसे खेत नहीं होते, वहाँ पर चाय होती है ना, ये ऐसे आपको कैसा लगता है? मुझे अच्छा लगता है। मैंने तो इनसे बोला था मुझे सरसों के खेत में फ़ोटो खींचनी है। काफ़ी दिनों से बोल रही है मुझे कि मुझे एक फ़ोटो खींचनी है सरसों के खेत में। अच्छा। क्योंकि वहाँ तो खाली चाय पत्ती के खेत हैं, जहाँ देखो चाय पत्ती चाय पत्ती चाय पत्ती, और कुछ भी नहीं है। जे सरसों जे बरसीन ਇਹ ਆਪਣੇ ਕਣਕ ਦੇ ਖੇਤ, ਇਹ ਕੁਛ ਨਹੀਂ ਹੈਗਾ ਉੱਥੇ। ਮੈਨੂੰ 15 ਦਿਨ ਹੋ ਗਏ ਇਹਨੂੰ ਬੋਲਦੇ ਨੂੰ ਵੀ ਮੈਂ ਤਾਂ ਇੱਕ ਫੋਟੋ ਖਿੱਚਣੇ ਸਰੋਂ ਦੇ ਖੇਤਾਂ 'ਚ, ਮੈਨੂੰ ਲੈ ਚੱਲ। ਬਸ ਮੈਨੂੰ ਐਦਾਂ ਜਿਹਾ ਲੱਗਦਾ ਵੀ ਚੱਲਾਂਗੇ ਖੇਤ ਹਰਾ ਵੱਢਣ, ਜਾਇਆ ਨਹੀਂ ਜਾਂਦਾ ਲੈ ਕੇ। ਅੱਛਾ, ਚੱਲ ਅੱਜ ਤੁਹਾਡੇ ਬਹਾਨੇ ਨਾਲ ਇਹਨਾਂ ਦੀ ਇਹ ਇੱਛਾ ਵੀ ਪੂਰੀ ਹੋ ਜਾਊਗੀ। ਕੀ ਬਾਤ ਹੈ ਬਾਈ, ਬਹੁਤ ਸੋਹਣਾ ਰਿਸ਼ਤਾ ਯਾਰ ਤੁਹਾਡਾ। ਤੇ ਇਹ ਇੱਕ ਬਹੁਤ ਚੰਗੇ ਨੇਕ ਦਿਲ ਇਨਸਾਨ ਨੇ ਇਹ, ਕਿ ਤੁਹਾਨੂੰ ਇਹਨਾਂ ਨੇ ਚੰਗੀ ਤਰੀਕੇ ਨਾਲ ਸਮਝਿਆ, ਤੁਸੀਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਸਮਝਿਆ, ਹਨਾ। ਇਹ ਭੋਲੇ ਭਾਲੇ ਜਿਹੇ ਲੋਕ ਨੇ, ਤੇ ਬਹੁਤ ਚੰਗੀ ਗੱਲ ਆ ਬਈ, ਇੱਕ ਚੰਗਾ ਕਨੈਕਸ਼ਨ ਆ। ਤੇ ਹੋਰ ਕੁਝ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਹੋ? मैसेज तो कोई नहीं, मैं बोल रही थी मतलब हम दोनों भी मतलब मैं चाहती थी मतलब यहाँ के, मुझे वीडियोस बनाने का बहुत शौक़ है, ठीक है, मुझे डांस में और एक्टिंग का मुझे बहुत शौक़ है, और बातें करना मुझे अच्छा लगता है, शेयर करना बहुत कुछ। मैं वैसे चलाती भी हूँ कुछ ऐप्स, तो
मुझे मतलब मैं इनसे बोली थी जब हम लोग शादी करेंगे, शादी के बाद हम लोग अपना यूट्यूब चैनल खुलेंगे, ठीक है। और पहले तो किसी का सपोर्ट नहीं मिलेगा, पर धीरे धीरे किसी का सपोर्ट मिलेगा तो बहुत अच्छे अच्छे वीडियो बनाएंगे, अच्छी अच्छी बातें करेंगे, मैंने ऐसे बोला था। और मैंने इनसे ये भी बोला था कि आप लोग ऐसे भी मैं बोलूँगी बोलना कि हम लोग जब यूट्यूब चैनल खुलेंगे तो आप लोग हमें सपोर्ट करना बोल। आप खोलो, हम सपोर्ट करेंगे आपको। ओके। ਤੇ ਵੀਰੇ ਜਦੋਂ ਕਦੇ ਪਿੰਡ 'ਚ ਜਾਂਦੇ ਹੋ ਤਾਂ ਪਿੰਡ ਵਾਲੇ ਲੋਕਾਂ ਦਾ ਕੀ ਅੱਜ ਨਜ਼ਰੀਆ ਕੀ ਆ? ਨਜ਼ਰੀਆ ਭਾਜੀ ਪਹਿਲਾਂ ਤਾਂ ਸਾਰੇ ਲੋਕ ਸਾਡੇ ਤੇ ਹੱਸਦੇ ਸੀਗੇ ਮੇਰੇ ਤੇ ਵੀ ਇਹਨੂੰ ਕਿਸੇ ਨੇ ਫਸਾ ਰੱਖਿਆ ਫੇਸਬੁੱਕ ਤੇ ਵੀ ਇਹਦੇ ਨਾਲ ਟਾਈਮ ਪਾਸ ਕਰਦੀ ਹੈਗੀ। ਤੇ ਹੁਣ ਜਦੋਂ ਇਹਨਾਂ ਨੂੰ ਮੈਂ ਲੈ ਹੀ ਆਇਆ ਤਾਂ ਹੁਣ ਜਿੰਨੇ ਮੂੰਹ ਉਨੀਆਂ ਗੱਲਾਂ, ਸਾਰਿਆਂ ਦੇ ਮੂੰਹ ਬੰਦ ਹੋ ਗਏ ਜੀ। ਅੱਛਾ। ਹਾਂ, ਸਾਰਿਆਂ ਦੇ ਮੂੰਹ ਬੰਦ ਹੋ ਗਏ। ਤੇ ਜਿਹੜੇ ਮੇਰੇ ਦੋਸਤ ਸੀਗੇ ਉਹ ਵੀ ਮੈਨੂੰ ਸਪੋਰਟ ਕਰਦੇ ਨੇ ਤੇ ਮਖੌਲ ਵੀ ਮਜ਼ਾਕ ਵੀ ਕਰਦੇ ਨੇ ਵੀ ਯਾਰ ਤੂੰ ਤਾਂ ਇੱਕ ਮਿਸਾਲ ਕਾਇਮ ਕੀਤੀ ਹੈਗੀ। ਲੋਕ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਤੇ ਕੁੜੀ ਨੂੰ ਵਿਆਹ ਕੇ ਲਿਆਉਂਦੇ ਨੇ ਵੀ ਤੂੰ ਪਹਿਲਾ ਬੰਦਾ ਜਿਹੜਾ ਜਹਾਜ਼ ਤੇ ਲੈ ਕੇ ਆਏਗਾ। और अभी तो इनको सपोर्ट करते हैं, और नहीं मुझे सपोर्ट करते हैं, इनको नहीं। इनको बोलते हैं इसको प्यार करना, इतनी दूर से आई है, ऐसे बोलते हैं। एक बात और होती है हमारे यहाँ पे कि अगर पत्नी रूठ जाए तो वो मायके चली जाती है ना। आपको शायद वो मौका नहीं ना मिले, है ना? नहीं मिलेगी, इनकी दीदी मुझे बहुत प्यार करती है। हाँ, वो ये बोलती है ना मैं रूठ के अगर जाऊंगी तो दीदी के घर चली जाऊंगी। अच्छा। इनके दीदी, सारे दीदियाँ मुझे, दीदी जितने भी रिश्तेदार लोग हैं सारे मुझे बहुत प्यार करते हैं, रोज मुझे गल करते हैं मेरे साथ, रोज मुझसे बातें करते हैं। बात है भाई, ਬਹੁਤ ਪਿਆਰ ਦਿੰਦੇ ਨੇ ਬਾਈ। ਹੁਣ ਤਾਂ ਸਾਰੇ ਕਹਿੰਦੇ ਨੇ ਵੀ ਮੁੰਡੇ ਨੇ ਬਹੁਤ ਵਧੀਆ ਕਰੇ, क्या बात ਵੀ ਘਰ ਬਸਾ ਲਿਆ, ਕੁੜੀ ਨੂੰ ਲਾਡ ਪਿਆਰ ਦਿੰਦੀ ਆ, ਕੰਮ ਕਰਦੀ ਆ, हाँ ਵੀ ਹੁਣ ਇਹਨੇ ਕਿੱਥੇ ਜਾਣਾ, हाँ ਕਿਤੇ ਸਾਲ 2 ਸਾਲ ਬਾਅਦ ਮਿਲਣ ਵਗ ਜਾ ਕਰਨਗੇ। हाँ। ਉਦੋਂ ਪਹਿਲਾਂ ਰੋਜ਼ ਤਾਂ ਜਾਇਆ ਨਹੀਂ ਜਾਂਦਾ ਏਡੀ ਦੂਰ, नहीं सही है जी, सही है। ਵੀ ਚੱਲ ਬੱਚੇ ਦਾ ਘਰ ਬਸ ਗਿਆ, ਹੁਣ ਆਪਦੀ ਨਵੀਂ ਜ਼ਿੰਦਗੀ ਜੀਣਗੇ। ਵਾਹ, ਕੀ ਬਾਤ ਹੈ ਆਂਟੀ, ਤੁਹਾਡੀ ਵੀ ਸੋਚ ਬਹੁਤ ਵਧੀਆ। ਤੇ ਬਾਈ ਤੁਸੀਂ ਸਾਨੂੰ ਸਮਾਂ ਦਿੱਤਾ ਹੈ ਨਾ, आपने हमें समा दिया बातचीत करने का, आपका बहुत बहुत धन्यवाद भाई, बहुत बहुत शुक्रिया, बहुत बहुत धन्यवाद, थैंक यू जी। ਸੋ ਇਹ ਬਾਈ ਦੀ ਕਹਾਣੀ ਸੀ, ਬਹੁਤ ਜਿਵੇਂ ਕਹਿੰਦੇ ਆ ਨਾ ਇਹਨਾਂ ਦੀ ਜ਼ਿੰਦਗੀ ਤੇ ਇੱਕ ਫਿਲਮ ਬਣ ਸਕਦੀ ਆ ਕਿ ਕਿਹੜੇ ਕਿਹੜੇ ਪੜਾਵਾਂ ਦੇ ਵਿੱਚੋਂ ਇਹ ਗੁਜ਼ਰੇ। ਇੱਕ ਬਹੁਤ ਸੋਹਣੀ ਲਵ ਸਟੋਰੀ ਆ ਬਾਈ। ਜੇ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ। ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਘੈਂਟ ਪੰਜਾਬੀ।